ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾਂ ਜੀ ਹਿਰਦੇ ਧਿਆਵਾ ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਗਨ ਨ ਕੇ ਨਾਸ਼ਕ ਜੀ ਬਿਗਨ ਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਕਹਿਓ ਨਜੂਮੀ ਹਮ ਇਹ ਕਾਮ ਖੋਜਹ ਹਜਰਤ ਹਾਲ ਜਮਾਮ ਕਹਿਓ ਨਜੂਮੀ ਹਮ ਇਹ ਕਾਮ ਖੋਜਹ ਹਜਰਤ ਹਾਲ ਤਮਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਦਇਆ ਨਿਧ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ ਨੇਚਲ ਚੌਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਦਰਸ਼ਨ ਪਰਸ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਗਰੀਬ ਨਵਾਜ ਦੀ ਮਹਾਨ ਮੇਰਾਮਤ ਕਿਰਪਾ ਸਦਕਾ ਸਾਧ ਸੰਗਤ ਦੀਆਂ ਘੜੀਆਂ ਦਾ ਆਨੰਦ ਔਰ ਸਾਜ ਰਹੇ ਦੀਵਾਨ ਅੰਦਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਦਰਸ਼ਨ ਪਰਸਨ ਦਾ ਸੁਭਾਗ ਨਿਤਾ ਪ੍ਰਤ ਪ੍ਰਾਪਤ ਹੁੰਦਾ ਹੈ। ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਅੰਮ੍ਰਿਤ ਰੂਪ ਲੜੀਵਾਰ ਗਾਥਾ ਆਪ ਸਰਬੱਤ ਸੰਗਤਾਂ ਸ਼ਰਧਾ ਪ੍ਰੇਮ ਸਤਿਕਾਰ ਦੇ ਨਾਲ
ਸਰਵਣ ਕਰਕੇ ਆਪਣੇ ਸਮੇਂ ਨੂੰ, ਮਨੁੱਖਾ ਜਾਮੇ ਨੂੰ ਸਫਲ ਬਣਾਉਂਦੇ ਹੋ। ਕਵੀ ਰਾਜ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਬੇਅੰਤ ਮਿਹਨਤ ਦੇ ਸਦਕਾ ਮੁਸ਼ੱਕਤ ਘਾਲ ਕੇ ਸੁਚੱਜੇ ਢੰਗ ਦੇ ਨਾਲ ਕਾਵ ਰਚਨਾ ਅੰਦਰ ਛੰਦਾਬੰਦੀ ਅੰਦਰ ਸਤਿਗੁਰਾਂ ਦੀ ਸੁੰਦਰ ਮਹਿਮਾ ਵਰਣਨ ਕੀਤੀ ਹੈ। ਜਥਾ ਪ੍ਰਸੰਗ ਆਪਾਂ ਪਿਛਲੇ ਦੀ ਬਾਣ ਵਿੱਚ ਸਰਵਣ ਕੀਤਾ ਹੈ ਜੀ ਕਿ ਜਗ ਦਾਤੇ ਗੁਰੂ ਗਰੀਬ ਨਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਨ੍ਹਾਂ ਨੂੰ ਬਾਦਸ਼ਾਹ ਜਹਾਂਗੀਰ ਬੇਨਤੀ ਕਰਕੇ ਆਪਣੇ ਨਾਲ ਆਗਰੇ ਲੈ ਕਰਕੇ ਗਿਆ। ਹਿਰਦੇ ਵਿੱਚ ਇੱਛਾ ਸ਼ਰਧਾ ਬਾਦਸ਼ਾਹ ਦੇ ਕਿ ਕੁਝ ਸਮਾਂ ਸੱਚੇ ਪਾਤਸ਼ਾਹ ਜੀ ਦੇ ਨਾਲ ਹੋਰ ਬਤੀਤ ਕੀਤਾ ਜਾਵੇ, ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸੁਭਾਅ ਤੋਂ, ਮਿਹਰਾਂ ਤੋਂ, ਦਇਆ ਤੋਂ ਹੋਰ ਵੀ ਜਿਹੜਾ ਹੈ ਉਹ ਜਾਣੂ ਹੋ ਸਕੀਏ। ਆਗਰੇ ਦੀ ਧਰਤ ਨੂੰ ਮਹਾਰਾਜ ਨੇ ਭਾਗ ਲਾਏ, ਜਿੱਥੇ ਮਹਾਰਾਜ ਦਾ ਬਿਰਦ ਹੈ ਅੰਤਰਜਾਮਤਾ ਜਾਂ ਅੰਤਰਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ, ਸਭ ਦੀਆਂ ਸ਼ਰਧਾ ਪੂਰੀਆਂ ਕਰਨ ਵਾਲੇ ਗੁਰੂ ਨਾਨਕ ਦੇਵ ਜੀ ਸਾਹਿਬ ਮਹਾਰਾਜ ਦਾ ਇਹ 6ਵਾਂ ਸਰੂਪ ਹਨ। ਆਗਰੇ ਦੀ ਇੱਕ ਮਾਈ ਜਿਹੜੀ ਕਿਸੇ ਕਰਮ ਕਰਕੇ ਮਨਮੁਖਾਂ ਦੇ ਘਰ ਵਿੱਚ ਵਿਆਹੀ ਹੋਈ ਹੈ, ਇਹਦਾ ਸਹੁਰਾ ਪਰਿਵਾਰ ਨਹੀਂ ਦਰਸ਼ਨਾਂ ਦੀ ਇਜਾਜ਼ਤ ਦਿੰਦਾ, ਪੰਜਾਬ ਹੈ ਵੀ ਦੂਰ ਹੈ, ਜਿਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਘਰ ਦੀ ਮਹਿਮਾ, ਦਰਸ਼ਨਾਂ ਦਾ ਆਨੰਦ ਕੀ ਹੈ ਇਹ ਮਨਮੁਖ ਲੋਕ ਨਹੀਂ ਜਾਣਦੇ। ਜਿਸ ਕਰਕੇ ਇਹ ਘਰ ਵਿੱਚ ਬੈਠੀ ਸਦਾ ਤਰਲੇ ਲੈਂਦੀ ਹੈ। ਜਦੋਂ ਇਸ਼ਨਾਨ ਕਰਦੀ ਅੰਮ੍ਰਿਤ ਵੇਲੇ ਤੇ ਇਸ਼ਨਾਨ ਕਰਦਿਆਂ ਇਹ ਅਰਦਾਸ ਕਰਦੀ ਉੱਚੀ ਆਵਾਜ਼ ਵਿੱਚ ਵੀ ਜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੇ ਸਤਿਗੁਰੂ ਜੀ ਤੁਸੀਂ ਅੰਤਰਜਾਮੀ ਗੁਰੂ ਨਾਨਕ ਦੇਵ ਸਾਹਿਬ ਦਾ 6ਵਾਂ ਸਰੂਪ, ਸਰਬੱਤ ਦੇ ਕਾਰਜ ਰਾਸ ਕਰਨ ਵਾਲੇ, ਸ਼ਰਧਾ ਪੂਰੀਆਂ ਕਰਨ ਵਾਲੇ ਹੋ, ਫਲ ਵਰਦਾਤੇ ਹੋ, ਤੇ ਮੇਰੀ ਨਿਮਾਣੀ ਦੀ ਅਰਦਾਸ ਸੁਣ ਕੇ ਮੈਨੂੰ ਘਰੇ ਦਰਸ਼ਨ ਦੇਣ ਆਓ ਤੇ ਮੈਨੂੰ ਭਰੋਸਾ ਬੱਝੇ। ਔਰ ਨਾਲੇ ਵੀ ਅਰਦਾਸ ਕਰਦੀ ਮਹਾਰਾਜ ਮੈਂ ਕਰਮ ਕਰਕੇ ਇਹਨਾਂ ਦੇ ਮਨਮੁਖਾਂ ਦੇ ਲੜ ਲੱਗੀ ਹਾਂ, ਮੇਰੇ ਹਿਰਦੇ ਵਿੱਚ ਤੁਹਾਡੇ ਦਰਸ਼ਨਾਂ ਦੀ ਬੜੀ ਚਾਹਨਾ ਹੈ, ਸਭ ਦੀ ਇੱਛਾ ਤੁਸੀਂ ਪੂਰੀ ਕਰਦੇ ਹੋ, ਮੇਰੀ ਵੀ ਇੱਛਾ ਪੂਰੀ ਕਰੋ। ਤੋ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਜਦੋਂ ਆਗਰੇ ਗਏ, ਮਹਾਰਾਜ ਨੇ ਇਹਦੀ ਵੀ ਇੱਛਾ ਪੂਰੀ ਕਰ ਦਿੱਤੀ ਹੈ। ਘੋੜੇ ਤੇ ਚੜ੍ਹੇ ਅੰਮ੍ਰਿਤ ਵੇਲੇ ਗਰੀਬ ਨਵਾਜ ਇੱਥੇ ਆਗਰੇ ਦੇ ਜਿੱਥੇ ਵਸੋਂ ਵਸਦੀ ਹੈ। ਤੋ ਅੰਤਰਜਾਮੀ ਪਾਤਸ਼ਾਹ ਗਲੀਆਂ ਦੇ ਵਿੱਚ ਦੀ ਹੁੰਦੇ ਉਸ ਮਾਈ ਦੇ ਘਰ ਦੇ ਲਾਗੇ ਪਹੁੰਚ ਰਹੇ ਹੈ। ਅੰਮ੍ਰਿਤ ਵੇਲਾ ਹੈ, ਉਹ ਬੀਬੀ ਇਸ਼ਨਾਨ ਕਰਨ ਵਾਸਤੇ ਇਸ਼ਨਾਨ ਘਰ ਵਿੱਚ ਪਹੁੰਚੀ, ਨਾਲੇ ਸਰੀਰ 'ਤੇ ਜਲ ਪਾਉਂਦੀ, ਉੱਚੀ ਅਰਦਾਸ ਕਰਦੀ ਜੇ ਮੇਰੇ ਸੱਚੇ ਪਾਤਸ਼ਾਹ ਜੀ ਤੁਸੀਂ ਅੰਤਰਜਾਮੀ ਦਾਤੇ ਹੋ ਤੇ ਮੇਰੀ ਵੀ ਅਰਦਾਸ ਸੁਣੋ, ਕਿਉਂਕਿ ਨੇਮ ਬਣਿਆ ਹੋਇਆ ਸੀ ਇਸ ਤਰ੍ਹਾਂ ਅਰਦਾਸ ਕਰਨ ਦਾ। ਉੱਚੀ ਆਵਾਜ਼ ਵਿੱਚ ਇਹ ਅਰਦਾਸ ਕਰਦੀ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੰਨਾਂ ਵਿੱਚ ਅਰਦਾਸ ਪਈ। ਮਹਾਰਾਜ ਦਰਵਾਜ਼ੇ ਵਿੱਚ ਹੀ ਪਹੁੰਚ ਗਏ ਸਨ ਗਲੀ ਵਿੱਚ, ਤੇ ਮਹਾਰਾਜ ਨੇ ਨਾਲ ਹੀ ਜਵਾਬ ਦੇ ਦਿੱਤਾ ਵੀ ਬੀਬੀ ਜੇ ਇਸ ਤਰ੍ਹਾਂ ਪਰਖ ਕਰਦੇ ਹੋ ਵੀ ਤੁਹਾਡੇ ਗੁਰੂ ਅੰਤਰਜਾਮੀ ਹਨ ਕਿ ਨਹੀਂ, ਤੇ ਲਓ ਫਿਰ ਦਰਵਾਜ਼ਾ ਖੋਲ੍ਹੋ ਤੇ ਦਰਸ਼ਨ ਕਰ ਲਓ। ਤੋ ਉਹ ਮਾਈ ਨੇ ਬੜੇ ਪ੍ਰੇਮ ਸ਼ਰਧਾ ਦੇ ਨਾਲ, ਖੁਸ਼ੀ ਦੀ ਹੱਦ ਨਾ ਰਹੀ, ਇੱਛਾ ਪੂਰੀ ਹੋ ਗਈ। ਦਰਵਾਜ਼ਾ ਖੋਲ੍ਹਿਆ, ਸਾਹਮਣੇ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਸੁੰਦਰ ਸਰੂਪ, ਦਗਦਗ ਕਰਦਾ ਚਿਹਰਾ ਮਹਾਰਾਜ ਦਾ, ਘੋੜੇ ਤੇ ਚੜ੍ਹੇ ਹੋਏ ਡਿੱਠੇ, ਚਰਨੀ ਹੱਥ ਲਾਏ, ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਇਹੋ ਜਿਹੀ ਹਾਲਤ ਮਹਾਰਾਜ ਦੇ ਦਰਸ਼ਨਾਂ ਨਾਲ ਹੋਈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨਦਰੋਂ ਨਦਰ ਨਿਹਾਲ ਕੀਤਾ। ਉਸ ਤੋਂ ਬਾਅਦ ਕੁਝ ਸਮਾਂ ਮਹਾਰਾਜ ਜੀ ਆਪਣੇ ਆਰਾਮਗਾਹ ਲਾਲ ਬਾਗ ਵਿੱਚ ਬਤੀਤ ਕੀਤਾ।
ਇਧਰ ਚੰਦੂ ਜਿਹੜਾ ਉਹ ਮਹਾਰਾਜ ਤੋਂ ਔਖਾ ਹੋ ਰਿਹਾ ਰੋਜ਼ ਹੀ, ਕਿਉਂਕਿ ਮਹਾਰਾਜ ਦੀ ਨੇੜਤਾ ਡਾਢੀ ਵੱਧਦੀ ਜਾਂਦੀ ਹੈ। ਜਹਾਂਗੀਰ ਮਹਾਰਾਜ ਦਾ ਸ਼ਰਧਾਲੂ ਬਣ ਚੁੱਕਾ ਹੈ। ਚੰਦੂ ਨੇ ਸੱਦਿਆ ਸੀ ਇੱਥੇ ਗੁਰੂ ਹਰਗੋਬਿੰਦ ਸਾਹਿਬ ਨੂੰ ਇੱਕ ਚਾਲ ਦੇ ਸਾਜ਼ਿਸ਼ ਦੇ ਤਹਿਤ ਵੀ ਇਹਨਾਂ ਵਿੱਚ ਪਾਟਕ ਪਾ ਕਰਕੇ ਤੇ ਬਾਦਸ਼ਾਹ ਨੂੰ ਖਿਲਾਫ ਕਰਕੇ ਭਟਕਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਕੈਦ ਕਰਵਾਵਾਂਗਾ। ਕੈਦ ਵਿੱਚ ਕੁਝ ਮਾਇਆ ਲੈ ਦੇ ਕਰਕੇ ਜ਼ਹਿਰ ਦੇ ਦਵਾ ਕੇ ਇਹਨਾਂ ਨੂੰ ਇੱਥੇ ਕਤਲ ਕਰਵਾ ਦਿਆਂਗਾ। ਔਰ ਉਹ ਸਾਰੀ ਬਾਰੀ ਉਲਟ ਪੈਂਦੀ ਦੇਖ ਕੇ ਚੰਦੂ ਚਿੰਤਾ ਵਿੱਚ ਪੈ ਗਿਆ ਹੈ ਕਿ ਬੀਜੇ ਕੰਡੇ ਸੀਗੇ ਤੇ ਇਹ ਤਾਂ ਫੁੱਲ ਸੁੱਖ ਦੇਣ ਵਾਲੇ ਗੁਰੂ ਹਰਗੋਬਿੰਦ ਸਾਹਿਬ ਨੂੰ ਸਾਰੇ ਕੌਤਕ ਬਣ ਰਹੇ ਹੈ। ਇਸ ਲਈ ਫਿਰ ਇਹਨੇ ਇੱਕ ਚਾਲ ਸੋਚੀ ਵੀ ਮੈਂ ਬਾਦਸ਼ਾਹ ਨੂੰ ਭਰਮਾਵਾਂ ਤਾਂ ਕਿ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਖਿਲਾਫ ਹੋ ਜਾਵੇ। ਉਹ ਚਾਲ ਜੀ ਬਣਾ ਕੇ ਇਹਨੇ ਬਾਦਸ਼ਾਹ ਦੇ ਜਿਹੜੇ ਕੋਈ ਸ਼ਾਹੀ ਨਜੂਮੀ ਹੁੰਦੇ ਆ, ਜਿਹਨੂੰ ਜੋਤਿਸ਼ ਕਹਿ ਦਿੰਦੇ ਹਿੰਦੂ ਲੋਕ, ਭਵਿੱਖ ਦੇ ਕੋਈ ਗ੍ਰੰਥ ਪੜ੍ਹਾ ਕੇ ਵਹਿਮਾਂ ਭਰਮਾਂ ਬਾਰੇ ਦੱਸਣ ਵਾਲੇ, ਗ੍ਰਹਿਆਂ ਨਛੱਤਰਾਂ ਬਾਰੇ, ਅੱਧੀ ਕੁ ਰਾਤ ਨੂੰ ਉਹਦੇ ਘਰ ਪਹੁੰਚਿਆ ਤੇ ਨਿਮਾਣਾ ਜਿਹਾ ਹੋ ਕੇ ਬੇਨਤੀ ਕੀਤੀ ਵੀ ਨਜੂਮੀ ਮੇਰਾ ਕੰਮ ਹੈ, ਕੋਈ ਤੂੰ ਹੀ ਕਰ ਸਕਦਾ ਹੈ। ਤੇ ਮਾਇਆ 500 ਰੁਪਈਆ ਪਹਿਲਾਂ ਦੇ ਵੀ ਦਿੱਤੀ ਨਾਲ, ਜੇ ਮੇਰਾ ਕਾਰਜ ਰਾਸ ਹੋ ਗਿਆ ਤੇ 5000 ਰੁਪਈਆ ਤੈਨੂੰ ਮੈਂ ਹੋਰ ਦਿਆਂਗਾ। ਮੇਰੇ ਤੇ ਮਿਹਰ ਕਰ, ਮੈਂ ਸਭ ਪਾਸਿਓਂ ਥੱਕਿਆ ਹਾਰਿਆ ਤੇਰੇ ਆਸ ਸ਼ਰਨ ਵਿੱਚ ਆਇਆ। ਤੋ ਇਹ ਨਜੂਮੀ ਪੁੱਛਦਾ ਵੀ ਤੈਨੂੰ ਕੀ ਲੋੜ ਪੈ ਗਈ ਚੰਦੂ ਮੇਰੀ। ਚੰਦੂ ਨੇ ਫਿਰ ਸਾਰੇ ਪਰਦੇ ਖੋਲ੍ਹੇ ਵੀ ਮੈਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸ਼ਹੀਦ ਕੀਤਾ ਚਾਲ ਦੇ ਨਾਲ, ਬੜੇ ਤਸੀਹੇ ਦਿੱਤੇ, ਪਰ ਹੁਣ ਔਖਾ ਹੋ ਗਿਆ ਕੰਮ। ਉਹਨਾਂ ਦੇ ਪੁੱਤਰ ਹਰਗੋਬਿੰਦ ਸਾਹਿਬ ਨੇ ਪ੍ਰਣ ਕਰ ਲਿਆ ਹੈ ਮੇਰੇ ਨੱਕ 'ਚ ਨੱਥ ਪਾਉਣ ਦਾ। ਮੈਂ ਚਾਲ ਦੇ ਤਹਿਤ ਉਹਨਾਂ ਨੂੰ ਸੱਦਿਆ ਸੀ ਇੱਥੇ ਦਿੱਲੀ, ਪਰ ਉਲਟ ਹੋ ਗਿਆ ਹੈ। ਬਾਦਸ਼ਾਹ ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਦਾ ਸ਼ਰਧਾਲੂ ਬਣ ਗਿਆ ਤੇ ਆਉਣ ਵਾਲੇ ਸਮੇਂ ਵਿੱਚ ਜੇ ਨਾ ਗੁਰੂ ਹਰਗੋਬਿੰਦ ਸਾਹਿਬ ਤੇ ਬਾਦਸ਼ਾਹ ਦੀ ਨੇੜਤਾ ਭੰਗ ਕੀਤੀ ਗਈ ਤੇ ਮੇਰੀ ਜਾਨ ਨੂੰ ਖਤਰਾ, ਮੇਰਾ ਬਚਣਾ ਮੁਸ਼ਕਲ ਹੈ। ਉਹ ਕਹਿੰਦਾ ਮੈਂ ਕੀ ਕਰ ਸਕਦਾ ਹਾਂ। ਤੇ ਚੰਦੂ ਸ਼ੈਤਾਨ ਨੇ ਫਿਰ ਦੱਸਿਆ ਵੀ ਤੂੰ ਬਾਦਸ਼ਾਹ ਨੂੰ ਭਰਮਾ, ਆਖ ਬਾਦਸ਼ਾਹ ਨੂੰ ਵੀ ਤੇਰੇ ਤੇ ਸਾੜ ਸਤੀ ਆ ਰਹੀ ਹੈ, ਕੋਲੋਂ ਹੀ ਬਣਾ ਕੇ ਛੱਡ ਦੇ ਗਪੌੜ। ਤੇ ਬਾਦਸ਼ਾਹ ਡਰਪੋਕ ਵਹਿਮੀ ਬਹੁਤ ਹੈ, ਮੈਨੂੰ ਪਤਾ ਤੈਨੂੰ ਲਾਜ ਵੀ ਪੁੱਛੇਗਾ, ਇਹਦਾ ਇਲਾਜ ਕੀ ਹੈ। ਤੇ ਤੂੰ ਆਖਦੇ ਕਿਸੇ ਦੀ ਸੋਢੀ ਵੰਸ਼ ਹੋਵੇ ਤੇ ਹਰਗੋਬਿੰਦ ਨਾਮ ਹੋਵੇ, ਖੱਤਰੀ ਜਿਹੜੀ ਛਤਰੀ ਉੱਚੀ ਜਾਤ ਕੁੱਲ ਹੋਵੇ, ਤੇ ਜੇ ਬਾਦਸ਼ਾਹ ਤੇਰੇ ਵਾਸਤੇ ਉਹ ਚਲੀਸਾ ਕੱਟ ਲਵੇ ਨਾ ਕਿਤੇ ਗਵਾਲੀਅਰ ਵਰਗੀ ਥਾਂ ਤੇ ਫੇਰ ਤੇਰੀ ਸਾੜ ਸਤੀ ਇਹ ਦੂਰ ਹੋ ਸਕਦੀ ਹੈ, ਤੇਰੀ ਜਾਨ ਬਚ ਰਹੇਗੀ, ਨਹੀਂ ਤਾਂ ਔਖਾ ਮਰੇਗਾ ਤੜਫ ਤੜਫ ਕੇ। ਨਜੂਮੀ ਨੇ 7 ਵਚਨ ਆਖਿਆ। ਅਗਲੇ ਦਿਨ ਸਭਾ ਸਜੀ ਤੇ ਉਹ ਪਾ ਦਿੱਤੇ ਸਾਰੇ ਪੁਆੜੇ ਜਾ ਕਰਕੇ। ਢਿੱਲਾ ਜਿਹਾ ਮੂੰਹ ਕਰਕੇ ਬਾਦਸ਼ਾਹ ਦੇ ਸਾਹਮਣੇ ਖੜ ਗਿਆ। ਜਹਾਂਗੀਰ ਪੁੱਛਦਾ ਹੈ ਕਿ ਨਜੂਮੀ ਅੱਗੇ ਹੱਸਦਾ ਹੋਣਾ, ਅੱਜ ਕੀ ਹੋਇਆ। ਕਹਿੰਦਾ ਬਾਦਸ਼ਾਹ ਮੈਂ ਤੇਰੇ ਘਰ ਦਾ ਨਮਕ ਖਾਨਾ, ਮੇਰਾ ਫਰਜ਼ ਬਣਦਾ ਮੈਂ ਤੇਰੀ ਸਲਾਮਤੀ ਮੰਗਾ, ਤੇ ਤੁਹਾਡੀ ਸਲਾਮਤੀ ਵਾਸਤੇ ਮੈਂ ਸਦਾ ਇਹੋ ਜਿਹੇ ਗ੍ਰੰਥ ਫੋਲਦਾ ਰਹਿਣਾ, ਵਿਚਾਰ ਕਰਦਾ ਰਹਿਣਾ ਵੀ ਤੁਹਾਡਾ ਆਉਣ ਵਾਲਾ ਸਮਾਂ ਚੰਗਾ, ਕੋਈ ਵਿਪਤਾ ਤਾਂ ਨਹੀਂ। ਪਰ ਰਾਤ ਮੈਨੂੰ ਬੜਾ ਹੋਰ ਹੀ ਗਿਆਨ ਪ੍ਰਾਪਤ ਹੋਇਆ ਹੈ। ਉਹ ਇਹ ਹੈ ਵੀ ਤੇਰੇ ਤੇ ਸਾੜ ਸਤੀ ਜਿਹੜੀ ਵਾ ਉਹ ਬੜੀ ਕਰੋਪ ਹੈ। 7.5 ਸਾਲ ਜਿਹੜੇ ਉਹ ਸ਼ਨਿਚਰ ਗ੍ਰਹਿ ਦੇ ਪ੍ਰਵੇਸ਼ ਕਾਰਨ ਤੇਰੇ ਬੜੇ ਔਖੇ ਲੰਘਣਗੇ। ਤੇ ਇਸ ਤਰ੍ਹਾਂ ਤੈਨੂੰ ਉਪਾਅ ਕਰਨਾ ਚਾਹੀਦਾ, ਮੌਤ ਹੋ ਸਕਦੀ ਹੈ। ਬਾਦਸ਼ਾਹ ਤਰਬਕ ਕੇ ਬੋਲਿਆ ਵੀ ਨਜੂਮੀ ਇਹਦਾ ਉਪਾਅ ਕੀ ਹੈ ਤੇ ਕਦੋਂ ਤੋਂ ਮੇਰੇ ਤੇ ਸਾੜ ਸਤੀ ਚੜੀ ਹੈ। ਉਹ ਕਹਿੰਦਾ ਜੀ ਅੱਜ ਹੀ ਆਰੰਭ ਹੋਈ ਹੈ। ਤੇ ਨਾਲ ਇਹ ਵੀ ਕਹਿ ਦਿੱਤਾ ਵੀ ਉਪਾਅ ਇਹ ਹੈ ਵੀ ਹਰਗੋਬਿੰਦ ਨਾਮ ਦਾ ਕੋਈ ਮਨੁੱਖ ਹੋਵੇ, ਸੋਢ ਵੰਸ਼ ਵਿੱਚ ਅਵਤਰਿਆ ਹੋਵੇ ਤੇ ਪ੍ਰਤਾਪੀ ਹੋਵੇ, ਜਪੀ ਤਪੀ ਹੋਵੇ, ਸੰਤ ਮਹਾਂਪੁਰਖ ਹੋਵੇ ਕੋਈ, ਤੇਰੇ ਨਾਂ ਦਾ ਚਲੀਸਾ ਕੱਟੇ ਗਵਾਲੀਅਰ ਵਿੱਚ, ਤੇ ਫੇਰ ਛੁਟਕਾਰਾ ਹੋ ਸਕਦਾ ਹੈ। ਬਾਦਸ਼ਾਹ ਸੁਣ ਕੇ ਬਾਦਸ਼ਾਹ ਸੰਸ਼ੇ ਵਿੱਚ ਪੈ ਗਿਆ। ਚੰਦੂ ਨੇ ਸਾਰੀ ਸਾਜ਼ਿਸ਼ ਪਹਿਲਾਂ ਹੀ ਖੇਡ ਫਿੱਟ ਕਰ ਰੱਖੀ ਹੈ। ਤੇ ਬਾਦਸ਼ਾਹ ਪੁੱਛਦਾ ਚੰਦੂ ਨੂੰ ਵੀ ਚੰਦੂ ਲੱਭ ਕੋਈ ਇਹੋ ਜਿਹਾ ਹੈ ਤੇਰੀ ਨਿਗਾਹ ਵਿੱਚ।
ਚੰਦੂ ਚੁੱਪ ਰਿਹਾ ਤੇ ਨਾਲ ਦੇ ਨੂੰ ਸੈਨਤ ਮਾਰ ਦਿੱਤੀ ਵੀ ਮੈਂ ਬੋਲਿਆ ਤੇ ਸ਼ੱਕ ਹੋ ਜਾਣਾ, ਤੂੰ ਬੋਲ। ਉਹ ਨਾਲ ਦਾ ਉਮਰਾਵ ਚੰਦੂ ਦਾ ਖਰੀਦਿਆ, ਕਹਿੰਦਾ ਬਾਦਸ਼ਾਹ ਦੂਰ ਲੱਭਣ ਦੀ ਲੋੜ ਹੀ ਨਹੀਂ, ਮੇਰੇ ਹਿਸਾਬ ਨਾਲ ਤਾਂ ਤੁਹਾਡੇ ਘਰ 'ਚ ਹੀ ਸਾਰਾ ਕੁਝ ਹੈ। ਗੁਰੂ ਹਰਗੋਬਿੰਦ ਸਾਹਿਬ ਹੈ ਵੀ ਸੋਢੀਆਂ ਦੀ ਵੰਸ਼ 'ਚੋਂ ਹੈ ਤੇ ਉਹ ਤੁਹਾਡੇ ਨਾਲ ਬੜਾ ਮੋਹ ਤੇ ਕਰਦੇ ਆ, ਤੁਹਾਡੇ ਆਖੇ ਲੱਗ ਕੇ ਚਲੀਸਾ ਵੀ ਕੱਟ ਦੇਣਗੇ ਤੇ ਹੈ ਵੀ ਬੜੇ ਪ੍ਰਤਾਪੀ ਸੰਤ ਮਹਾਂਪੁਰਖ ਹਨ। ਬਾਦਸ਼ਾਹ ਕਹਿੰਦਾ ਨਹੀਂ ਭਾਈ, ਉਹਨਾਂ ਨੂੰ ਅਸੀਂ ਆਪ ਸੱਦਿਆ ਇੱਥੇ, ਇਹ ਚੰਗਾ ਨਹੀਂ ਇਹੋ ਜਿਹੇ ਉਹਨਾਂ ਨੂੰ ਸਵਾਲ ਪਾਈਏ, ਸੱਦਿਆ ਸ਼ਰਧਾ ਦੇ ਨਾਲ ਹੈ। ਚੰਦੂ ਕਹਿੰਦਾ ਨਹੀਂ ਬਾਦਸ਼ਾਹ, ਤੁਹਾਡੇ ਵਰਗਾ ਪ੍ਰਤਾਪੀ ਪੁਰਖ ਕੌਣ ਹੈ, ਤੁਹਾਡੀ ਸਾਰੇ ਭਾਰਤ ਵਰਸ਼ ਨੂੰ ਲੋੜ ਹੈ, ਆਪ ਕਿਰਪਾ ਕਰੋ, ਮਿਹਰ ਕਰੋ ਤੇ ਗੱਲ ਕਰਕੇ ਵੇਖੋ। ਸਾਨੂੰ ਪਤਾ ਗੁਰੂ ਹਰਗੋਬਿੰਦ ਸਾਹਿਬ ਦੀ ਜਵਾਬ ਨਹੀਂ ਦੇਣਗੇ, ਜੇ ਸਾਡੇ ਵੱਸ ਹੁੰਦਾ ਤੇ ਅਸੀਂ ਹੁਣੇ ਹੀ ਜਾਨ ਤੱਕ ਦੇ ਦਿੰਦੇ ਤੁਹਾਡੇ ਬਦਲੇ, ਪਰ ਸਾਡੇ ਵੱਸ ਕੋਈ ਨਹੀਂ, ਅਸੀਂ ਕੰਮ ਦੇ ਨਹੀਂ ਇਸ ਤੁਹਾਡੀ ਖੇਡ ਵਿੱਚ, ਤੁਹਾਡੇ ਉਪਾਅ ਕਰਨ ਵਿੱਚ। ਤੋ ਇਸ ਤਰ੍ਹਾਂ ਇਹ ਖਰੀਦੇ ਹੋਏ ਸਾਰੇ ਬੰਦੇ ਬਾਦਸ਼ਾਹ ਜਹਾਂਗੀਰ ਨੂੰ ਉਸੇ ਹੀ ਮਾਹੌਲ ਵਿੱਚ ਢਾਲ ਰਹੇ ਆ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿ ਕੇ ਤੇ ਗਵਾਲੀਅਰ ਭੇਜਿਆ ਜਾਵੇ। ਜਿਵੇਂ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਬਾਦਸ਼ਾਹ ਜਹਾਂਗੀਰ ਬੇਨਤੀ ਕਰਦਾ ਹੈ ਤੇ ਮਹਾਰਾਜ ਤਾਂ ਜਾਣ ਹੀ ਗਏ ਵੀ ਸਭ ਚੰਦੂ ਦਾ ਕੀਤਾ ਕਰਾਇਆ, ਪਰ ਮਹਾਰਾਜ ਨੇ ਬੰਦੀ ਛੋੜ ਨਾਮ ਦੀ ਵੀ ਲਾਜ ਰੱਖਣੀ ਹੈ। ਉਹ ਵਿਚਾਰੇ ਜਿਹੜੇ 52 ਰਾਜੇ ਜਿਨ੍ਹਾਂ ਦੇ ਸਿਰ ਵਿੱਚ ਜੂਆਂ ਪਈਆਂ ਹੋਈਆਂ, ਕੱਪੜੇ ਪਾਟੇ ਹੋਏ ਆ, ਕਈ ਮਹੀਨਿਆਂ ਤੋਂ ਭੁੱਖੇ ਆ, ਉਹਨਾਂ ਦੀ ਬੰਦ ਖਲਾਸੀ ਕਰਾਉਣ ਦੇ ਬਹਾਨੇ ਮਹਾਰਾਜ ਨੇ ਲੱਭ ਲਏ ਆਪ ਹੀ। ਉਹ ਸਾਰਾ ਪ੍ਰਸੰਗ ਗਵਾਲੀਅਰ ਕਿਲੇ ਵਿੱਚ ਜਾਣ ਦਾ ਮਹਾਰਾਜ ਦਾ ਜਾਵੇਗਾ। ਜਿਵੇਂ ਆਉਂਦਾ ਚਿੱਤ ਬਿਰਤੀ ਇਕਾਗਰ ਕਰਕੇ ਆਪਾਂ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਰਸਨਾ ਕਰੋ ਪਵਿੱਤਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀਓ ਕਹਿਓ ਨਜੂਮੀ ਹਮ ਇਹ ਕਾਮ। ਤੋ ਇੱਥੇ ਗੱਲ ਚੱਲ ਰਹੀ ਹੈ, ਸਾਰੀ ਬਾਦਸ਼ਾਹ ਨੂੰ ਘੇਰ ਖਲੋਤੇ ਹੈ ਤਿੰਨੇ ਚਾਰੇ ਜਣੇ ਚੰਦੂ ਦੇ ਸਮਝਾਏ ਹੋਏ, ਤੇ ਇਸੇ ਤਰ੍ਹਾਂ ਫਿਰ ਨਜੂਮੀ ਬੋਲਿਆ ਹੈ। ਬਾਦਸ਼ਾਹ ਨੂੰ ਕਹਿਣ ਲੱਗਿਆ ਨਜੂਮੀ ਜੋਤਸ਼ੀ ਕਹੇ ਬਾਦਸ਼ਾਹ, ਮੇਰਾ ਤਾਂ ਕੰਮ ਹੀ ਹੈ ਖੋਜ ਪੜਤਾਲ ਕਰਨੀ, ਗ੍ਰਹਿਆਂ ਨਛੱਤਰਾਂ ਬਾਰੇ ਵੇਖਦੇ ਰਹਿਣਾ। ਖੋਜਹ ਹਜ਼ਰਤ ਹਾਲ ਤਮਾਮ। ਤੇ ਮੈਂ ਬਾਦਸ਼ਾਹ ਤੁਹਾਡਾ ਹਾਲ ਖੋਜਦਾ ਹੀ ਰਹਿਣਾ, ਮੇਰਾ ਫਰਜ਼ ਬਣਦਾ, ਮੈਂ ਬਾਦਸ਼ਾਹ ਦਾ ਦਿੱਤਾ ਖਾਨਾ ਤਨਖਾਹ ਲੈਣਾ, ਰੋਟੀ ਪਾਣੀ ਘਰੇ ਚੱਲਦਾ ਤੇ ਬਾਦਸ਼ਾਹ ਦੀ ਸੁੱਖ ਸਾਂਦ ਬਾਰੇ ਮੈਂ ਗ੍ਰੰਥਾਂ ਵਿੱਚ ਲੱਭਦਾ ਰਹਿਣਾ, ਪ੍ਰਸੰਗ ਤੇ ਹੋਰ ਗ੍ਰਹਿਆਂ ਦੇ ਨਛੱਤਰ ਵੇਖਦਾ ਹਾਂ। ਦੇਖਤ ਬੁਰਾ ਆਏ ਬਤਲਾਉ। ਤੇ ਜੇ ਕਿਤੇ ਬੁਰਾ ਆ ਜਾਵੇ ਬਾਦਸ਼ਾਹ ਦੇ ਵਾਸਤੇ, ਕੋਈ ਮਾੜਾ ਟਾਈਮ ਹੈ, ਵੇਖਦਿਆਂ ਸਾਰ ਮੇਰਾ ਫਰਜ਼ ਬਣਦਾ ਮੈਂ ਬਾਦਸ਼ਾਹ ਨੂੰ ਦੱਸਾਂ। ਕਹੇ ਜਤਨ ਸਭ ਖੇਦ ਮਿਟਾਉ। ਤੇ ਯਤਨ ਵੀ ਦੱਸਾਂ ਵੀ ਆਹ ਮੁਸ਼ਕਲ ਹੈ ਤੇ ਇਹਦਾ ਉਪਾਅ ਜੋਤਿਸ਼ ਮਤ ਅਨੁਸਾਰ ਬਾਦਸ਼ਾਹ ਇਸ ਤਰ੍ਹਾਂ ਹੈ, ਸਾਰਾ ਦੁੱਖ ਬਾਦਸ਼ਾਹ ਦਾ ਮਟਾਉਣਾ ਮੇਰਾ ਫਰਜ਼ ਹੈ। ਸਦਾ ਸਾਹੋ ਕੀ ਸ਼੍ਰੇਯ ਕਰੰਤੇ। ਕਿਉਂਕਿ ਅਸੀਂ ਨਜੂਮੀ ਬਾਦਸ਼ਾਹ ਦਾ ਦਿੱਤਾ ਖਾਂਦੇ ਹਾਂ ਤੇ ਸਦਾ ਬਾਦਸ਼ਾਹ ਦੀ ਮੁਕਤੀ ਜਾਂ ਬਾਦਸ਼ਾਹ ਦੀ ਜਿਹੜੀ ਕਲਿਆਣ ਸੁੱਖ ਸ਼ਾਂਤੀ ਚਾਹੁੰਦੇ ਹਾਂ, ਕਰਦੇ ਹਾਂ। ਦਰਬ ਸਮੂਹ ਸਦੀਵ ਲਹੰਤੇ। ਕਿਉਂਕਿ ਅਸੀਂ ਬਾਦਸ਼ਾਹ ਦੇ ਘਰੋਂ ਖਾਂਦੇ ਹਾਂ ਭਾਈ, ਬਾਦਸ਼ਾਹ ਦੇ ਖਜ਼ਾਨੇ ਚੋਂ ਸਾਡਾ ਤੋਰੀ ਫੁਲਕਾ ਚੱਲਦਾ ਹੈ। ਹਰਗੋਬਿੰਦ ਕਰ ਹੈ ਚਾਲੀਸਾ। ਇਸ ਲਈ ਬਾਦਸ਼ਾਹ ਹਰਗੋਬਿੰਦ ਸਾਹਿਬ ਜੇਕਰ ਤੁਹਾਡੇ ਨਾਮ ਦਾ ਚਲੀਸਾ ਕੱਟ ਦੇਣ ਗਵਾਲੀਅਰ ਵਿੱਚ, ਸਿਮਰਹ ਨਾਮ ਅੱਲਾਹ ਜਗਦੀਸਾ। ਜਿਹੜਾ ਅੱਲਾਹ ਤਾਲਾ ਮੁਸਲਮਾਨਾਂ ਕਹਿੰਦੇ ਮੁਸਲਮਾਨ ਅੱਲਾਹ ਤੇ ਅਸੀਂ ਹਿੰਦੂ ਜਿਹਨੂੰ ਜਗਦੀਸ਼ ਕਹਿੰਦੇ, ਪਰਮੇਸ਼ਰ ਕਹਿੰਦੇ ਆ, ਨਾ ਜਪਣਾ ਦਾ ਨਾਮ ਹੀ ਹੈ। ਤੇ ਜੇ ਪਰਮੇਸ਼ਰ ਦਾ ਨਾਮ ਜਪਿਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤੇ ਤੁਹਾਡਾ ਕਲਿਆਣ ਹੁੰਦਾ, ਹੋਰ ਕੀ ਚਾਹੀਦਾ ਹੈ। ਕਰਹ ਸਾਹੋ ਕੀ ਖੈਰ ਖੁਦਾਏ। ਜੇ ਗੁਰੂ ਹਰਗੋਬਿੰਦ ਸਾਹਿਬ ਜੀ ਚਲੀਸਾ ਕੱਟ ਦੇਣ ਤੁਹਾਡੀ ਬਾਬਤ ਤੇ ਬਾਦਸ਼ਾਹ ਉਹ ਅੱਲਾਹ ਤਾਲਾ ਤੁਹਾਡੀ ਖੁਦਾ ਜਿਹੜਾ ਹੈ ਉਹ ਤੁਹਾਡੀ ਖੈਰ ਕਰੇਗਾ, ਮਿਹਰ ਕਰ ਦੇਵੇਗਾ। ਮਿਟਹ ਕਲੇਸ਼ ਅਨੇਕ ਬਲਾਏ। ਤੇ ਅਨੇਕਾਂ ਤਰ੍ਹਾਂ ਦੇ ਕਲੇਸ਼ ਜਿਹੜੇ ਆ, ਕੋਈ ਬਲਾਵਾਂ ਚਿੰਬੜੀਆਂ ਹੋਈਆਂ ਜਿਹੜੀਆਂ
ਸਾੜ ਸਤੀ ਆਦਿਕ ਇਹ ਸਭ ਮਰ ਜਾਣਗੀਆਂ, ਨਾਸ਼ ਹੋ ਜਾਣਗੀਆਂ। ਸੁਨ ਉਮਰਾਓ ਕਹਿਤ ਹਮ ਜਾਨਾ। ਤੇ ਇੰਨੇ ਨੂੰ ਹੁਣ ਉਮਰਾਵ ਜਿਹੜੇ ਆ ਚੰਦੂ ਦੇ ਸਿਖਾਏ ਹੋਏ ਚੌਥਾ ਉਹ ਵੀ ਬੋਲਿਆ, ਬਾਦਸ਼ਾਹ ਦੇ ਕੋਲ ਹੀ ਕਹਿਣ ਲੱਗਿਆ ਨਜੂਮੀ ਨੂੰ, ਹਾਂ ਜੋਤਸ਼ੀ ਜੀ ਅਸੀਂ ਚੰਗੀ ਤਰ੍ਹਾਂ ਇਹ ਗੱਲ ਜਾਣਦੇ ਹਾਂ ਗੁਣ ਵਿਦਿਆ ਤੁਮ ਵਿਖੈ ਮਹਾਨਾ। ਵੀ ਜਿਹੜੀ ਜੋਤਿਸ਼ ਵਿਦਿਆ ਦਾ ਗੁਣ ਹੈ ਤੇਰੇ ਵਿੱਚ ਬੜਾ ਹੈ, ਤੂੰ ਜਿਹੜੀ ਗੱਲ ਕਰਦਾ ਬਿਲਕੁਲ ਸੱਚੀ ਹੁੰਦੀ ਆ, ਤੂੰ ਬਹੁਤ ਮਹਾਨ ਜੋਤਸ਼ੀ ਹੈ। ਅਜਮਤ ਜੋਤ ਮਤ ਸੰਤ ਸੁਭਾਏ। ਤੇ ਜਿਵੇਂ ਤੂੰ ਉਪਾਅ ਦੱਸਿਆ ਨਾ ਬਾਦਸ਼ਾਹ ਨੂੰ ਵੀ ਸਾੜ ਸਤੀ ਤੋਂ ਬਚਣ ਦਾ ਉਪਾਅ, ਗੁਰੂ ਹਰਗੋਬਿੰਦ ਸਾਹਿਬ ਚਲੀਸਾ ਕੱਟਣ ਗਵਾਲੀਅਰ ਵਿੱਚ ਤੇਰੇ ਨਾਮ ਦਾ, ਬਾਦਸ਼ਾਹ ਜੀ ਦੇ ਨਾਮ ਦਾ। ਤੇ ਨਜੂਮੀ ਇਹ ਮੈਨੂੰ ਚੰਗਾ ਲੱਗਿਆ ਸਾਨੂੰ ਵੀ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਵਿੱਚ ਅਜਮਤ ਵੀ ਸੁਣੀ ਦੀ ਆ, ਵੀ ਸ਼ਕਤੀ ਵਾਲੇ ਵੀ ਆ, ਤੇ ਵੈਸੇ ਵੀ ਉਹਨਾਂ ਦਾ ਮਤਾ ਸੰਤਾਂ ਮਹਾਂਪੁਰਖਾਂ ਵਾਲਾ ਹੈ, ਬੜੇ ਜਪੀ ਤਪੀ ਤੇ ਪ੍ਰਤਾਪੀ ਹਨ। ਜਾਪ ਕਰਨ ਸੋ ਦਇਓ ਬਤਾਏ। ਤੇ ਜੇ ਜਿਹੜੇ ਬਾਦਸ਼ਾਹ ਨੂੰ ਤੁਸੀਂ ਦੱਸ ਦਿੱਤਾ ਨਜੂਮੀ ਜੀ ਵੀ ਉਹ ਜਾਪ ਕਰਨ ਗੁਰੂ ਹਰਗੋਬਿੰਦ ਸਾਹਿਬ ਜੀ, ਇਹ ਤੁਸੀਂ ਬੜਾ ਵਧੀਆ ਕੀਤਾ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਤੋਂ ਵੱਡਾ ਜਪੀ ਤਪੀ ਹੋਰ ਕੋਈ ਸੰਸਾਰ ਤੇ ਨਹੀਂ ਹੈ। ਤਿਸ ਤੇ ਭਲੋ ਨਾ ਕਹਿਓ ਹੂ ਸ਼ਾਹੂ। ਕਿਉਂ ਹੋਏ ਸ਼ਾਹੂ? ਬਾਦਸ਼ਾਹ ਵਾਸਤੇ ਇਦੋਂ ਚੰਗਾ ਭਲਾ ਹੋਰ ਕੀ ਹੋ ਸਕਦਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਦਸ਼ਾਹ ਵਾਸਤੇ ਮਾਲਾ ਫੇਰਨ, ਬਸਹਿ ਕੰਤ ਦੁਰਗ ਕੇ ਮਾਹੂ। ਕੱਲੇ ਬਹਿ ਕੇ ਗਵਾਲੀਅਰ ਦੇ ਕਿਲੇ ਵਿੱਚ ਇਸ ਤਰ੍ਹਾਂ ਇਕੰਤ ਹੋ ਕੇ ਇੱਕ ਰਸ ਲਗਾਤਾਰ 40 ਦਿਨ ਇਕ ਚਿਤ ਸਿਮਰਹਿ ਨਾਮ ਖੁਦਾਏ। ਖੁਦਾ ਦਾ ਨਾਮ ਇੱਕ ਚਿੱਤ ਹੋ ਕਰਕੇ ਸਿਮਰਨ ਕਰਨ, ਜਿਹਨੂੰ ਚਲੀਸਾ ਆਖਦੇ ਆ। ਸਾਧ ਸਤੀ ਆਦਿਕ ਦੁਖ ਜਾਏ। ਤਾਂ ਕਿ ਬਾਦਸ਼ਾਹ ਸਾਹਿਬ ਜਿਹੜਾ ਹਜ਼ਰਤ ਜੀ ਦਾ ਸਾੜ ਸਤੀ ਦਾ ਦੁੱਖ ਨਾਸ਼ ਹੋ ਸਕੇ। ਏਵ ਉਤਾਰ ਚੜਾਓ ਸੁਨਾਏ। ਤੋ ਕਵੀ ਜੀ ਕਹਿੰਦੇ ਸਾਰੇ 4-5 ਪਾਪੀ ਰਲੇ ਹੋਏ ਆ ਚੰਦੂ ਦੇ ਸਿਖਾਏ ਹੋਏ ਬਾਦਸ਼ਾਹ ਦੇ ਇਰਦ ਗਿਰਦ, ਤੇ ਬਾਦਸ਼ਾਹ ਤੇ ਗੁਰੂ ਹਰਗੋਬਿੰਦ ਸਾਹਿਬ ਵਿੱਚ ਪਾੜ ਪਾਉਣ ਵਾਸਤੇ ਬਾਦਸ਼ਾਹ ਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਾ ਦਿੱਤੀਆਂ ਵੀ ਮਰ ਜਾਏਗਾ ਤੇ ਇਸ ਤਰ੍ਹਾਂ ਕਰ ਲਓ ਬਾਦਸ਼ਾਹ ਤੇ ਬਚ ਜਾਓਗੇ। ਬੜੀਆਂ ਉਤਰਾ ਚੜਾ ਦੀਆਂ ਗੱਲਾਂ ਸੁਣਾਈਆਂ ਹਨ। ਜਹਾਂਗੀਰ ਕੋ ਮਨ ਪਰਮਾਏ। ਇਹਨਾਂ 4-5 ਜਣਿਆਂ ਨੇ ਬਾਦਸ਼ਾਹ ਜਹਾਂਗੀਰ ਦਾ ਮਨ ਭਰਮਾ ਲਿਆ, ਬਾਦਸ਼ਾਹ ਨੂੰ ਐਨ ਡਰਾ ਡਰਾ ਕਰਕੇ ਤੇ ਉਹਦਾ ਮਨ ਜਿਹਾ ਭਰਮਾ ਦਿੱਤਾ ਹੈ। ਸਭ ਕੇ ਕਹੇ ਜਾਨ ਕਰ ਸਾਚੀ। ਇਹ ਬਾਦਸ਼ਾਹ ਵਿਚਾਰਾ ਡਰ ਗਿਆ, ਮੌਤ ਸਭ ਤੋਂ ਸਾਧ ਸੰਗਤ ਜੀ ਸਭ ਨੂੰ ਡਰ ਲੱਗਦਾ ਮੌਤ ਤੋਂ, ਤੇ ਡਰ ਕੇ ਬਾਦਸ਼ਾਹ ਜਹਾਂਗੀਰ ਨੇ ਇਹਨਾਂ ਦੀਆਂ ਸਾਰੀਆਂ ਗੱਲਾਂ ਸੱਚ ਮੰਨ ਲਈਆਂ ਨੇ ਵੀ ਵਾਕਈ ਸਾੜ ਸਤੀ ਆਏ ਹੋਏਗੀ। ਜੇ ਨਜੂਮੀ ਕਹਿੰਦਾ ਤੇ ਕਿਤੇ ਨਾ ਹੋਵੇ ਮੇਰੀ ਮੌਤ ਹੋ ਜਾਵੇ ਨਾ 7.5 ਵਰਿਆਂ ਵਿੱਚ। ਡਰਤ ਮਰਨ ਤੇ ਗਿਰਾ ਉਬਾਚੀ। ਤੇ ਵਿਚਾਰੇ ਬਾਦਸ਼ਾਹ ਨੇ ਨਾ ਡਰਦੇ ਹੋਏ ਨੇ ਮੁੱਖੋਂ ਇਸ ਤਰ੍ਹਾਂ ਬੋਲੀ ਹੈ, ਜਾਏ ਆਪ ਮੈਂ ਤਿੰਨ ਕੇ ਡੇਰੇ। ਵੀ ਕੋਈ ਨਹੀਂ, ਜਿਵੇਂ ਤੁਸੀਂ ਕਹਿੰਦੇ ਹੋ ਫਿਰ ਮੈਂ ਉਪਾਅ ਦੱਸਿਆ ਜਿਹੜਾ ਤੁਸੀਂ, ਤੇ ਅੱਜ ਮੈਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬੇਨਤੀ ਕਰਨ ਵਾਸਤੇ ਉਹਨਾਂ ਦੇ ਡੇਰੇ ਜਾਵਾਂਗਾ। ਕਹੋ ਬਿਨਾ ਜਤ ਬਾਕ ਅਗੇਰੇ। ਤੇ ਜਿਵੇਂ ਤੁਸੀਂ ਮੈਨੂੰ ਆਖੇ ਆ ਨਾ ਫਿਰ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਕਿਰਪਾ ਕਰਕੇ ਵੀ ਮੇਰੀ ਬੇਨਤੀ ਮੰਨ ਕੇ ਜਾਪ ਆਰੰਭ ਕਰ ਦਿਓ, ਚਲੀਸਾ ਕੱਟੋ ਮੇਰੇ ਕਰਕੇ ਆਪ ਜੀ। ਕਿਰਪਾ ਕਰਹਿ ਲੇਵਹਿ ਬਚਮਾਨ। ਤੇ ਜੇ ਗੁਰੂ ਹਰਗੋਬਿੰਦ ਸਾਹਿਬ ਜੀ ਕਿਰਪਾ ਕਰ ਦਿੱਤੀ ਤੇ ਮੇਰੀ ਬੇਨਤੀ ਮੰਨ ਲੈਣਗੇ, ਕਰਹਿ ਜਾਪ ਤੇ ਮਮ ਕਲਿਆਣ। ਜਾਪ ਆਰੰਭ ਕਰ ਦੇਣਗੇ ਗਵਾਲੀਅਰ ਵਿੱਚ ਕਿਲੇ ਵਿੱਚ ਬਹਿ ਕੇ, ਤੇ ਮੇਰੀ ਜਾਨ ਬਚ ਰਹੇਗੀ, ਸਾੜ ਸਤੀ ਤੋਂ ਮੁਕਤੀ ਮਿਲ ਜਾਵੇਗੀ। ਦੋਹਰਾ ਸੁਧ ਭੋਜਨ ਕੇ ਕਰਨ ਕੀ। ਤੋ ਕਵੀ ਜੀ ਕਹਿੰਦੇ ਹੁਣ ਖਾਣਾ ਪੀਣਾ ਬਾਦਸ਼ਾਹ ਨੇ ਕੀ ਵਿਚਾਰੇ ਨੇ ਸਭ ਸੁੱਧ ਹੀ ਨਹੀਂ ਰਹੀ ਵੀ ਖਾਣਾ ਪੀਣਾ ਕੀ। ਉਹ ਮੌਤ ਚੀਜ਼ ਹੀ ਇਹੋ ਜਿਹੀ ਹੈ ਜਦੋਂ ਪਤਾ ਲੱਗ ਜੇ ਲਾਗੇ ਆ ਗਈ ਹੈ ਫਿਰ ਸਾਰਾ ਕੁਝ ਹੀ ਭੁੱਲ ਜਾਂਦਾ ਹੈ। ਸਾਹੋ ਨਹੀਂ ਸੁਧ ਕੋਏ। ਬਾਦਸ਼ਾਹ ਨੂੰ ਕੋਈ ਖਬਰ ਨਹੀਂ, ਵਿਚਾਰੇ ਨੂੰ ਭੁੱਖ ਨਹੀਂ ਲੱਗੀ ਹੈ, ਅੱਜ ਕੋਈ ਪ੍ਰਸ਼ਾਦਾ ਆਦਿਕ ਨਹੀਂ ਮੰਗਿਆ ਖਾਣ ਵਾਸਤੇ, ਪਾਣੀ ਦੀ ਘੁੱਟ ਤੱਕ ਨਹੀਂ ਪੀਤੀ ਹੈ। ਦਾਸਨ ਕਹਿ ਬਹੁ ਬਾਰ ਤਬ। ਤੇ ਜਿਹੜੇ ਦਾਸ ਹੁੰਦੇ ਰਸੋਈਏ ਲਾਂਗਰੀ ਉਹ ਬਾਦਸ਼ਾਹ ਨੂੰ ਛਕਾਉਣ ਵਾਲੇ, ਉਹਨਾਂ ਬੜੀਆਂ ਬੇਨਤੀਆਂ ਜੀਆਂ ਕੀਤੀਆਂ, ਵਾਰ-ਵਾਰ ਬਾਦਸ਼ਾਹ ਨੂੰ ਕਹਿੰਦੇ ਬਾਦਸ਼ਾਹ ਸਲਾਮਤ ਕੁਝ ਨਾ ਕੁਝ ਛਕ ਲਓ, ਖਾ ਲਓ, ਤੁਸੀਂ ਖਾਧਾ ਕੁਝ ਨਹੀਂ ਹੈ। ਅਜਿਓ ਕੁਸ਼ਕ ਉਠ ਸੋਏ। ਵੀ ਕੋਈ ਗੱਲ ਨਹੀਂ, ਗੁਰੂ ਹਰਗੋਬਿੰਦ ਸਾਹਿਬ ਜੀ ਤੁਹਾਡਾ ਬੇਨਤਾ ਮੰਨ ਕੇ ਜ਼ਰੂਰ ਤੁਹਾਡਾ ਇਲਾਜ ਕਰ ਦੇਣਗੇ, ਹੱਲ ਕਰਨਗੇ ਮਸਲਾ, ਤੇ ਰੋਟੀ ਨਾ ਛੱਡੋ ਆਪ ਜੀ। ਕਹਿ ਖਵਾ ਕੇ ਤੇ ਬਾਦਸ਼ਾਹ ਨੂੰ ਖਵਾਇਆ, ਵਿਚਾਰੇ ਨੇ ਥੋੜਾ ਜਿਹਾ ਪ੍ਰਸ਼ਾਦਾ ਪਾਣੀ ਛਕਿਆ, ਮੌਤ ਦਾ ਇੰਨਾ ਭੈ ਹੈ। ਚੌਪਈ
ਚਾਰ ਪਾਂਚ ਮੁੰਡਨ ਕੇ ਪਤ ਕੀ। ਕੇ ਮਤ ਕੀ। ਤੋ ਕਵੀ ਜੀ ਕਹਿੰਦੇ 4-5 ਮੂਰਖ ਇਕੱਠੇ ਹੋਏ ਹੋਏ ਆ, ਇਹ ਚੰਦੂ ਤੇ 4 ਕੁ ਇਹਦੇ ਲਾਲਚੀ ਉਮਰਾਵ ਜਿਹੜੇ ਖਰੀਦੇ ਹੋਏ। ਇਹਨਾਂ 4-5 ਦੀ ਮੂਰਖ ਮਤ ਦੇ ਕਰਕੇ ਸੁਨ ਕਰ ਬਾਤ ਚਿੰਤ ਚਿਤ ਮਿੱਤਰ ਕੀ। ਮ੍ਰਿਤ ਕੀ ਵੀ ਮੌਤ ਵੇਖੋ ਕਿਹੋ ਜੀ ਚੀਜ਼ ਆ ਵੀ ਐਡਾ ਸਿਆਣਾ ਬਾਦਸ਼ਾਹ ਮੌਤ ਦੀ ਗੱਲ ਸੁਣ ਕੇ 4-5 ਮੂਰਖਾਂ ਤੋਂ ਤੇ ਉਹਨਾਂ ਦੇ ਮਗਰ ਲੱਗਿਆ ਹੋਇਆ ਹੈ ਤੇ ਬੜੀ ਚਿੰਤਾ ਵਿੱਚ ਫਸਿਆ ਹੈ। ਚੜ ਗਜ ਪਰ ਗਮਨਿਆ ਗੁਰ ਓਰੇ। ਹਾਥੀ ਤੇ ਚੜ੍ਹਿਆ ਅੰਮ੍ਰਿਤ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿੱਥੇ ਲਾਲ ਬਾਗ ਵਿੱਚ ਠਹਿਰੇ ਹੋਏ ਸਨਗੇ ਉਸ ਪਾਸੇ ਨੂੰ ਤੁਰਿਆ ਹੈ। ਬਰਜੇ ਰੱਖੇ ਸਾਥ ਨਰ ਤੇ ਥੋਰੇ। ਇਹਨਾਂ ਆਖਿਆ ਸੀ ਨਾ ਵੀ ਗੱਲ ਗੁਪਤੀ ਰੱਖਣੀ, ਬਾਦਸ਼ਾਹ ਦੱਸੀ ਨਾ ਕਿਸੇ ਨੂੰ। ਇਹਨੇ ਬਹੁਤੇ ਨਾਲ ਨਹੀਂ ਲਏ, 2-4 ਖਾਸ ਮਨੁੱਖ ਹੀ ਆਪਦੇ ਨਾਲ ਲਏ ਤੇ 2-4 ਕੁ ਬੰਦੇ ਲੈ ਕਰਕੇ ਬਾਦਸ਼ਾਹ ਤੁਰਿਆ ਕਿਲੇ ਵਿੱਚੋਂ। ਤੁਸੀਂ ਨਾ ਚਿੱਤ ਕੋ ਭਾਵਤ ਕੋਈ। ਤੇ ਮੂੰਹ ਲਮਕਿਆ ਹੋਇਆ ਇਹਦਾ ਵਿਚਾਰੇ ਬਾਦਸ਼ਾਹ ਦਾ ਮੌਤ ਦੀ ਗੱਲ ਸੁਣ ਕੇ, ਤੇ ਖੁਸ਼ੀ ਨਹੀਂ ਕੋਈ ਮਨ ਨੂੰ ਚੜ ਰਹੀ। ਅੱਗੇ ਤਾਂ ਚਾਈ ਮਹਾਰਾਜ ਦੇ ਦਰਸ਼ਨਾਂ ਨੂੰ ਜਾਂਦਾ ਹੈ ਨਾ, ਅੱਜ ਬਹੁਤ ਦੁਖੀ ਹੋਈ ਮਾਰੀ ਦਾ ਮਜਬੂਰੀ ਦਾ ਰੋਂਦਾ ਹੋਇਆ ਜਾ ਰਿਹਾ ਹੈ। ਤਿਹੀ ਸੰਦੇਹ ਵਿਖੈ ਵਿਪਰ ਹੋਈ। ਬ੍ਰਿਤ ਹੋਈ ਜਿਹੜੀ ਬਿਰਤੀ ਹੈ ਬਾਦਸ਼ਾਹ ਦੀ, ਉਹ ਇਸੇ ਸੰਸੇ ਵਿੱਚ ਫਸੀ ਹੋਈ ਵਿਚਾਰੇ ਦੀ ਵੀ ਖੌਰੇ ਮੈਨੂੰ ਕਦੋਂ ਮੌਤ ਆ ਜਾਣੀ ਹੈ। 67 ਦੇ ਦਿਨ ਸ਼ੁਰੂ ਹੋ ਗਏ ਹਨ। ਪਹੁੰਚਿਓ ਗੁਰ ਟਿਗ ਬੰਧਨ ਧਾਰੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਿੰਘਾਸਣ ਤੇ ਸਜੇ ਹੋਏ ਸੀ। ਬਾਦਸ਼ਾਹ ਪਹੁੰਚਿਆ, ਹਾਥੀ ਤੋਂ ਉਤਰਿਆ ਤੇ ਗਰੀਬ ਨਵਾਜ ਮਹਾਰਾਜ ਦੇ ਦਰਸ਼ਨ ਕੀਤੇ, ਚਰਨਾਂ ਤੇ ਮੱਥਾ ਟੇਕਿਆ ਹੈ। ਅਰਪੀ ਚਾਰ ਅਕੋਰ ਅਗਾਰੀ। ਬੇਅੰਤ ਸੁੰਦਰ ਭੇਟਾਵਾਂ ਮਹਾਰਾਜ ਦੇ ਦਰਸ਼ਨਾਂ ਵਾਸਤੇ ਦਰਸ਼ਨਾਂ ਦੀ ਭੇਟਾ ਚਰਨੀ ਅਰਪ ਦਿੱਤੀ ਹੈ। ਮੌਨ ਠਾਨ ਕਰ ਬਦਨ ਮਲੀਨਾ। ਤੇ ਬੋਲਿਆ ਵਿਚਾਰਾ ਕੁਝ ਨਾ, ਤੇ ਢਿੱਲਾ ਜਿਹਾ ਮੂੰਹ ਕਰਕੇ, ਮੈਲਾ ਜਿਹਾ ਮੁੱਖ ਕਰਕੇ, ਜਿਹੜਾ ਗਿਚੀ ਜੀ ਆ ਧੌਣ ਕਵੀ ਜੀ ਕਹਿੰਦੇ ਹੇਠਾਂ ਕਰਕੇ ਨਾ ਚੁੱਪ ਕਰਕੇ ਮਹਾਰਾਜ ਦੇ ਚਰਨਾਂ ਵਿੱਚ ਬੈਠਾ ਹੋਇਆ ਹੈ। ਬੈਠਿਓ ਸਾਹ ਨਿਕਟ ਮਨ ਦੀਨਾ। ਮਹਾਰਾਜ ਦੇ ਚਰਨਾਂ 'ਚ ਬੈਠਾ ਤੇ ਮਨ ਬਹੁਤ ਦੁਖੀ ਹੋ ਰਿਹਾ ਹੈ। ਚਿਹਰੇ ਤੋਂ ਸਾਫ਼ ਪਤਾ ਲੱਗਦਾ ਵੀ ਬਾਦਸ਼ਾਹ ਬੜਾ ਦੁਖੀ ਹੈ। ਸਤਿਗੁਰ ਚਤਰ ਪਰਖ ਮੁਰਝਾਓ। ਤੇ ਸੱਚੇ ਪਾਤਸ਼ਾਹ ਜੀ ਹੁਣ ਸਿਆਣੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਵੇਂ ਜਾਣਨ ਵਾਲੇ ਆ, ਤੇ ਸੱਚੇ ਪਾਤਸ਼ਾਹ ਦੀਆਂ ਸੁਭਾਅ ਪਰਖ ਲਿਆ ਵੀ ਇਹ ਕਿਵੇਂ ਬਾਦਸ਼ਾਹ ਜਿਹੜਾ ਮੂੰਹ ਜਾ ਲਮਕਾ ਕੇ ਬੈਠਾ ਹੈ। ਹਿਤ ਬੂਝਨ ਕੇ ਬਾਕ ਅਲਾਇਓ। ਤੇ ਮਹਾਰਾਜ ਮੁਸਕਰਾ ਕੇ ਹੱਸ ਕੇ ਬਾਦਸ਼ਾਹ ਨੂੰ ਪੁੱਛਣ ਲੱਗ ਪਏ ਐ। ਹਜਰਤ ਕਹੋ ਕਵਨ ਹੈ ਕਾਰਨ। ਮਹਾਰਾਜ ਕਹਿੰਦੇ ਬਾਦਸ਼ਾਹ ਕੀ ਗੱਲ ਹੋ ਗਈ ਅੱਜ ਕਿਸ ਤਰ੍ਹਾਂ ਜਿਹੜਾ ਮੂੰਹ ਜਾ ਸਿੱਟਿਆ ਹੋਇਆ ਸਿਰ ਨਹੀਂ ਉੱਪਰ ਚੁੱਕਦੇ ਹੋ। ਜਿਸ ਤੇ ਏਵ ਦਸ਼ਾ ਕੀ ਧਾਰਨ। ਵੀ ਇਹੋ ਜਿਹਾ ਕਿਹੜਾ ਕਾਰਨਾਮਾ ਹੋ ਗਿਆ, ਕਿਹੋ ਜਿਹੀ ਆਪਹੁਦਰੀ ਹੋ ਗਈ ਹੈ, ਘਟਨਾ ਵਾਪਰ ਗਈ ਹੈ ਜਿਸ ਕਰਕੇ ਸਿਰ ਹੀ ਨਹੀਂ ਤਾਂ ਚੁੱਕਦੇ ਅੱਜ ਤੁਸੀਂ। ਤੇ ਕਿਵੇਂ ਤੁਹਾਡੀ ਜਿਹੜੀ ਮਸੂਸਿਆਂ ਜਿਹਾਂ ਵਾਲੀ ਨਿਮਾਣਿਆਂ ਜਿਹਾਂ ਵਾਲੀ ਹਾਲਤ ਬਣੀ, ਤੂੰ ਭਾਰਤ ਵਰਸ਼ ਦਾ ਰਾਜਾ ਹੋ ਕੇ ਤੇ ਕਿਵੇਂ ਸਿਰ ਜਾ ਸੁੱਟ ਕੇ ਬੈਠਾ ਹੈ। ਬਦਨ ਪ੍ਰਕਾਸ਼ਤ ਨਹੀਂ ਤੁਮਾਰਾ। ਅੱਗੇ ਜਿਵੇਂ ਚਿਹਰੇ ਦਾ ਪ੍ਰਤਾਪ ਹੁੰਦਾ ਤੇਰੇ ਦਾ, ਅੱਜ ਚਿਹਰੇ ਦਾ ਪ੍ਰਤਾਪ ਨਹੀਂ, ਉਸੇ ਤਰ੍ਹਾਂ ਬੜਾ ਬੁਝਿਆ ਹੋਇਆ ਸੁਆਹ ਰੰਗਾ ਚਿਹਰਾ ਹੋਇਆ ਹੈ। ਮਨਹੁ ਜਪ ਮਹਿ ਮਨ ਕੋ ਹਾਰਾ। ਐ ਹੋ ਗਿਆ ਤੇਰਾ ਹਾਲ ਤਾਂ ਬਾਦਸ਼ਾਹ ਵੀ ਜਿਵੇਂ ਕਿਸੇ ਨੇ ਜੂਏ ਵਿੱਚ ਸਾਰਾ ਕੁਝ ਹੀ ਹਾਰ ਦਿੱਤਾ ਹੁੰਦਾ। ਐ ਮਨ ਜਾ ਢਾ ਕੇ ਬੈਠਾ ਹੈ ਜਿਵੇਂ ਕੋਈ ਜੁਆਰੀ ਜੂਆ ਹਾਰ ਜਾਂਦਾ ਹੈ। ਨਹੀਂ ਬਲੋਚਨ ਬਿਸਕਤ ਵਾਛੇ। ਬਿਕਸਤ ਤੇਰੀਆਂ ਅੱਖਾਂ ਹੀ ਨਹੀਂ ਖੁੱਲਦੀਆਂ ਅੱਜ। ਮਹਾਰਾਜ ਕਹਿੰਦੇ ਬਾਦਸ਼ਾਹ ਕੀ ਕਾਰਨ ਹੈ, ਅੱਜ ਤਾਂ ਨੇਤਰ ਤੱਕ ਨਹੀਂ ਉਗੜ ਰਹੇ ਤੇਰੇ, ਚਿਹਰਾ ਤੇਰਾ ਐਨ ਪੀਲਾ ਕਾਲਾ ਹੋ ਰਿਹਾ ਹੈ, ਕੋਈ ਚੁਸਤੀ ਕੋਈ ਫੁਰਤੀ ਨਹੀਂ, ਚਿਹਰੇ ਤੇ ਹਾਸਾ ਨਹੀਂ, ਰੌਣਕ ਨਹੀਂ, ਬਹੁਤ ਦੁਖੀ ਲੱਗ ਰਿਹਾ ਹੈ। ਨਹ ਪੂਰਬ ਸਮ ਬੋਲਨ ਬਾਛੇ। ਤੇ ਨਾ ਹੀ ਤੂੰ ਉਵੇਂ ਦੀ ਇੱਛਾ ਰੱਖਦਾ ਜਿਵੇਂ ਪਹਿਲਾਂ ਸਾਡੇ ਪਾਸ ਰੋਜ਼ ਆਉਣਾ ਹੈ ਤੇ ਬੜੇ ਖੁਸ਼ ਬਚਨ ਕਰਦਾ ਹੈ, ਬੜਾ ਬੇਅੰਤ ਆਨੰਦ ਦੇ ਨਾਲ ਬਾਤਾਂ ਪਾਉਂਦਾ ਹੈ। ਅੱਜ ਵੈਸੀ ਵੀ ਹਾਲਤ ਨਹੀਂ ਹੈ। ਕੋ ਅਸ ਕਾਜ ਵਿਗਾਰਿਓ ਕਾਹੂ। ਹੇ ਰਾਜਨ, ਕਿਸੇ ਨੇ ਕੀ ਇਹੋ ਜਿਹਾ ਤੇਰਾ ਕੰਮ ਵਿਗਾੜ ਦਿੱਤਾ ਜੋ ਤੇਰੀ ਐਸੀ ਹਾਲਤ ਹੋ ਰਹੀ ਹੈ। ਜਿਸ ਤੇ ਖੁਸ਼ੀ ਨਹੀਂ ਮਨ ਮਾਹੂ। ਇਹੋ ਜਿਹਾ ਕੀ ਵਾਪਰ ਗਿਆ ਜਿਸ ਕਰਕੇ ਤੇਰੇ ਮਨ ਵਿੱਚ ਰੱਤੀ ਮਾਤਰ ਵੀ ਖੁਸ਼ੀ ਨਹੀਂ। ਕਹਿਓ ਸ਼ਾਹ ਕਹਾ ਕਹੋ ਸੁਨਾਈ। ਬਾਦਸ਼ਾਹ ਹੱਥ ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਹਿੰਦਾ, ਹੇ ਗਰੀਬ ਨਵਾਜ, ਕੀ ਦੱਸਾਂ ਪਾਤਸ਼ਾਹ ਤੁਹਾਨੂੰ, ਕਿਵੇਂ ਮੈਂ ਹੁਣ ਸਾਰੀ ਗੱਲ ਜਣਾਵਾਂ ਜੀ। ਅਸਮੰਜਸ ਗਤ ਕਹੀ ਨਾ ਜਾਈ। ਅਸਮੰਜਸ ਹੋ ਗਈ ਗੱਲ, ਵੀ ਅਣਬਣੀ ਗੱਲ ਹੈ ਮਹਾਰਾਜ, ਹੁਣ ਮੇਥੋਂ
ਕਹਿ ਕੇ ਸੁਣਾਈ ਨਹੀਂ ਜਾਂਦੀ, ਸਮਝ ਨਹੀਂ ਆਉਂਦੀ ਵੀ ਬਾਤ ਤੁਹਾਨੂੰ ਸੁਣਾਉਣ ਵਾਸਤੇ ਮੈਂ ਕਿੱਥੋਂ ਸ਼ੁਰੂ ਕਰਾਂ ਕਿੱਥੋਂ ਖਤਮ ਕਰਾਂ। ਤੋ ਅਵਛਯ ਬਨੀ ਅਬ ਮਾਨ। ਆਨ ਵੀ ਪਰ ਹੁਣ ਮੇਰੇ ਕੋਲ ਚਾਰਾ ਨਹੀਂ ਕੋਈ, ਜਿਹੜਾ ਮੁਸੀਬਤ ਮੈਨੂੰ ਪਈ ਆ ਉਹਦਾ ਇਲਾਜ ਵੀ ਤੁਹਾਡੇ ਕੋਲ ਹੀ ਹੈ, ਇਸ ਕਰਕੇ ਤੁਹਾਨੂੰ ਦੱਸੇ ਬਿਨਾ ਮੇਰਾ ਛੁਟਕਾਰਾ ਨਹੀਂ, ਇਸ ਲਈ ਕੋਈ ਹੋਰ ਰਾਹ ਨਹੀਂ ਮਹਾਰਾਜ, ਮੈਨੂੰ ਗੱਲ ਤੁਹਾਨੂੰ ਦੱਸਣੀ ਬਣਦੀ ਹੈ। ਸੁਨਹੁ ਪੀਰ ਕੀ ਕਰੋ ਬਖਾਨ। ਸੁਣੋ ਹੈ ਪੀਰ ਜੀ, ਗੁਰੂ ਹਰਗੋਬਿੰਦ ਸਾਹਿਬ ਪੀਰਾਂ ਦੇ ਪੀਰ ਮੀਰਾਂ ਦੇ ਮੀਰ ਸੱਚੇ ਪਾਤਸ਼ਾਹ ਜੇ ਪੁੱਛਦੇ ਹੋ ਨਾ ਮੇਰੇ ਦੁੱਖ ਦਾ ਕਾਰਨ ਕੀ ਹੈ, ਲਓ ਧਿਆਨ ਦੇ ਕੇ ਸੁਣਨਾ, ਕਰੋ ਮੇਰੀ ਗਰੀਬ ਦੀ ਬੇਨਤੀ। ਸਾਧ ਸਤੀ ਮੋਰੇ ਪਰ ਆਈ। ਜੋਤਿਸ਼ ਮਤ ਅਨੁਸਾਰ ਕੋਈ 67 ਰੋਗ ਦੱਸਦੇ ਜਿਹੜਾ 7.5 ਸਾਲਾਂ ਦੇ ਵਿੱਚ ਮਨੁੱਖ ਚੜ੍ਹਾਈ ਕਰ ਜਾਂਦਾ ਦੁਖੀ ਹੋ ਕੇ, ਤੇ ਮੈਨੂੰ ਨਜੂਮੀ ਨੇ ਦੱਸਿਆ ਵੀ ਮੇਰੇ ਉੱਪਰ ਅੱਜ ਜਾਂ ਕੱਲ੍ਹ ਤੋਂ 67 ਦਾ ਜਿਹੜਾ ਭੈੜਾ ਸਮਾਂ ਉਹ ਚੜ ਆਇਆ ਹੈ, ਅਪਰ ਨਹੀਂ ਕੁਛ ਹੋਤ ਉਪਾਈ। ਤੇ ਮੇਰੇ ਕੋਲ ਹੁਣ ਮੌਤ ਮੇਰੀ ਲਾਗੇ ਆ ਗਈ ਤੇ ਕੋਈ ਮੇਰੇ ਕੋਲ ਉਪਾਅ ਨਹੀਂ ਜਿਹਦੇ ਨਾਲ ਮੈਂ ਬਚ ਸਕਾਂ। ਏਕ ਯਤਨ ਸੋ ਹਾਥ ਤੁਮਾਰੇ। ਤੇ ਮੈਨੂੰ ਜਿਵੇਂ ਪਤਾ ਲੱਗਿਆ ਇੱਕੋ ਇੱਕ ਯਤਨ ਹੈ ਮੇਰੇ ਬਚਣ ਦਾ, ਜਿਉਂਦੇ ਰਹਿਣ ਦਾ ਇੱਕ ਹੀ ਹੱਲ ਹੈ, ਉਹ ਤੁਹਾਡੇ ਹੱਥ ਵਿੱਚ ਹੈ ਪਾਤਸ਼ਾਹ ਜੀ। ਜਿਸ ਤੇ ਉਪਜਹ ਖੈਰ ਹਮਾਰੇ। ਉਹ ਇਹੋ ਜਿਹਾ ਹੱਲ ਹੈ ਜਿਹਦੇ ਨਾਲ ਮੇਰੀ ਖੈਰ ਹੋ ਸਕਦੀ ਹੈ, ਤੇ ਮਹਾਰਾਜ ਇਸ ਮੇਰੇ ਨਿਮਾਣੇ ਦਾ ਦੁਖੀ ਦਾ ਇਲਾਜ ਜਿਹੜਾ ਹੈ ਉਹ ਤੁਹਾਡੇ ਹੱਥ ਵਿੱਚ ਹੈ ਸੱਚੇ ਪਾਤਸ਼ਾਹ। ਹੋਰ ਮੇਰੀ ਜਾਨ ਬਚਾਉਣ ਦਾ ਕਿਸੇ ਕੋਲ ਕੋਈ ਦਵਾਈ ਦਾਰੂ ਨਹੀਂ ਹੈ। ਦੁਰਗ ਗਵਾਰੀ ਲੈ ਮਹਿ ਥਿਰ ਹੈ। ਤੋ ਸੱਚੇ ਪਾਤਸ਼ਾਹ ਮਹਾਰਾਜ ਜੀ, ਦੁਰਗ ਇਹਦੀ ਤਾਰ ਹੀ ਲੈ ਜਾਂਦੀ ਚੰਗਾ ਥੱਲੇ, ਦੁਰਗ ਗਵਾਲੀਅਰ ਮੈਂ ਥਿਰ ਹੋਇਆ ਕਹਿ, ਉਹ ਮੇਰੀ ਅਰਦਾਸ ਇਹ ਹੈ ਪਾਤਸ਼ਾਹ ਜੀ ਵੀ ਜਿਹੜਾ ਗਵਾਲੀਅਰ ਦਾ ਕਿਲ੍ਹਾ ਹੈ ਆਪ ਕਿਰਪਾ ਕਰੋ ਮੇਰੀ ਜਾਨ ਬਚ ਰਹੇਗੀ, ਜੇ ਕਿਤੇ ਆਪ ਗਵਾਲੀਅਰ ਦੇ ਕਿਲ੍ਹੇ ਵਿੱਚ ਐਨ ਸ਼ਾਂਤੀ ਸਹਿਤ ਇੱਕ ਰਸ ਇਕੰਤ ਕੱਲੇ ਬਹਿ ਕਰਕੇ ਜੀ ਸਿਮਰਹੁ ਅੱਲਾਹ ਮਾਲ ਕਰ ਲੈ ਕੇ। ਹੱਥ ਵਿੱਚ ਮਾਲਾ ਫੜ ਕੇ ਜੇ ਕਿਤੇ ਪਾਤਸ਼ਾਹ ਮਹਾਰਾਜ ਜੀ ਤੁਸੀਂ ਸਿਮਰਨ ਕਰੋ ਨਾ ਪਰਮੇਸ਼ਰ ਦਾ, ਅੱਲਾ ਦਾ, ਚਲੀਸਾ ਕੱਟ ਲਓ ਤੇ ਮੇਰੀ ਜਾਨ ਬਚ ਸਕਦੀ ਹੈ। ਇੱਕ ਚਾਲੀਸਾ ਜੇ ਤੁਮ ਕਰੋ। ਮਹਾਰਾਜ 40 ਦਿਨਾਂ ਦਾ ਜੇ ਕਿਤੇ ਨਾਮ ਸਿਮਰਨ ਬੰਦਗੀ ਕਰਦਿਆਂ ਮਾਲਾ ਫੜ ਕੇ ਆਪ ਜੀ ਇੱਕ ਚਲੀਸਾ ਕੱਟ ਦਿਓ ਮੇਰੇ ਨਾਮ ਦਾ। ਸਾਧ ਸਤੀ ਕੋ ਬਲ ਪਰ ਹਰੋ। ਤੇ ਮੈਨੂੰ ਨਜੂਮੀ ਕਹਿੰਦਾ ਵੀ ਤੇਰਾ ਬਲ ਜਿਹੜਾ ਉਹ 67 ਤੇਰੇ ਉੱਪਰ ਭਾਰੂ ਪੈ ਰਹੀ ਹੈ ਨਾ, ਉਹਦੇ ਤੋਂ ਤੇਰੀ ਜਾਨ ਬਚ ਰਹੇਗੀ। 67 ਦਾ ਜਿਹੜਾ ਬਲ ਹੈ ਉਹ ਘਟ ਜਾਵੇਗਾ ਜੇ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿੱਚ ਬਹਿ ਕੇ ਤੇ 1.25 ਮਹੀਨਾ ਚਲੀਸਾ ਕੱਟ ਦੇਵਣ। ਖੈਰ ਹੋਏ ਸਭ ਰੀਤ ਹਮਾਰੇ। ਤੇ ਮਹਾਰਾਜ ਮੇਰੀ ਖੈਰ ਰਹਿ ਜਾਵੇਗੀ, ਮੇਰੀ ਸੁਖ ਰਹਿ ਆਵੇਗੀ, ਮੇਰੀ ਜਾਨ ਬਚ ਰਹੇਗੀ। ਹੋਏ ਬਰਨੀ ਜਬ ਏਵ ਤੁਮਾਰੇ। ਤੇ ਮਹਾਰਾਜ ਜਦੋਂ ਤੁਹਾਡੇ ਹੱਥ ਵਿੱਚ ਮਾਲਾ ਆ ਗਈ ਨਾ ਤੇ ਮੇਰੇ ਨਾਮ ਦਾ ਜਾਪ ਆਪ ਜੀ ਜਿਵੇਂ ਅੱਲਾ ਦਾ ਜਾਪ ਮੇਰੇ ਕਰਕੇ ਆਰੰਭ ਕਰ ਦਿੱਤਾ ਤੇ ਚਲੀਸਾ ਕੱਟਣ ਕਰਕੇ ਮਹਾਰਾਜ ਮੇਰੀ ਨਿਮਾਣੇ ਦੀ ਜਾਨ ਬਚ ਰਹੇਗੀ। ਪਾਤਸ਼ਾਹ ਇਹ ਬੇਨਤੀ ਲੈ ਕੇ ਮੈਂ ਤੁਹਾਡੇ ਦਰ ਤੇ ਆਇਆ, ਝੋਲੀ ਅੱਡਦਾ, ਕਿਰਪਾ ਕਰਕੇ ਮਹਾਰਾਜ ਤੁਹਾਡਾ ਬਿਰਧ ਹੈ ਵੀ ਜੋ ਤੁਹਾਡੇ ਘਰ ਆਉਂਦਾ ਉਹਦੀ ਲਾਜ ਰੱਖਦੇ ਹੋ। ਮਹਾਰਾਜ ਮੇਰੀ ਨਿਮਾਣੇ ਦੀ ਆਪ ਲਾਜ ਰੱਖੋ, ਮੇਰੇ ਪਾਸ ਹੋਰ ਕੋਈ ਚਾਰਾ ਨਹੀਂ ਹੈ। ਸ਼੍ਰੀ ਸਤਿਗੁਰ ਸੁਨ ਸਭ ਲਖ ਪਾਈ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਬਾਦਸ਼ਾਹ ਦੇ ਤਰਲੇ ਸੁਣੇ ਤੇ ਮਹਾਰਾਜ ਸਭ ਕੁਝ ਜਾਣ ਗਏ। ਗਰੀਬ ਨਵਾਜ਼ ਪਤਾ ਹੀ ਹੈ ਚੰਦੂ ਕਿਹੋ ਜਿਹੀ ਬਲਾ ਹੈ। ਸੱਚੇ ਪਾਤਸ਼ਾਹ ਮਹਾਰਾਜ ਬਾਦਸ਼ਾਹ ਦੀਆਂ ਗੱਲਾਂ ਤੋਂ ਸਾਰਾ ਅੰਦਾਜ਼ਾ ਲਾ ਗਏ, ਜਾਣ ਗਏ ਹਨ। ਜਥਾ ਦੁਸਤ ਮਿਲ ਕੀਨ ਖਟਾਈ। ਮਹਾਰਾਜ ਜਾਣ ਗਏ ਵੀ ਇਹ ਬਾਦਸ਼ਾਹ ਵੀ ਕਠਪੁਤਲੀ ਬਣ ਗਿਆ ਚੰਦੂ ਦੇ ਹੱਥ ਦੀ, ਤੇ ਗਰੀਬ ਨਵਾਜ਼ ਜਾਣ ਗਏ ਵੀ ਜਿੰਨਾ ਕੁਝ ਕਰ ਰਿਹਾ ਨਾ ਸਾਰੇ ਦੇ ਮਗਰ ਚੰਦੂ ਦਾ ਦਿਮਾਗ ਕੰਮ ਕਰਦਾ ਪਿਆ। ਚੰਦੂ ਹੀ ਸਾਰੇ ਪੈਂਤਰੇ ਸਾਰੀਆਂ ਚਾਲਾਂ ਜਾਲ ਵਿਛਾ ਰਹੇ ਹੈ। ਚੰਦੂ ਦੇ ਸਾਰਿਆਂ ਦੁਸ਼ਟਾਂ ਨੇ, ਚੰਦੂ ਤੋਂ ਆਦਿਕ 5-7 ਨੇ, ਸਾਰਿਆਂ ਰਲ ਕਰਕੇ ਇਹ ਸਾਰੀ ਖੇਡ ਬਣਾਈ ਹੈ ਤੇ ਬਾਦਸ਼ਾਹ ਨੂੰ ਸਾਡੇ ਉਲਟ ਕਰਨ ਵਾਸਤੇ ਸਾਰਾ ਕੁਝ ਕਰ ਰਹੇ ਹਨ। ਅਬ ਜੇ ਕਰਹ ਹਟਾਵਨ ਸਾਹੂ। ਤੇ ਮਹਾਰਾਜ ਮਨ 'ਚ ਵਿਚਾਰਦੇ ਵੀ ਚਲੋ ਹੁਣ ਜੇ ਚੰਦੂ ਨੇ ਚਾਲ ਚੱਲ ਹੀ ਦਿੱਤੀ ਤੇ ਉਹਦਾ ਜਵਾਬ ਵੀ ਜੈਸੇ ਕੋ ਤੈਸਾ ਉਵੇਂ ਹੀ ਦੇਣਾ ਚਾਹੀਦਾ ਵੀ ਜੇ ਅਸੀਂ ਹੁਣ ਬਾਦਸ਼ਾਹ ਨੂੰ ਜਵਾਬ ਦੇ ਦਿੱਤਾ ਵੀ ਅਸੀਂ ਨਹੀਂ ਚਲੀਸਾ ਕੱਟਾਂਗੇ ਜਾਂ ਕਹਿ ਦਿੱਤਾ ਵੀ ਬਾਦਸ਼ਾਹ ਤਾਂ ਸਭ ਕੁਝ ਝੂਠ ਹੈ, ਤੈਨੂੰ ਭਰਮਾਉਂਦੇ ਆ, ਜੇ ਅਸੀਂ ਬਾਦਸ਼ਾਹ ਦਾ ਬਚਨ ਨਾ ਮੰਨਿਆ ਮਲਨ ਹੋਏ ਸੰਸਾ ਮਨ ਮਾਹੂ। ਤੇ ਬਾਦਸ਼ਾਹ ਇੱਕ ਤਾਂ ਉਦਾਸ ਹੋ ਜਾਵੇਗਾ ਤੇ ਇਹਦੇ ਮਨ 'ਚ ਸੰਸਾ ਪੈ ਜਾਣਾ ਵੀ ਖੌਰੇ ਗੁਰੂ ਹਰਗੋਬਿੰਦ ਸਾਹਿਬ ਜੀ ਸਾਡੇ ਨਾਲ ਵੈਰ ਚਾਹੁੰਦੇ ਆ, ਜੰਗ ਕਰਨਾ ਚਾਹੁੰਦੇ ਆ,
ਤੇ ਸਾਡੇ ਆਖੇ ਨਹੀਂ, ਸਾਡਾ ਬਚਨ ਨਹੀਂ ਮੰਨਿਆ, ਅਸੀਂ ਇੰਨਾ ਸਤਿਕਾਰ ਪ੍ਰੇਮ ਕੀਤਾ ਤੇ ਸਾਡਾ ਇੱਕ ਬਚਨ ਬੇਨਤੀ ਨਹੀਂ ਮੰਨੀ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਸਾਨੂੰ ਮਰਿਆ ਵੇਖਣਾ ਚਾਹੁੰਦੇ ਆ। ਤੋ ਮਹਾਰਾਜ ਨੇ ਵਿਚਾਰਿਆ ਵੀ ਬਾਦਸ਼ਾਹ ਵਿਚਾਰਾ ਇਹਦੇ ਮਨ ਵਿੱਚ ਨਾ ਭੁਲੇਖਾ ਪੈ ਜਾਣਾ ਹੈ, ਇਹ ਸੰਸ਼ੇ ਵਿੱਚ ਫਸ ਜਾਵੇਗਾ। ਜੇ ਨਹ ਜਾਏ ਕੁਟਲ ਮਿਲ ਕਹਾਂ। ਜੇ ਅਸੀਂ ਨਾ ਗਏ ਨਾ ਗੀਰ ਦੇ ਆਖੇ ਲੱਗ ਕੇ ਹੁਣ ਗਵਾਲੀਅਰ ਕਿਲੇ ਵਿੱਚ, ਤੇ ਚੰਦੂ ਦਾ ਜਿੰਨਾ ਲੁੰਗਲਾਣਾ ਇਕੱਠਾ ਹੋਇਆ, ਸਾਰੇ ਮਿਲ ਕੇ ਇਸ ਤਰ੍ਹਾਂ ਬਾਦਸ਼ਾਹ ਨੂੰ ਆਖਣਗੇ ਹਮ ਸੋ ਬਿਗਦਾ ਭੇਦ ਨਾ ਲਹੈ। ਬਿਗੜ ਵੀ ਆਖਣਗੇ ਵੀ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਤਾਂ ਤੇਰੇ ਨਾਲ ਵਿਗੜੇ ਹੋਏ ਆ, ਉੱਤੋਂ ਤੋਂ ਹੀ ਮਿੱਠੇ ਹੋਏ ਆ, ਅਸਲ ਵਿੱਚ ਜੰਗ ਹੀ ਚਾਹੁੰਦੇ ਆ। ਤੁਹਾਡੇ ਵੇਖੋ ਇੱਕ ਬਚਨ ਵੀ ਨਹੀਂ ਮੰਨਿਆ ਗੁਰੂ ਹਰਗੋਬਿੰਦ ਸਾਹਿਬ ਨੇ, ਤੇ ਬਾਦਸ਼ਾਹ ਨੂੰ ਪਤਾ ਨਹੀਂ ਲੱਗਣਾ ਹੈ, ਜਹਾਂਗੀਰ ਨੂੰ ਇਹ ਮੂਰਖ ਉਹਨਾਂ ਦੇ ਪਿੱਛੇ ਲੱਗਾ ਹੋਇਆ। ਇਹਦੇ ਨਾਲ ਦੇ ਜਿੰਨੇ ਅਮੀਰ ਵਜ਼ੀਰ ਸਾਰੇ ਚੰਦੂ ਨੇ ਮਾਇਆ ਦੇ ਕੇ ਵਸ ਵਿੱਚ ਕੀਤੇ ਹੋਏ ਆ, ਤੇ ਬਾਦਸ਼ਾਹ ਬਿਨਾਂ ਗੱਲੋਂ ਸਾਡੇ ਨਾਲ ਜਿਹੜਾ ਯੁੱਧ ਕਰ ਪਵੇਗਾ ਤੇ ਬਹੁਤ ਨੁਕਸਾਨ ਇਹਦਾ ਵੀ ਹੋਵੇਗਾ, ਸਾਡਾ ਵੀ, ਤੇ ਚੰਦੂ ਦਾ ਵਿੱਚੋਂ ਕੰਮ ਬਣ ਜਾਣਾ ਹੈ। ਤੋ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਨੇ ਇਹ ਵਿਚਾਰਿਆ ਵੀ ਇਹਨੂੰ ਕੋਈ ਭੇਦ ਨਹੀਂ ਪਤਾ ਲੱਗਣਾ ਬਾਦਸ਼ਾਹ ਨੂੰ, ਸੱਚ ਕੀ ਹੈ ਝੂਠ ਕੀ ਹੈ, ਤੇ ਚੰਦੂ ਨੇ ਜਿਹੜਾ ਕੰਮ ਕਰਨਾ ਹੈ ਆਪਦਾ ਉਹ ਵਿੱਚੇ ਕਰ ਜਾਣਾ ਹੈ। ਇਸ ਕਰਕੇ ਚੰਦੂ ਨੂੰ ਸਬਕ ਸਿਖਾਉਣ ਵਾਸਤੇ ਮਹਾਰਾਜ ਨੇ ਇਉਂ ਵਿਚਾਰ ਕੇ ਬੋਲਿਆ ਹੈ। ਔਰ ਵਿਚਾਰ ਗੁਰ ਕਹਿਓ ਬਨਾਈ। ਬਣਾ ਸਵਾਰ ਕੇ ਸੱਚੇ ਪਾਤਸ਼ਾਹ ਜੀ ਨੇ ਵਿਉਂਤ ਮਨ ਵਿੱਚ ਨਾਲ ਹੀ ਬਾਦਸ਼ਾਹ ਨੂੰ ਜਵਾਬ ਦੇ ਦਿੱਤਾ ਹੈ। ਤੋ ਪਰ ਸਾਡ ਸਤੀ ਨਹਿ ਆਈ। ਮਹਾਰਾਜ ਹੱਸ ਕੇ ਕਹਿੰਦੇ ਬਾਦਸ਼ਾਹ, ਗੱਲ ਅਸਲ ਵਿੱਚ ਇਹ ਹੈ, ਹੱਸ ਕੇ ਗਰੀਬ ਨਵਾਜ ਕਹਿੰਦੇ ਵੀ ਬਾਦਸ਼ਾਹ ਤੇਰੇ ਤੇ ਸਾੜ ਸਤੀ ਦਾ ਵੈਸੇ ਕੋਈ ਆਈ ਨਹੀਂ ਹੈ, ਨਹੀਂ ਕਸ਼ਟ ਕੁਛ ਆਵਹ ਨੇਰੇ। ਤੇ ਕੋਈ ਕਸ਼ਟ ਨਹੀਂ ਤੇਰੇ ਤੇ ਆਉਣ ਵਾਲਾ, ਐਵੇਂ ਸਭ ਫੋਕਟ ਹੈ, ਕੋਈ ਤੇਰੇ ਤੇ ਸਾੜ ਸਤੀ ਨਹੀਂ ਆਈ, ਤੇ ਨਾ ਹੀ ਤੇਰੇ ਤੇ ਕੋਈ ਦੁੱਖ ਟੁੱਟਣ ਵਾਲਾ ਨੇੜੇ ਆਉਣ ਵਾਲਾ ਸਾਡੇ ਹੁੰਦਿਆਂ। ਸ਼੍ਰੇਯ ਅਹ ਤੇਰੀ ਹਮ ਹੇਰੇ। ਅਸੀਂ ਦਿਵ ਦ੍ਰਿਸ਼ਟ ਨਾਲ ਵੇਖ ਰਹੇ ਹਾਂ ਵੀ ਤੇਰੀ ਲੰਮੀ ਉਮਰ ਪਈ ਹੈ, ਜੇ ਕੋਈ ਸਾੜ ਸਤੀ ਨਹੀਂ ਤੇਰੇ ਤੇ ਆਉਣ ਵਾਲੀ, ਅਸੀਂ ਵੇਖ ਰਹੇ ਹਾਂ ਤੇਰੀ ਆਉਣ ਵਾਲੇ ਸਮੇਂ ਵਿੱਚ ਕਲਿਆਣ ਹੀ ਕਲਿਆਣ ਹੈ। 7.5 ਸਾਲਾਂ ਵਿੱਚ ਨਹੀਂ ਅਜੇ ਮਰਨ ਵਾਲਾ ਤੂੰ। ਜਿਸ ਪਰ ਸਾਡ ਸਤੀ ਅਬ ਆਈ। ਤੇ ਉਹ ਮਹਾਰਾਜ ਨੇ ਹੱਸ ਕੇ ਵਿਅੰਗ ਜੀ ਨਾਲ ਕਹਿ ਦਿੱਤਾ ਵੀ ਤੇਰੇ ਤੇ ਤਾਂ ਸਾੜ ਸਤੀ ਨਹੀਂ ਆਈ ਬਾਦਸ਼ਾਹ, ਪਰ ਸਾੜ ਸਤੀ ਕਿਸੇ ਹੋਰ ਤੇ ਆਈ ਹੋਈ ਹੈ। ਚੰਦੂ ਨੂੰ ਮਹਾਰਾਜ ਤਰੀਕੇ ਨਾਲ ਕਹਿ ਰਹੇ ਹੈ। ਮਹਾਰਾਜ ਕਹਿੰਦੇ ਬਾਦਸ਼ਾਹ ਤੇਰੇ ਤੇ ਸਾੜ ਸਤੀ ਤਾਂ ਕੋਈ ਨਹੀਂ ਆਈ, ਪਰ ਸਾੜ ਸਤੀ ਜਿਹਦੇ ਤੇ ਆਈ ਹੋਈ ਹੈ ਤਿਸ ਤੇ ਬਨਹ ਨਾ ਏਕ ਉਪਾਈ। ਉਹਦੀ ਤਾਂ ਮੌਤ ਪੱਕੀ ਹੈ, ਤੇ ਜਿੱਥੇ ਮਰਜੀ ਭੱਜ ਲਵੇ ਉਹਦੀ ਸਾੜ ਸਤੀ ਨਾਲ ਹੀ ਮੌਤ ਹੋਣੀ ਹੈ। ਤੋ ਮਹਾਰਾਜ ਨੇ ਇੱਥੇ ਵਿਅੰਗ ਜਿਹਾ ਕਹਿ ਦਿੱਤਾ ਵੀ ਸਾੜ ਸਤੀ ਤੇਰੇ ਤੇ ਤਾਂ ਨਹੀਂ ਆਈ, ਚੰਦੂ ਤੇ ਆਈ ਹੋਈ ਆ, ਤੇ ਜਿੱਥੇ ਮਰਜੀ ਭੱਜ ਲਵੇ ਚੰਦੂ ਨੂੰ ਜਿਉਂਦਾ ਨਹੀਂ ਛੱਡਣਾ, ਚੰਦੂ ਦਾ ਜ਼ਰੂਰ ਅਸੀਂ ਕੰਮ ਤਮਾਮ ਕਰਾਂਗੇ। ਕਾਲ ਜਾਏ ਪਖ ਦੇਖਤ ਤੇਰੇ। ਤੋ ਮਹਾਰਾਜ ਨੇ ਉਹ ਤਰੀਕੇ ਨਾਲ ਕਹਿ ਦਿੱਤਾ ਵੀ ਤੇਰੇ ਤੇ ਸਾੜ ਸਤੀ ਨਹੀਂ ਆਈ, ਤੇ ਜਿਹਦੇ ਤੇ ਆਈ ਹੈ ਨਾ ਉਹ ਜਿੱਥੇ ਮਰਜੀ ਭੱਜ ਲਵੇ ਉਹਨੂੰ ਮੌਤ ਖਾਏਗੀ, ਮੌਤ ਮਾਰੇਗੀ, ਤੇ ਬਾਦਸ਼ਾਹ ਤੇਰੇ ਸਾਹਮਣੇ ਤੜਫ ਤੜਫ ਕੇ ਉਸਨੇ ਮਰਨਾ ਹੈ। ਮਰਹ ਕੁਮਿੱਤਰ ਪਾਪ ਫਲ ਪ੍ਰੇਰੇ। ਕੁਮ੍ਰਿਤ ਭੈੜੀ ਮੌਤੇ ਮਰੇਗਾ, ਕੋ ਕੇ ਮਾਰਿਆ ਜਾਵੇਗਾ, ਸਾਰੇ ਪਾਪ ਜਿਹੜੇ ਕੀਤੇ ਹੋਏ ਉਹਦਾ ਫਲ ਮਿਲਣਾ ਹੈ, ਉਹ ਫਲ ਹੀ ਉਹਨੂੰ ਪ੍ਰੇਰ ਕੇ ਬੜੇ ਪਾਪ ਕਰਵਾ ਰਿਹਾ ਹੈ। ਹਮਰੇ ਪਰਵੇਸ਼ੇ ਦੁਰਗਮ ਜਹਾਰੇ। ਬਾਕੀ ਬਾਦਸ਼ਾਹ ਕੋਈ ਗੱਲ ਨਹੀਂ, ਜੇ ਸਾਡੇ ਗਵਾਲੀਅਰ ਕਿਲੇ ਦੇ ਵਿੱਚ ਜਾਣ ਕਾਰਨ ਉਪਜਤ ਹੈ ਕਲਿਆਣ ਤੁਮਾਰੇ। ਤੇਰੀ ਸੁਖ ਸ਼ਾਂਤੀ ਰਹਿੰਦੀ ਹੈ, ਤੇਰੀ ਸਰੀਰ ਦੀ ਚੜ੍ਹਦੀ ਕਲਾ ਹੁੰਦੀ ਹੈ, ਤੋ ਹਮ ਜਾਹੇ ਜਾਪ ਕੋ ਕਰੈ। ਤੇ ਅਸੀਂ ਤਾਂ ਵੈਸੇ ਵੀ ਪਰਮੇਸ਼ਰ ਦਾ ਨਾਮ ਹੀ ਜਪਣਾ, ਅਸੀਂ ਉੱਥੇ ਗਵਾਲੀਅਰ ਦੇ ਕਿਲੇ 'ਚ ਬਹਿ ਕੇ ਜਪੀ ਜਾਵਾਂਗੇ। ਜੇ ਸਾਡੇ ਗਵਾਲੀਅਰ ਜਾਣ ਦੇ ਨਾਲ ਤੇਰੇ ਸਰੀਰ ਦੀ ਸੁੱਖ ਸ਼ਾਂਤੀ ਰਹਿ ਆਉਂਦੀ ਹੈ ਤੇ ਤੂੰ ਸਾਡਾ ਮਿੱਤਰ ਹੈ, ਅਸੀਂ ਜ਼ਰੂਰ ਤੇਰੇ ਵਾਸਤੇ ਗਵਾਲੀਅਰ ਕਿਲੇ ਜਾਵਾਂਗੇ। ਸਭ ਸੰਕਟ ਤੇਰੇ ਪਰ ਹਰੈ। ਉੱਥੇ ਜਾਪ ਕਰਕੇ ਚਲੀਸਾ ਕੱਟ ਕੇ ਤੇਰੇ ਸਾਰੇ ਸੰਕਟ ਜਿਹੜੇ ਦੂਰ ਕਰ ਦੇਵਾਂਗੇ। ਸੁਨਤ ਸਾਹੋ ਹਰਖਿਓ ਮਨ ਮਾਹੂ। ਤੇ ਬਾਦਸ਼ਾਹ ਨੂੰ ਆਸ ਨਹੀਂ ਸੀ ਵੀ ਮਹਾਰਾਜ ਆਖੇ ਲੱਗਣਗੇ, ਪਰ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਇਹਦੀ ਆਏ ਦੀ ਵੀ ਲਾਜ ਰੱਖੀ। ਸੁਣ ਕੇ ਬਾਦਸ਼ਾਹ ਬੜਾ ਪ੍ਰਸੰਨ ਹੋਇਆ ਹੈ। ਸਾਡ ਸਤੀ ਬਲ ਹੋਏ ਬਿਨਾਹੂ। ਸੋਚਦਾ ਵੀ ਹੁਣ ਛੇਤੀ ਮਹਾਰਾਜ ਜਾਣਗੇ ਗਵਾਲੀਅਰ, ਤੇ ਸਾਡਾ ਸਾੜ ਸਤੀ ਦਾ ਜਿਹੜਾ ਰੋਗ ਹੈ, ਉਹਦਾ ਬਲ ਹੈ ਜਿਹੜਾ ਕੋਈ ਤੰਗ ਦੁੱਖ ਦੇਣ ਵਾਲਾ, ਉਹ ਛੇਤੀ ਨਾਸ਼ ਹੋ ਜਾਵੇਗਾ। ਧੰਨ ਗੁਰ ਜੀ ਤੁਮ ਸਭ ਲਾਇਕ। ਤੇ ਬਾਦਸ਼ਾਹ ਹੱਥ ਜੋੜ ਕੇ ਕਹਿੰਦਾ, ਹੇ ਗੁਰੂ ਹਰਗੋਬਿੰਦ ਸਾਹਿਬ ਜੀ, ਮਹਾਰਾਜ ਤੁਸੀਂ ਧੰਨ ਹੋ,
ਧੰਨ ਹੋ ਪਾਤਸ਼ਾਹ, ਸਭਨਾਂ ਗੱਲਾਂ ਲਾਇਕ ਸਭ ਕਰਕੇ ਯੋਗਤਾ ਰੱਖਦੇ ਹੋ। ਸ਼ਰਨਾਗਤ ਕੇ ਕਸ਼ਟ ਨਸਾਇਕ ਤੁਸੀਂ ਆਪਦੀ ਸ਼ਰਨ ਵਿੱਚ ਆਇਆਂ ਦੀ ਬਾਹ ਫੜਨ ਵਾਲੇ ਹੋ। ਤੁਹਾਡੀ ਸ਼ਰਨ ਵਿੱਚ ਜੋ ਚੱਲ ਕੇ ਆਉਂਦਾ ਹੈ, ਉਸੇ ਦੀ ਤੁਸੀਂ ਲਾਜ ਰੱਖਦੇ ਹੋ, ਦੁੱਖ ਨਾਸ਼ ਕਰਦੇ ਹੋ। ਖਾਤਰ ਜਮਾ ਰਿਦੇ ਅਬ ਹੋਈ ਇਸ ਕਰਕੇ ਹੇ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ, ਤੁਹਾਡੀ ਬੜੀ ਮਿਹਰਬਾਨੀ ਦਇਆ ਕੀਤੀ ਆਪ ਜੀਆਂ, ਮੇਰੇ ਮਨ ਵਿੱਚ ਤਸੱਲੀ ਹੋ ਗਈ ਹੈ। ਸੰਕਟ ਮੋਹਿ ਸੁਵੈ ਨਹ ਕੋਈ ਤੁਹਾਡੇ ਹੁੰਦਿਆਂ ਹੁਣ ਮੈਨੂੰ ਕੋਈ ਸੰਕਟ ਸਾੜ ਸਤੀ ਦਾ ਦੁੱਖ ਆਦਿਕ ਨਹੀਂ ਛੋਹ ਪਾਵੇਗਾ, ਜਿਹੜਾ ਪੋ ਪਾਵੇਗਾ। ਕਿਰਪਾ ਤਾਰ ਹੋਏ ਹਰਖ ਸਮੇਤਾ ਤੋ ਕਿਰਪਾ ਧਾਰੀ ਮਹਾਰਾਜ ਤੁਸੀਂ ਬੜੀ, ਤੇ ਮੇਰੇ ਤੇ ਮਿਹਰ ਕਰਕੇ ਤੁਸਾਂ ਨੇ ਮੈਨੂੰ ਹਰਖ ਸਹਿਤ ਕਰ ਦਿੱਤਾ ਹੈ, ਖੁਸ਼ੀ ਦੇ ਸਹਿਤ ਕਰ ਦਿੱਤਾ ਹੈ। ਜਾਪ ਕਰਨ ਗਮਨਿਓ ਮਮ ਹੇਤਾ ਵੀ ਆਪ ਨੇ ਬੜੀ ਦਇਆ ਕੀਤੀ ਮਹਾਰਾਜ ਮੇਰੀ ਬੇਨਤੀ ਸੁਣ ਕੇ, ਤੇ ਜਾਪ ਕਰਨ ਵਾਸਤੇ ਤੁਸੀਂ ਗਵਾਲੀਅਰ ਜਾ ਰਹੇ ਮੰਨ ਗਏ ਹੋ। ਤੁਮ ਤੇ ਆਛੋ ਕੋ ਹੋਏ ਪਿਆਰੂ ਪਾਤਸ਼ਾਹ ਜੀ ਤੁਹਾਡੇ ਨਾਲੋਂ ਪਿਆਰਾ ਮੈਨੂੰ ਭਲਾ ਕੌਣ ਹੈ ਇਸ ਸੰਸਾਰ ਦੇ ਉੱਪਰ। ਜਿਨ ਕੇ ਦੀਏ ਪ੍ਰਾਨ ਤਨ ਧਾਰੂ ਵੀ ਸਭ ਤੋਂ ਵੱਡੇ ਪ੍ਰਾਣ ਹੀ ਹੁੰਦੇ ਨਾ, ਤੇ ਮਹਾਰਾਜ ਮੇਰੇ ਤਾਂ ਪ੍ਰਾਣ ਵੀ ਅੱਜ ਤੋਂ ਤੁਹਾਡੇ ਹੈ। ਪਾਤਸ਼ਾਹ ਜੀ ਇਸ ਬਾਦਸ਼ਾਹ ਜਹਾਂਗੀਰ ਦੇ ਸਰੀਰ ਵਿੱਚ ਜਿਹੜੇ ਪ੍ਰਾਣ ਚੱਲ ਰਹੇ ਹੈ, ਉਹ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਅੱਜ ਤੋਂ ਤੁਹਾਡੇ ਬਖਸ਼ੇ ਹੈ। ਤੁਸੀਂ ਮੇਰੇ ਪ੍ਰਾਣਾਂ ਦੇ ਰਖਵਾਲੇ ਹੋ। ਪਰਵਾਨਾ ਤਬ ਸਾਹੋ ਲਿਖਾਇਓ ਤੋ ਉੱਥੇ ਬੈਠੇ ਹੀ ਮਹਾਰਾਜ ਦੇ ਕੋਲ ਬਾਦਸ਼ਾਹ ਨੇ ਪਰਵਾਨਾ ਲਿਖਾ ਦਿੱਤਾ, ਜਿਹਨੂੰ ਚਿੱਠੀ ਸ਼ਾਹੀ ਚਿੱਠੀ ਕਹਿ ਦਿੰਦੇ, ਸ਼ਾਹੀ ਫਰਮਾਨ ਹੁਕਮਨਾਮਾ, ਉਹ ਲਿਖਵਾ ਦਿੱਤਾ ਹੈ। ਦੁਰਗਪਤੀ ਕੇ ਪਾਸ ਪਠਾਇਓ ਜਿਹੜਾ ਕੋ ਕਿਲੇਦਾਰ ਹੈ ਨਾ ਉਧਰ ਗਵਾਲੀਅਰ ਦਾ, ਉਹ ਹਰਦਾਸ ਨਾਮ ਸੀ ਕਿਲੇਦਾਰ ਦਾ। ਹਰਦਾਸ ਨਾਮੇ ਕਿਲੇਦਾਰ ਨੂੰ ਇੱਕ ਚਿੱਠੀ ਪੱਤਰ ਮਹਾਰਾਜ ਨੇ ਸ਼ਾਹੀ ਫਰਮਾਨ ਜਾਰੀ ਕਰਵਾ ਦਿੱਤਾ ਹੈ। ਸ੍ਰੀ ਹਰਗੋਬਿੰਦ ਅਹਿਠਾ ਆਵੈ ਇਹ ਠਾਂ ਆਵੈ, ਉਹ ਲਿਖ ਦਿੱਤਾ ਹੈ ਹੁਕਮਨਾਮੇ 'ਚ ਬਾਦਸ਼ਾਹ ਨੇ ਗਵਾਲੀਅਰ ਦੇ ਕਿਲੇਦਾਰ ਨੂੰ, ਵੀ ਇਹ ਹਰਦਾਸ ਕਿਲੇਦਾਰ ਵੀ ਇੱਥੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਅੱਧੇ ਦਿਨ ਵਿੱਚ ਗਵਾਲੀਅਰ ਪਹੁੰਚ ਜਾਣਗੇ। ਕਰ ਚਾਲੀਸਾ ਮੋਹਿ ਬਚਾਵੈ ਤੇ ਮੇਰੇ ਕਿਸੇ ਕਸ਼ਟ ਨੂੰ ਨਿਵਾਰਨ ਵਾਸਤੇ ਇਹਨਾਂ ਨੇ ਇੱਥੇ ਗਵਾਲੀਅਰ ਕਿਲੇ ਵਿੱਚ ਰਹਿ ਕਰਕੇ ਚਲੀਸਾ ਕੱਟਣਾ ਹੈ। ਆਛੇ ਥਲ ਡੇਰਾ ਕਰਵਾਵਹ ਤੇ ਇਹਨਾਂ ਦਾ ਸੋਹਣੇ ਥਾਂ ਤੇ ਡੇਰਾ ਕਰਵਾਉਣਾ, ਚੰਗੀ ਸੁੰਦਰ ਜਗ੍ਹਾ ਤੇ ਇਹਨਾਂ ਦਾ ਉਤਾਰਾ ਕਰਵਾ ਦੇਣਾ। ਜੋ ਕਿਛ ਕਹੈ ਸੋ ਪਾਸ ਪਠਾਵਹ ਤੇ ਜੋ ਚਾਹਣਗੇ ਗੁਰੂ ਹਰਗੋਬਿੰਦ ਸਾਹਿਬ ਜੀ, ਉਹ ਸਾਰੀਆਂ ਲੋੜ ਦੀਆਂ ਵਸਤੂਆਂ ਇਹਨਾਂ ਦੇ ਪਾਸ ਤੂੰ ਹਾਜ਼ਰ ਕਰ ਦੇਣੀਆਂ ਹਨ। ਦੇਤੇ ਰਹੀਐ ਅਧਿਕ ਆਨੰਦ ਤੇ ਕਿਸੇ ਤਰ੍ਹਾਂ ਦੀ ਤੰਗੀ ਨਹੀਂ ਆਉਣੀ ਚਾਹੀਦੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸਭ ਤਰ੍ਹਾਂ ਦੇ ਜਿਹੜੇ ਆਨੰਦ ਹੈ, ਖੁਸ਼ੀਆਂ, ਸੁੱਖ ਸਹੂਲਤ ਪਾਤਸ਼ਾਹ ਨੂੰ ਦਿੰਦੇ ਰਹਿਣਾ ਹੈ। ਮਨ ਕਹਿਓ ਸਕਲ ਕਰ ਬੰਦ ਤੇ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣਗੇ ਨਾ ਕਿਲੇਦਾਰ ਹਰਦਾਸ, ਤੂੰ ਹੱਥ ਜੋੜ ਕੇ ਸਿਰ ਝੁਕਾ ਕੇ ਮਹਾਰਾਜ ਦਾ ਉਸੇ ਤਰ੍ਹਾਂ ਹੁਕਮ ਮੰਨਣਾ ਹੈ। ਨਿਕਟ ਹਮੇਸ਼ ਜਾਹੋ ਇੱਕ ਬਾਰੀ ਤੇ ਦਿਨ ਵਿੱਚ ਇੱਕ ਵਾਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਰਾਜੀ ਖੁਸ਼ੀ ਤੇ ਇਹ ਪੁੱਛਣ ਵਾਸਤੇ ਵੀ ਕਿਸੇ ਚੀਜ਼ ਵਸਤੂ ਦੀ ਜ਼ਰੂਰਤ ਤਾਂ ਨਹੀਂ, ਦਿਨ ਵਿੱਚ ਇੱਕ ਵਾਰੀ ਜ਼ਰੂਰ ਤੈਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਦਰਸ਼ਨ ਕਰਨ ਜਾਇਆ ਕਰਨਾ ਹੈ। ਬੂਝਤ ਰਹਿ ਲੇਹੋ ਸਦ ਸਾਰੀ ਜਦੋਂ ਗਵਾਲੀਅਰ ਆ ਗਏ ਤੇ ਰੋਜ਼ ਇੱਕ ਵਾਰੀ ਜਾ ਕੇ ਮਹਾਰਾਜ ਨੂੰ ਸਾਰੀ ਖਬਰ ਸੁੱਖ ਸਾਂਦ ਪੁੱਛਣੀ ਹੈ, ਵੀ ਕਿਸੇ ਵਸਤੂ ਦੀ ਜ਼ਰੂਰਤ ਹੋਵੇ ਤਾਂ ਦੱਸ ਦੇਣਾ ਜੀ। ਇਮ ਕਹਿ ਸਾਹੋ ਬੰਦਨਾ ਕਰੀ ਤੋ ਇਹ ਸਾਧ ਸੰਗਤ ਜੀ ਹੁਕਮਨਾਮਾ ਲਿਖਵਾ ਕੇ ਨਾ ਬਾਦਸ਼ਾਹ ਜਹਾਂਗੀਰ ਨੇ ਤੇ ਆਪਣਾ ਜਿਹੜਾ ਇੱਕ ਮਨੁੱਖ ਭੇਜ ਦਿੱਤਾ ਇੱਥੋਂ ਘੋੜਾ ਦੇ ਕੇ ਗਵਾਲੀਅਰ, ਵੀ ਇਹ ਕਿਲੇਦਾਰ ਨੂੰ ਚਿੱਠੀ ਦੇ ਆ ਗਵਾਲੀਅਰ ਦੇ ਕਿਲੇ ਤੇ ਜਿਹਦੀ ਡਿਊਟੀ ਹੈ। ਤੋ ਆਪ ਬਾਦਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ ਹੈ। ਗ੍ਰਹਿ ਕੋ ਗਮਨ ਸੋ ਇੱਛਾ ਧਰੀ ਇੱਛਾ ਜੀ ਧਾਰ ਕੇ ਤੇ ਆਪਣੇ ਘਰ ਇਧਰ ਆਗਰੇ ਕਿਲੇ ਨੂੰ ਮੁੜ ਆਇਆ ਹੈ। ਸਤਿਗੁਰ ਕਹਿਓ ਰਹਿ ਸਭ ਡੇਰਾ ਤੋ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਦੋਂ ਇਹ ਬਾਦਸ਼ਾਹ ਜਹਾਂਗੀਰ ਤਾਂ ਆਪਣੇ ਮਹਿਲ ਇੱਥੇ ਆਗਰੇ ਆ ਗਿਆ ਤੇ ਮਹਾਰਾਜ ਲਾਲ ਬਾਗ ਵਿੱਚ ਬੈਠੇ ਸੀਗੇ। ਗਰੀਬ ਨਵਾਜ ਮਹਾਰਾਜ ਨੇ ਸਾਰੇ ਸਿੱਖਾਂ ਨੂੰ ਆਖਿਆ ਵੀ ਸਾਰਾ ਡੇਰਾ ਜਿਵੇਂ ਬਣਿਆ ਤੇਣਾ, ਜਿੰਨੇ ਸਿੱਖ ਹੈ ਤੰਬੂ ਲੱਗੇ ਹੋਏ ਸੀ ਇੱਥੇ ਲਾਲ ਬਾਗ। ਮਹਾਰਾਜ ਕਹਿੰਦੇ ਕੋਈ ਨਹੀਂ ਸਾਡੇ ਨਾਲ ਜਾਵੇਗਾ, ਸਾਰੇ ਦਾ ਸਾਰਾ ਸਾਜੋ ਸਮਾਨ ਇੱਥੇ ਰਹੇਗਾ, ਸਭ ਸੂਰਮੇ ਵੀ ਇੱਥੇ ਰਹਿਣਗੇ। ਹਮ ਗਮਨੈ ਤਿਤ ਹੋਤ ਸਵੇਰਾ ਤੇ ਅਸੀਂ ਅੰਮ੍ਰਿਤ ਵੇਲੇ ਤੜਕੇ ਹੀ ਇੱਥੋਂ ਗਵਾਲੀਅਰ ਨੂੰ ਚਾਲਾ ਪਾਵਾਂਗੇ। ਗ੍ਰਹਿ ਨਿਵਾਰਨ ਬਾਧਾ ਤੋਰੀ ਤੇ ਮਹਾਰਾਜ ਨੇ ਫਿਰ ਨਾਲ ਬਾਦਸ਼ਾਹ ਨੂੰ ਕਹਿ ਦਿੱਤਾ ਵੀ ਅਸੀਂ ਕੋਈ ਗੱਲ ਨਹੀਂ ਬਾਦਸ਼ਾਹ, ਸਿੱਖ ਸਾਡੇ ਜਿੰਨੀ ਫੌਜ ਇੱਥੇ ਰਹੇਗੀ ਸਾਡੀ, ਤੇ ਅਸੀਂ ਤੇਰੀ ਜਿਹੜੀ ਬਾਧਾ ਪਈ ਹੋਈ ਆ ਮੁਸ਼ਕਲ ਤੇਰੀ ਕੋਈ ਹੈ
ਉਹਦਾ ਨਾਸ਼ ਕਰਨ ਵਾਸਤੇ, ਚਲੀਸਾ ਕੱਟਣ ਵਾਸਤੇ ਕੱਲ ਨੂੰ ਅੰਮ੍ਰਿਤ ਵੇਲੇ ਹੀ ਗਵਾਲੀਅਰ ਨੂੰ ਰਵਾਨਾ ਹੋ ਜਾਵਾਂਗੇ। ਬਹੁਰ ਬਿਨਾਛਾ ਕੁਟਲ ਜੇ ਖੋਰੀ। ਤੇ ਫਿਰ ਮਹਾਰਾਜ ਨੇ ਹੱਸ ਕੇ ਕਹਿ ਦਿੱਤਾ, ਜਿਹੜਾ ਛੁਪ ਛੁਪ ਕੇ ਸਾਰਾ ਵੈਰ ਪਾਲਦਾ ਪਿਆ ਨਾ, ਸਾਨੂੰ ਗਵਾਲੀਅਰ ਹੋ ਆਉਣ ਦਿਓ ਬਾਦਸ਼ਾਹ, ਫਿਰ ਅਸੀਂ ਉਹਦੇ ਨੱਕ 'ਚ ਨੱਥ ਵੀ ਅਜੇ ਪਾਉਣੀ ਹੈ। ਮਹਾਰਾਜ ਨੇ ਹੱਸ ਕੇ ਨਾਲ ਬਾਦਸ਼ਾਹ ਨੂੰ ਜਣਾ ਵੀ ਦਿੱਤਾ ਵੀ ਅਸੀਂ ਕੀ ਕਰਦੇ ਫਿਰਦੇ ਹਾਂ। ਤੋ ਪਾਤਸ਼ਾਹ ਮਹਾਰਾਜ ਨੇ ਇਸ ਤਰ੍ਹਾਂ ਬਚਨ ਕਹਿ ਦਿੱਤੇ ਵੀ ਸਾਨੂੰ ਗਵਾਲੀਅਰ ਤੋਂ ਚਲੀਸਾ ਕੱਟ ਆਉਣ ਦੇ, ਤੇਰੀ ਸਾੜ ਸਤੀ ਦਾ ਵੀ ਨਾਸ਼ ਕਰਾਂਗੇ ਤੇ ਸਾੜ ਸਤੀ ਪੈਦਾ ਕਰਨ ਵਾਲੇ ਦਾ ਵੀ ਨੱਕ ਭੰਨ ਦੇਵਾਂਗੇ, ਸਾਨੂੰ ਗਵਾਲੀਅਰ ਤੋਂ ਕੇਰਾਂ ਹੋ ਆਉਣ ਦਿਓ। ਸੁਨਤ ਸਾਹੋ ਕਹਾ ਮੈਂ ਅਨਸਾਰੂ। ਤੇ ਬਾਦਸ਼ਾਹ ਨੂੰ ਮਹਾਰਾਜ ਨੇ ਇੱਥੇ ਹੀ ਮਨਾ ਲਿਆ, ਕਹਿੰਦਾ ਮਹਾਰਾਜ ਆਪ ਜਾਓ ਚਲੀਸਾ ਕੱਟੋ, ਮੇਰੀ ਜਾਨ ਬਚ ਰਹੇ ਤੇ ਜਿਵੇਂ ਤੁਸੀਂ ਕਹੋਗੇ ਉਵੇਂ ਕਰ ਲਵਾਂਗਾ ਮੈਂ। ਤੋ ਗਰੀਬ ਨਵਾਜ ਮਹਾਰਾਜ ਨੇ ਚੰਦੂ ਦੀ ਚਾਲ ਚੰਦੂ ਤੇ ਹੀ ਪਾ ਦਿੱਤੀ ਹੈ ਵੀ ਇਹਨੂੰ ਐਂ ਸੀ ਵੀ ਮੈਂ ਉੱਥੇ ਕੈਦ ਕਰਾ ਕੇ ਤੇ ਉੱਥੇ ਹੀ ਮਰਵਾ ਦਿਆਂਗਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ। ਤੇ ਮਹਾਰਾਜ ਬਾਦਸ਼ਾਹ ਦੇ ਆਖੇ ਲੱਗ ਗਏ ਵੀ ਕਿਉਂਕਿ ਜੇ ਅੱਜ ਬਾਦਸ਼ਾਹ ਦੇ ਅਸੀਂ ਆਖੇ ਲੱਗਾਂਗੇ ਤੇ ਕੱਲ ਨੂੰ ਬਾਦਸ਼ਾਹ ਨੂੰ ਕਹਾਂਗੇ ਨਾ ਵੀ ਲੈ ਚੰਦੂ ਦੇ ਸਾਨੂੰ, ਅਸੀਂ ਤੇਰੀ ਜਾਨ ਬਚਾਈ ਹੈ ਤੇ ਹੁਣ ਸਾਡੇ ਪਿਤਾ ਦਾ ਕਾਤਲ ਚੰਦੂ ਤੇਰੇ ਕੋਲ ਹੈ। ਤੇ ਬਾਦਸ਼ਾਹ ਦਾ ਮਨ ਹੀ ਨਹੀਂ ਮੰਨਣਾ ਵੀ ਮੋੜ ਪਾਵਾਂ, ਕਿਉਂਕਿ ਮਹਾਰਾਜ ਨੇ ਵੀ ਕਿੱਡਾ ਵੱਡਾ ਕਾਰਜ ਕੀਤਾ ਬਾਦਸ਼ਾਹ ਦਾ। ਤੋ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਨੇ ਬੜੀ ਨੀਤੀ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਹਾਂ ਕਰ ਦਿੱਤੀ, ਅਸੀਂ ਜਾਵਾਂਗੇ ਬਾਦਸ਼ਾਹ, ਕੋਈ ਗੱਲ ਨਹੀਂ, ਪਹਿਲਾਂ ਤੇਰੀ ਬਿਮਾਰੀ ਨਾਸ਼ ਕਰਾਂਗੇ ਤੇ ਜਿਹੜੀ ਬਿਮਾਰੀ ਇੱਥੇ ਲੱਗੀ ਹੋਈ ਹੈ ਨਾ ਇਹ ਹਿੰਦੁਸਤਾਨ ਨੂੰ ਚੰਦੂ ਰੂਪ, ਤੋ ਮਹਾਰਾਜ ਕਹਿੰਦੇ ਫਿਰ ਅਸੀਂ ਉਸ ਬਿਮਾਰੀ ਦਾ ਵੀ ਨਾਸ਼ ਕਰਨਾ। ਤੋ ਬਾਦਸ਼ਾਹ ਨੇ ਹੱਥ ਜੋੜ ਕੇ ਕਹਿ ਦਿੱਤਾ, ਮਹਾਰਾਜ ਆਪ ਮੇਰੇ ਤੇ ਮਿਹਰ ਰੱਖਿਓ, ਜਿਵੇਂ ਤੁਸੀਂ ਕਹੋਗੇ ਮੈਂ ਉਸੇ ਤਰ੍ਹਾਂ ਕਰਾਂਗਾ। ਕਰਹੁ ਪ੍ਰਥਮ ਮੋ ਪਰ ਉਪਕਾਰੀ। ਪਹਿਲਾਂ ਤੁਸੀਂ ਮੇਰਾ ਕਾਰਜ ਕਰ ਦਿਓ, ਜੇ ਮੇਰੀ ਜਾਨ ਬਚ ਰਹੀ ਤੇ ਜਾਨ ਤੁਹਾਡੀ ਆ, ਜਿਵੇਂ ਕਹੋਗੇ ਕਰ ਦਿਆਂਗਾ। ਤੋ ਪਾਤਸ਼ਾਹ ਜੀ ਇੱਕ ਵਾਰੀ ਮੇਰੇ ਤੇ ਵੱਡਾ ਪਰਉਪਕਾਰ ਕਰੋ, ਇਸ ਸਾੜ ਸਤੀ ਤੋਂ ਮੈਨੂੰ ਬਚਾ ਲਵੋ ਜੀ। ਗਇਓ ਸ਼ਾਹ ਉੱਠ ਆਪਣੇ ਧਾਮੂ। ਤੋ ਬਾਦਸ਼ਾਹ ਜਹਾਂਗੀਰ ਤਾਂ ਉੱਠ ਕੇ ਇੱਥੋਂ ਮਹਾਰਾਜ ਤੋਂ ਵਿਦਾ ਲੈ ਕੇ ਆਪਣੇ ਕਿਲੇ ਨੂੰ ਜਾਂ ਜਿੱਥੇ ਮਹਿਲ ਹੈ ਆਗਰੇ ਦਾ, ਇੱਥੇ ਪਹੁੰਚ ਗਿਆ ਹੈ। ਸ੍ਰੀ ਹਰਿ ਗੋਬਿੰਦ ਤਨ ਅਬਿਰਾਮੂ। ਸੁੰਦਰ ਸਰੂਪ ਵਾਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ। ਤਿਆਰੀ ਕਰਤ ਭਏ ਨਿਜ ਸਾਰੀ। ਮਹਾਰਾਜ ਆਪਣਾ ਤਿਆਰਾ ਕਰ ਰਹੇ, ਸ਼ਸਤਰ ਬਸਤਰ ਸਾਂਭ ਰਹੇ ਹੈ। ਗਰੀਬ ਨਵਾਜ ਨੇ ਤੜਕੇ ਹੀ ਵੱਡੇ ਹੀ ਅੰਮ੍ਰਿਤ ਵੇਲੇ ਗਵਾਲੀਅਰ ਚਾਲਾ ਪਾਉਣਾ ਹੈ। ਸਭਨ ਸੁਨਾਵਤ ਗਿਰਾ ਉਚਾਰੀ। ਤੇ ਮਹਾਰਾਜ ਨੇ ਉਹ ਸਾਰਿਆਂ ਨੂੰ ਪਾਸ ਬੁਲਾ ਲਿਆ, ਨਗਾਰੇ ਦੀ ਚੋਟ ਵੱਜ ਗਈ ਹੈ, ਪਤਾ ਲੱਗ ਗਿਆ ਵੀ ਪਾਤਸ਼ਾਹ ਜੀ ਬੁਲਾ ਰਹੇ ਆ। ਜਿੰਨੇ ਮਹਾਰਾਜ ਦੇ ਸੂਰਮੇ ਸਾਰੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਤਖਤ ਦੇ ਅੱਗੇ ਪਹੁੰਚ ਗਏ। ਤੋ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਰੇ ਸਿੱਖਾਂ ਸੂਰਮਿਆਂ ਨੂੰ ਇਸ ਤਰ੍ਹਾਂ ਉੱਚੀ ਆਵਾਜ਼ ਵਿੱਚ ਹਦਾਇਤ ਕਰ ਦਿੱਤੀ ਹੈ ਪੰਜ ਸਿੱਖ ਗਮਨ ਹੈ ਹਮ ਸੰਗ। ਕਿ ਸਾਡੇ ਨਾਲ ਕੋਈ ਨਹੀਂ ਜਾਊਗਾ, ਸਾਡੇ ਨਾਲ ਕੇਵਲ ਤੇ ਕੇਵਲ 5 ਸਿੱਖ ਜਾਣਗੇ ਗਵਾਲੀਅਰ ਨੂੰ। ਰਹ ਚੰਮੂ ਸੁਧ ਲੇਹੂ ਤਰੰਗ। ਤੇ ਜਿਹੜੀ ਫੌਜ ਹੈ ਸਾਰੀ ਇੱਥੇ ਹੀ ਰਵੇਗੀ, ਇੱਥੇ ਰਹਿ ਕੇ ਤੇ ਘੋੜੇ ਤੇ ਸ਼ਸਤਰ ਬਸਤਰਾਂ ਦੀ ਸੰਭਾਲ ਤੁਸਾਂ ਕਰਨੀ। ਡੇਰਾ ਜਿਹੜਾ ਤੰਬੂ ਹੈ ਪਟਨੇ ਨਹੀਂ, ਇਸੇ ਤਰ੍ਹਾਂ ਲੱਗੇ ਰਹਿਣ ਦਿਓ। ਹੋਵਤ ਰਹਿ ਦੇਗ ਇਸ ਰੀਤ। ਤੇ ਨਾਲ ਮਹਾਰਾਜ ਨੇ ਕਹਿਤਾ ਵੀ ਸਾਡੇ ਤੋਂ ਬਾਅਦ ਲੰਗਰ ਨਹੀਂ ਬੰਦ ਹੋਣਾ ਚਾਹੀਦਾ, 2 ਵੇਲੇ ਲੰਗਰ ਪ੍ਰਸ਼ਾਦਾ ਚੱਲਦਾ ਰਹਿਣਾ ਚਾਹੀਦਾ ਸਾਰਾ ਦਿਨ। ਕੋਈ ਆਵੇ ਕਿਸੇ ਨੂੰ ਮਨਾ ਨਹੀਂ ਕਰਨਾ ਵੀ ਨਾ ਅਸੀਂ ਚਲ ਜਾਈਏ ਤੇ ਮਗਰੋਂ ਲੰਗਰ ਆਨੰਦ ਕਰ ਦਿਓ। ਲੰਗਰ ਪ੍ਰਸ਼ਾਦਾ ਇਸੇ ਤਰ੍ਹਾਂ ਹੀ ਪੰਗਤ ਕਾਇਮ ਰਹਿਣੀ ਚਾਹੀਦੀ ਹੈ। ਸਭ ਕੀ ਸੁਧ ਸਭ ਵਿਦ ਲਿਹ ਨੀਤ। ਤੇ ਰੋਜ਼ ਸਾਰੀ ਖਬਰ ਲੈਣੀ, ਇੱਥੇ ਲਾਗੇ ਦੀ ਪੂਰੀ ਵਿੜਕ ਰੱਖਣੀ। ਚੰਦੂ ਵਰਗੇ ਪਾਪੀ ਇੱਥੇ ਅਜੇ ਬੈਠੇ ਜਿਉਂਦੇ ਹਨ। ਕਹਿਓ ਮਸੰਦਨ ਕੋ ਸਮਝਾਏ। ਤੇ ਜਿਹੜੇ ਮਸੰਦ ਹੈ ਉਹ ਜਿਹੜੇ ਦਿੱਲੀ ਦੇ ਜਿਹੜੇ ਮਸੰਦ ਕਹਿ ਲਓ, ਜਿਵੇਂ ਹੁਣ ਕਮੇਟੀਆਂ ਹਨ, ਉਹਨਾਂ ਸਮਿਆਂ ਦੇ ਵਿੱਚ ਮਸੰਦ ਮਹਾਰਾਜ ਦੇ ਘਰ ਦਾ ਸਾਰਾ ਪ੍ਰਬੰਧ ਸਾਂਭਦੇ ਸਨਗੇ। ਤੋ ਗਰੀਬ ਨਵਾਜ ਮਹਾਰਾਜ ਨੇ ਮਸੰਦਾਂ ਨੂੰ ਬੁਲਾ ਕੇ ਚੰਗੀ ਤਰ੍ਹਾਂ ਸਮਝਾ ਦਿੱਤਾ, ਕਰੜਾ ਹੀ ਹਮ ਆਵਹ ਦਿਨ ਕੇਤਕ ਬਤਾਏ। ਵੀ ਅਸੀਂ ਕੁਝ ਕੁ ਦਿਨ ਗਵਾਲੀਅਰ ਬਤੀਤ ਕਰਾਂਗੇ, 5 ਸਿੱਖ ਨਾਲ ਜਾਣਗੇ, ਬਾਕੀ ਇੱਥੇ ਰਹਿਣਗੇ। ਕੁਝ ਦਿਨ ਬਤੀਤ ਕਰਨ ਤੋਂ ਬਾਅਦ ਵਾਪਸ ਇੱਥੇ ਮੁੜ ਆਵਾਂਗੇ। ਸਭਿਨ ਸੰਭਾਰ ਕਰੋ ਉਛਿਆਰ। ਤੇ ਤੁਸੀਂ ਮਸੰਦਾਂ ਨੇ ਪੂਰਾ ਹੁਸ਼ਿਆਰੀ ਦੇ ਨਾਲ ਸਾਰੀ ਦੇਖਭਾਲ ਇੱਥੋਂ ਦੀ ਕਰਨੀ ਹੈ, ਇੱਥੋਂ ਦੇ ਪੜਾਅ ਸਾਡੇ ਦੀ, ਤੇ ਪੂਰੇ ਤਿਆਰ ਬਰ ਤਿਆਰ ਹੁਸ਼ਿਆਰ ਰਹਿਣਾ, ਕਿਸੇ ਨੇ ਆਲਸ ਨਹੀਂ ਵਿਖਾਉਣਾ ਹੈ। ਰਹੋ ਸਚੇਤ ਨਵੇਸ਼ ਮਝਾਰ। ਤੇ ਆਪਣੇ ਇਸ ਪੜਾਅ ਤੇ ਪੂਰੇ ਤਿਆਰ ਬਰ ਤਿਆਰ ਤੇ ਪਹਿਰਾ ਲਾ ਕੇ ਰੱਖਣਾ ਰਾਤ ਦਿਨ ਦਾ। ਤੋ ਗਰੀਬ ਨਵਾਜ ਮਹਾਰਾਜ ਨੇ ਸੂਰਮੇ ਸਿੱਖਾਂ ਨੂੰ ਵੀ ਕਹਿ ਦਿੱਤਾ ਵੀ ਚੰਦੂ ਸੱਪ ਅਜੇ ਜਿਉਂਦਾ ਹੈ, ਤੇ ਜਿੰਨਾ ਚਿਰ ਇਹਦਾ ਫਨ ਨਹੀਂ ਕੁਚਲਦੇ
ਕੋਈ ਚੈਨ ਨਾਲ ਨਾ ਸੌਵੇਂ। ਸਾਡੇ ਆਉਣ ਤੱਕ ਸਾਰੇ ਸਿੰਘ ਸੂਰਮੇ, ਸਿੱਖ ਸੂਰਮੇ ਤਿਆਰ ਬਰ ਤਿਆਰ ਹੋ ਕੇ ਸ਼ਸਤਰ ਤਿਆਰ ਬਰ ਤਿਆਰ ਰੱਖਣ ਤੇ ਕਿਸੇ ਨੇ ਅਵੇਸ਼ਲੇ ਨਹੀਂ ਹੋਣਾ ਹੈ। ਖਾਨ ਪਾਨ ਕਰ ਨਿਸ਼ਾ ਬਤਾਈ। ਤੇ ਇਸ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਨੇ ਪੂਰੇ ਹੁਕਮ ਕਰ ਦਿੱਤੇ ਆ ਤੇ ਆਪ ਤਿਆਰੇ ਕਰ ਲੈ ਗਵਾਲੀਅਰ ਜਾਣ ਦੇ। ਰਾਤ ਦਾ ਪ੍ਰਸ਼ਾਦਾ ਲੰਗਰ ਤਿਆਰ ਹੋਇਆ, ਛਕ ਛਕਾ ਕੇ ਸਭ ਨੇ ਰਾਤ ਬਤੀਤ ਕੀਤੀ ਹੈ। ਭਈ ਭੋਰ ਗਮਨੇ ਗੁਸਾਈ। ਅੰਮ੍ਰਿਤ ਵੇਲਾ ਹੋਇਆ, ਸਵਾ ਪਹਿਰ ਰਾਤ ਰਹਿੰਦਿਆਂ ਇਸ਼ਨਾਨ ਪਾਣ ਕੀਤਾ, ਬਸਤਰ ਸ਼ਸਤਰ ਸਜਾਏ, ਮਹਾਰਾਜ ਨੇ ਦਮਾਲੇ ਝੁਲਾਏ ਹੈ। ਤੋੜਾ ਚੰਦ ਗਰੀਬ ਨਵਾਜ ਨੇ ਲਾ ਕਰਕੇ ਸੀਸ ਤੇ ਜਗ੍ਹਾ ਕਲਗੀ ਝੁਲਾਈ। ਤੋ ਮਹਾਰਾਜ ਨੇ ਤਿਆਰ ਬਰ ਤਿਆਰ ਕਮਰ ਕਸੇ ਕਰ ਲਏ ਤੇ ਤੁਰ ਪਏ ਹਨ। ਪੰਜ ਸਿੱਖ ਲੈ ਸੰਗ ਪਿਆਨੇ। ਨਾਲ ਭਾਈ ਪੈੜਾ ਜੀ, ਪੁਰਾਣਾ ਜੀ ਵਰਗੇ 5 ਕੁ ਸਿੱਖ ਵੀ ਨਾਲ ਲੈ ਲਏ ਐ। ਪਹੁੰਚੇ ਜਾਏ ਗਵਾਲੀਅਰ ਥਾਨੇ। ਆਗਰੇ ਤੋਂ ਤੁਰੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਵੱਡੇ ਹੀ ਤੜਕੇ ਤੇ ਗਵਾਲੀਅਰ ਪਹੁੰਚ ਰਹੇ ਹਨ। ਦੁਰਗਪਤੀ ਆਇਓ ਹਰਦਾਸ। ਆਖਿਆ ਹਰਦਾਸ, ਕਹਿੰਦੇ ਇੱਥੋਂ ਦਾ ਜਿਹੜਾ ਦੁਰਗਪਤੀ ਸੀ ਨਾ, ਕਿਲੇਦਾਰ ਗਵਾਲੀਅਰ, ਕਿਉਂਕਿ ਜਿਨ੍ਹਾਂ ਨੂੰ ਕਿਲੇ ਦਾ ਸਾਰਾ ਪਹਿਰਾ ਦਿੱਤਾ ਹੁੰਦਾ, ਕੁਝ ਫੌਜ ਦੇ ਕੇ ਰਾਜ, ਇਹਨਾਂ ਨੂੰ ਕਿਲੇਦਾਰ ਆਖਦੇ ਆ। ਤੇ ਗਵਾਲੀਅਰ ਦਾ ਕਿਲੇਦਾਰ ਉਦੋਂ ਹਰਦਾਸ ਨਾਮ ਦਾ ਮਨੁੱਖ ਸੀਗਾ, ਹੈ ਹਿੰਦੂ ਘਰ ਦਾ ਸੀ ਇਹ, ਤੇ ਮਹਾਰਾਜ ਤੇ ਬੜੀ ਸ਼ਰਧਾ ਰੱਖਦਾ ਸੀ। ਇਹਨੂੰ ਹਰਦਾਸ ਕਰਕੇ ਇਸ ਦਾ ਨਾਮ ਲਿਆ ਜਾਂਦਾ ਸੀ। ਸਿਮਰਤ ਸਦਾ ਸੋ ਹਿਤ ਗੁਰ ਪਾਸ। ਤੇ ਇਹਦੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਸ਼ਰਧਾ ਬਹੁਤ ਸੀ। ਦਰਸ਼ਨ ਤਾਂ ਨਹੀਂ ਸਨ ਇਹਨੇ ਕੀਤੇ ਕਦੇ, ਪਰ ਇਹ ਸਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸਿਮਰਨ ਕਰਦਾ ਰਹਿੰਦਾ ਸੀ, ਦਰਸ਼ਨਾਂ ਦੀ ਬੜੀ ਤਾਂਘ ਰੱਖਦਾ ਸੀ। ਤਿਮ ਦਰਸ਼ਨ ਮੈਂ ਚੱਲ ਕਰ ਪਾਵਾਂ। ਤੇ ਵਿਚਾਰਾ ਮਨ 'ਚ ਰੋਜ਼ ਅਰਦਾਸ ਕਰਦਾ ਸੀ ਵੀ ਹੇ ਪਾਤਸ਼ਾਹ, ਕਿਵੇਂ ਮੈਂ ਤੁਹਾਡੇ ਦਰਸ਼ਨ ਇੰਨੀ ਦੂਰ ਪੰਜਾਬ ਵਿੱਚ ਜਾ ਕੇ ਕਰਾਂ ਜੀ। ਨਹੀਂ ਦੁਰਗ ਕੋ ਸ਼ੋਰ ਸਿਧਾਵਾਂ। ਕਿਉਂਕਿ ਮੈਂ ਕਿਲਾ ਵੀ ਨਹੀਂ ਛੱਡ ਸਕਦਾ, ਮੇਰੀ ਡਿਊਟੀ ਪਹਿਰਾ ਹੀ ਇਹੋ ਜਿਹਾ ਲੱਗਿਆ ਹੋਇਆ ਬਾਦਸ਼ਾਹ ਵੱਲੋਂ ਵੀ ਮੈਂ ਕਿਲਾ ਨਹੀਂ ਕੱਲਾ ਸੁੰਨਾ ਛੱਡ ਸਕਦਾ ਹਾਂ। ਅਹ ਕੈਦ ਇਹ ਮਹਿ ਬਹੁ ਰਾਜੇ। ਕਿਉਂਕਿ ਬਾਦਸ਼ਾਹ ਦਾ ਹੁਕਮ ਹੋਇਆ ਮੈਨੂੰ ਵੀ ਇਹ ਕਿਲਾ ਕੱਲਾ ਨਹੀਂ ਛੱਡਣਾ, ਕਿਉਂਕਿ ਇਹਦੇ ਵਿੱਚ ਜਿਹੜੀ ਬਗਾਵਤ ਕਰਨ ਵਾਲੇ ਜਿੰਨੇ ਹਿੰਦੂ ਰਾਜੇ ਆ ਉਹ ਸਾਰੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਹਨ। ਮੇਰੇ ਗਏ ਬਿਗ੍ਰਹ ਕਾਜੇ। ਤੇ ਜੇ ਮੈਂ ਇੱਥੋਂ ਚਲਾ ਗਿਆ ਤੇ ਕਿਤੇ ਜਿਹੜੇ ਰਾਜੇ ਆ ਫੌਜ ਅਵੇਸ਼ਲੀ ਹੋ ਜਾਂਦੀ, ਕਿਉਂਕਿ ਜਿੰਨਾ ਚਿਰ ਕੋਈ ਮੁਖੀ ਉਹਨਾਂ ਚਿਰ ਹੀ ਫੌਜਾਂ ਡਰ ਰੱਖਦੀਆਂ। ਤੇ ਜੇ ਮੈਂ ਇੱਥੋਂ ਚਲਾ ਗਿਆ ਦਰਸ਼ਨਾਂ ਨੂੰ ਦਿਨ ਲੱਗ ਜਾਣੇ ਆ, ਤੇ ਮਹਾਰਾਜ ਮਗਰੋਂ ਇਹ ਨਾ ਹੋਵੇ ਵੀ ਰਾਜੇ ਕੋਈ ਇੱਕ ਅੱਧਾ ਇੱਥੋਂ ਦੌੜ ਜਾਵੇ, ਭਗੌੜਾ ਹੋ ਜਾਵੇ ਤੇ ਸਾਰਾ ਕੰਮਕਾਰ ਵਿਗੜ ਜਾਵੇ। ਸਾਹਤ ਗੀਤ ਕਰਤ ਬਹੁ ਬਾਰੀ। ਤੇ ਬਾਦਸ਼ਾਹ ਮੈਨੂੰ ਤੇ ਮੇਰੇ ਟੱਬਰ ਨੂੰ ਬੜੀ ਸਜ਼ਾ ਦੇਵੇਗਾ ਵੀ ਤੂੰ ਵੀ ਹਿੰਦੂ ਐ ਤੇ ਤੂੰ ਜਾਣ ਕੇ ਜਿਹੜੇ ਰਾਜੇ ਭਜਾਏ ਐ ਇੱਥੋਂ, ਕਿਉਂਕਿ ਬਾਦਸ਼ਾਹ ਜਹਾਂਗੀਰ ਦੀ ਮੈਨੂੰ ਬੜੀ ਭਾਰੀ ਤਗੀਦ ਹੈ, ਤਗੜਾਈ ਦਾ ਹੁਕਮ ਹੈ। ਦੁਰਗ ਵਿਸਾਸ ਨਾ ਕੀਜਹ ਧਾਰੀ। ਬਾਦਸ਼ਾਹ ਨੇ ਮੈਨੂੰ ਹੁਕਮ ਕੀਤਾ ਹੋਇਆ ਮਹਾਰਾਜ, ਇਹ ਅਰਦਾਸ 'ਚ ਕਹਿੰਦਾ ਹਰਦਾਸ ਵੀ ਮੈਨੂੰ ਹੁਕਮ ਹੈ ਬਾਦਸ਼ਾਹ ਦਾ ਵੀ ਦੁਰਗ ਕਹੀਏ ਕਿਲਾ ਜਿਹੜਾ ਇਹਦਾ ਵਸਾਹ ਨਹੀਂ ਖਾਣਾ, ਇਹਦੇ ਵਿੱਚ ਰਾਜੇ ਕਾਇਦਾ ਬਗਾਵਤ ਕੀਤੀ ਜਿਨ੍ਹਾਂ ਨੇ, ਜੇ ਇਹ ਨਿਕਲ ਗਏ ਤੇ ਸਾਰੀ ਰਾਜਨੀਤੀ ਵਿਗੜ ਜਾਣੀ ਹਿੰਦੁਸਤਾਨ ਦੀ। ਤੋਂ 52 ਰਾਜੇ ਵੀ ਸਾਧ ਸੰਗਤ ਜੀ ਇਹਦੇ ਵਿੱਚ ਹੀ ਕੈਦ ਸਨ। ਤੋ ਗਰੀਬ ਨਵਾਜ ਮਹਾਰਾਜ ਦੇ ਅੱਗੇ ਅਰਦਾਸ ਕਰਦਾ ਏ ਗਵਾਲੀਅਰ ਦਾ ਕਿਲੇਦਾਰ, ਮਹਾਰਾਜ ਕਿਵੇਂ ਤੁਹਾਡੇ ਦਰਸ਼ਨ ਕਰਾਂ, ਕਿਲਾ ਮੈਂ ਕੱਲਾ ਨਹੀਂ ਛੱਡ ਕੇ ਜਾ ਸਕਦਾ। ਬਾਦਸ਼ਾਹ ਦਾ ਹੁਕਮ ਹੈ ਵੀ ਕਦੇ ਵੀ ਤੂੰ ਕਿਲਾ ਨਹੀਂ ਕੱਲਾ ਛੱਡੇਂਗਾ। ਨਹੀਂ ਕੋਸ ਪਰ ਸ਼ੋਰ ਸਿਦਾਵਹ। ਵੀ ਦੂਰ ਤਾਂ ਜਾਣਾ ਕਿ ਮੈਨੂੰ ਇੱਕ ਕੋ ਵੀ ਕਿਲੇ ਤੋਂ ਦੂਰ ਜਾਣ ਦਾ ਹੁਕਮ ਨਹੀਂ ਹੈ। ਨਿਜ ਦਰਮਾਹ ਬੈਠੇ ਪਾਵਹ। ਤੇ ਬਾਦਸ਼ਾਹ ਨੇ ਮੈਨੂੰ ਕਿਹਾ ਹੋਇਆ ਵੀ ਤੂੰ ਜਿੰਨੀ ਮੂੰਹੋਂ ਮੰਗੇਗਾ ਤਨਖਾਹ ਤੈਨੂੰ ਕਿਲੇ 'ਚ ਬੈਠੇ ਨੂੰ ਮਿਲੀ ਜਾਊਗੀ, ਤੇਰਾ ਰੋਜ਼ੀਨਾ ਤੇਰੀ ਖੁੱਲੀ ਤਨਖਾਹ ਦੇਵਾਂਗਾ, ਪਰ ਕਿਲੇ ਤੋਂ ਇੱਕ ਕੋ ਵੀ ਤੂੰ ਦੂਰ ਨਹੀਂ ਜਾਣਾ ਜਿੰਨਾ ਸਮਾਂ ਜਿਉਂਦਾ ਹੈ। ਨਹੀਂ ਦੁਰਗ ਤਜ ਜਾਵਹ ਜਾਵੈ। ਤੇ ਇਹ ਅਰਦਾਸ ਕਰਦਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ, ਮਹਾਰਾਜ ਮੇਥੋਂ ਤਾਂ ਕਿਲਾ ਛੱਡ ਕੇ ਤੁਹਾਡੇ ਦਰਸ਼ਨ ਕਰਨ ਵਾਸਤੇ ਜਾਇਆ ਨਹੀਂ ਜਾਂਦਾ ਹੈ। ਸਿਮਰਹ ਸਤਿਗੁਰ ਦਰਸ ਦਿਖਾਵੈ। ਤੇ ਆਪ ਹੀ ਕਿਰਪਾ ਕਰ ਦਿਓ ਮਹਾਰਾਜ, ਮੈਂ ਤੁਹਾਨੂੰ ਸਿਮਰਦਾ, ਰੋਜ਼ ਅਰਦਾਸਾਂ ਕਰਦਾ, ਮੇਰੀ ਗਰੀਬ ਦੀ ਅਰਦਾਸ ਨੂੰ ਫਲ ਲਾ ਕੇ ਇੱਥੇ ਦਰਸ਼ਨ ਦੇ ਦਿਓ ਜੀ ਮਹਾਰਾਜ, ਤੁਸੀਂ ਕੁਝ ਵੀ ਕਰਨ ਦੇ ਸਮਰੱਥਾ ਰੱਖਦੇ ਹੋ। ਗਇਓ ਸਾਹ ਕੋ ਜਬ ਪਰਵਾਨਾ। ਤੇ ਇਹ ਅਰਦਾਸ ਕਰਦਾ ਪਿਆ ਸੀ, ਇਹ ਹਰਦਾਸ ਨਾਵੇਂ ਕਿਲੇਦਾਰ ਗਵਾਲੀਅਰ ਦਾ। ਉਧਰੋਂ ਇਹ ਅਰਦਾਸ ਕਰ ਰਿਹਾ ਹੈ, ਅਜੇ ਅਰਦਾਸ ਸਮਾਪਤੀ ਕੀਤੀ, ਪੂਰੀ ਕੀਤੀ ਹੈ, ਅਰਦਾਸਾ ਸੋਧਿਆ ਹੀ ਹੈ। ਤੇ ਜਿਹੜਾ ਬਾਦਸ਼ਾਹ ਜਹਾਂਗੀਰ ਨੇ ਹੁਕਮਨਾਮਾ ਲਿਖ ਕੇ ਭੇਜਿਆ ਸੀ ਆਗਰੇ ਤੋਂ, ਉਹ ਘੋੜਾ ਲੈ ਕੇ ਮਨੁੱਖ ਇੱਕ ਹੁਕਮਨਾਮਾ ਲੈ ਜਾ ਪਹੁੰਚਿਆ ਹੈ। ਕਰਤ ਪਰ ਤੀਖਨ ਹਰਖ ਮਹਾਨਾ। ਤੇ ਜਦੋਂ ਇਹਨੇ ਹੁਕਮਨਾਮਾ ਪੜ੍ਹਿਆ ਤੇ ਵਿੱਚ ਲਿਖਿਆ ਵੀ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਆ ਰਹੇ ਆ, ਤੋ ਝਾਟੀ ਅਰਦਾਸ ਸੁਣੀ ਗਈ।
ਤੇ ਇਹਦੀ ਖੁਸ਼ੀ ਦੀ ਹੱਦ ਨਾ ਰਹੀ। ਹਰਦਾਸ ਜਿਹੜਾ ਕਿਲੇਦਾਰ ਬਹੁਤ ਪ੍ਰਸੰਨ ਹੋਇਆ ਹੈ। ਪਹੁੰਚੇ ਤਹਾਂ ਸ੍ਰੀ ਹਰਗੋਬਿੰਦ। ਤੇ ਇਹਨੇ ਨੂੰ ਸਾਧ ਸੰਗਤ ਜੀ ਮਗਰੇ ਹੀ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ, ਕਿਉਂਕਿ ਉਹ ਜਿਹਨਾਂ ਲੈ ਕੇ ਗਿਆ ਉਹ ਪਰਵਾਨਾ, ਉਹ ਪਹੁੰਚਿਆ ਕੁਝ ਸਮੇਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪੰਜਾਂ ਸਿੱਖਾਂ ਸਮੇਤ ਗਵਾਲੀਅਰ ਪਹੁੰਚ ਗਏ ਹਨ। ਤਬ ਹਰਿਦਾਸ ਉਠਿਓ ਕਰ ਬੰਦ। ਵੇਖ ਕੇ ਐਨ ਆਨੰਦ ਸਹਿਤ ਹੋ ਗਿਆ ਹਰਦਾਸ ਕਿਲੇਦਾਰ, ਤੇ ਗਰੀਬ ਨਵਾਜ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ, ਡੰਡੇਵਤ ਧਰਤੀ ਤੇ ਲੰਮਾ ਪੈ ਗਿਆ ਹੈ। ਬੰਦਨ ਕੀਨ ਭਾਉ ਵੱਡ ਧਾਰਾ। ਬੜਾ ਪ੍ਰੇਮ ਧਾਰ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਇਹਨੇ ਸ਼ਰਧਾ ਦੇ ਨਾਲ ਪ੍ਰੇਮ ਨਾਲ ਬੰਦਨਾ ਕੀਤੀ ਹੈ। ਲੇਕਾ ਸੰਗ ਸੋ ਦੁਰਗਮ ਜਹਾਰਾ। ਤੇ ਮਹਾਰਾਜ ਨੂੰ ਚਰਨੀ ਹੱਥ ਲਾ ਕੇ ਤੇ ਗਰੀਬ ਨਵਾਜ ਦੇ ਅੱਗੇ ਬੇਨਤੀ ਕਰਦਾ ਹੋਇਆ ਪੁੱਠੇ ਪੈਰੀਂ ਤੁਰਦਾ, ਕੰਡ ਨਹੀਂ ਕੀਤੀ ਮਹਾਰਾਜ ਵੱਲ, ਤੇ ਤੁਰਦਾ ਹੋਇਆ ਹਰਦਾਸ ਸ਼ਰਧਾ ਦੇ ਨਾਲ ਮਹਾਰਾਜ ਨੂੰ ਸਤਿਕਾਰ ਨਾਲ ਕਿਲੇ ਵਿੱਚ ਲੈ ਕੇ ਗਿਆ ਗਵਾਲੀਅਰ ਦੇ। ਪਰ ਵਿਰਸ਼ਿਓ ਆਛੋ ਥਲ ਜਹਾਂ ਹੇਰਾ। ਤੇ ਜਿੱਥੇ ਸੋਹਣੀ ਜਗ੍ਹਾ ਸੀ ਨਾ, ਸਾਫ ਸੁਥਰੀ ਚੰਗੀ ਸਜਾਈ ਫਬਾਈ ਹੋਈ ਸੋਹਣੀ ਜਗ੍ਹਾ ਮਹਾਰਾਜ ਦਾ ਆਸਣ ਲਵਾਇਆ ਹੈ। ਜਾਏ ਕਰਾਇਓ ਸਤਗੁਰ ਡੇਰਾ। ਗਰੀਬ ਨਵਾਜ ਮਹਾਰਾਜ ਆ ਇੱਥੇ ਉਤਾਰਾ ਕਰੋ ਸੱਚੇ ਪਾਤਸ਼ਾਹ ਜੀ, ਸਤਿਗੁਰਾਂ ਦਾ ਉਤਾਰਾ ਕਰਵਾ ਦਿੱਤਾ। ਇੱਕ ਸੁੰਦਰ ਪਰਯੰਕ ਡਸਾਇਓ, ਬੜਾ ਵੱਡਾ ਸੁੰਦਰ ਪਲੰਘਾ ਮਹਾਰਾਜ ਵਾਸਤੇ ਢਾਇਆ ਹੈ। ਆਸ ਤਰਨ ਸੋ ਨੀਕੇ ਛਾਇਓ। ਤੇ ਚਿੱਟੇ ਤੇ ਰੰਗ ਬਰੰਗੇ ਗਲੀਚੇ ਸੋਹਣੀ ਵਿਛਾਈ ਦੇ ਨਾਲ ਢੱਕ ਦਿੱਤਾ ਹੈ, ਉਸ ਪਲੰਘੇ ਦੀ ਵਿਛਾਈ ਕੀਤੀ ਹੈ। ਤਿਸ ਪਰ ਬਿਨਤੀ ਭਾਖ ਬਿਠਾਏ। ਤੇ ਮਹਾਰਾਜ ਨੂੰ ਹੱਥ ਬੇਨਤੀ ਬੰਨ ਕੇ ਨਾ ਹਰਦਾਸ ਨੇ, ਹੇ ਗਰੀਬ ਨਵਾਜ ਲਾਓ ਭਾਗ ਮਹਾਰਾਜ ਇਸ ਪਲੰਘੇ ਨੂੰ, ਇੱਥੇ ਆਪ ਜੀ ਕਿਰਪਾ ਕਰਕੇ ਸਜੋ ਜੀ। ਬੈਠ ਤਰੇ ਮਨ ਬਾਂਛਤ ਪਾਏ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਪਲੰਘੇ ਤੇ ਬੈਠ ਗਏ, ਤੇ ਇਹ ਹਰਦਾਸ ਕਿਲੇਦਾਰ ਗੁਰੂ ਪਾਤਸ਼ਾਹ ਸਾਹਿਬ ਦੇ ਚਰਨੀ ਬੈਠ ਗਿਆ। ਤੇ ਮਨ ਦੀਆਂ ਸਾਰੀਆਂ ਕਾਮਨਾਵਾਂ, ਵੱਡੀ ਇੱਛਾ ਤਾਂ ਦਰਸ਼ਨਾਂ ਦੀ ਹੁੰਦੀ। ਸਾਧ ਸੰਗ ਜਿਹੜੇ ਪ੍ਰੇਮੀ ਸਿੱਖ ਹੁੰਦੇ ਆ, ਆ ਮਾਇਆ ਤੇ ਨੌਕਰੀ ਦੁੱਧ ਪੁੱਤ ਦੀ ਦਾਤ ਜਿਹੜੀ ਹੈ, ਇਹ ਸੰਸਾਰ ਦੇ ਜਿਹੜੇ ਵਸਤੂਆਂ, ਚਲੋ ਇਹਨਾਂ ਦੀ ਕਈਆਂ ਨੂੰ ਲੋੜ, ਕਈ ਪਰਮਾਰਥ ਦੇ ਰਸਤੇ ਦੀ ਭਾਲ ਕਰਦੇ ਆ। ਤਾਂ ਦੋ ਪੱਖ ਹੈ, ਕੋਈ ਲੋਕ ਸਵਾਰਨ ਦੀ ਇੱਛਾ ਰੱਖਦੇ, ਕੋਈ ਪਰਲੋਕ ਦੀ। ਇਹ ਹਰਦਾਸ ਪਰਲੋਕ ਦਾ ਗਾਹਕ ਹੈ, ਤੇ ਗਰੀਬ ਨਵਾਜ ਮਹਾਰਾਜ ਦੇ ਦਰਸ਼ਨ ਕਰਕੇ ਮਨ ਇੱਛੇ ਫਲ ਪ੍ਰਾਪਤ ਹੋਏ ਹੈ। ਕਹਤ ਭਇਓ ਸੁਨ ਸੋ ਜਸ ਤੁਮਾਰਾ। ਸੋ ਜਸ ਮਹਾਰਾਜ ਮੈਂ ਬੜੀ ਵਡਿਆਈ ਸੁਣੀ ਹੈ ਤੁਹਾਡੀ। ਗਰੀਬ ਨਵਾਜ ਦਰਸ਼ਨ ਤਾਂ ਅੱਜ ਪਹਿਲੀ ਵਾਰੀ ਹੋਏ ਹੈ, ਪਰ ਮੈਂ ਸਿੱਖਾਂ ਤੋਂ, ਗੈਰ ਸਿੱਖਾਂ ਤੋਂ, ਹਿੰਦੂ ਮੁਸਲਮਾਨ, ਮਹਾਰਾਜ ਕੌਣ ਆ ਜਿਹੜੇ ਤੁਹਾਡੀ ਵਡਿਆਈ ਨਹੀਂ ਕਰਦਾ ਹੈ। ਚਾਹਤ ਰਹਿਓ ਮੈਂ ਦਰਸ ਉਦਾਰਾ। ਮਹਾਰਾਜ ਤੁਹਾਡਾ ਸੁੰਦਰ ਡਾਢਾ ਦਰਸ਼ਨ ਮੈਂ ਉਦੋਂ ਦਾ ਹੀ ਚਾਹਣਾ, ਜਿਹਦੇ ਤੋਂ ਸੁਣੀ ਦੀ ਤੁਹਾਡੀ ਸੋਭਾ ਹੀ ਸੁਣੀ ਜਾਂਦੀ। ਸੁਣਿਆ ਵੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਸਾਹਿਬਜ਼ਾਦਿਆਂ ਦਾ ਸਰੂਪ ਬੜਾ ਸੁੰਦਰ ਹੈ, ਜਿਹੜਾ ਦਰਸ਼ਨ ਕਰ ਲੈਂਦਾ ਗੁਰੂ ਹਰਗੋਬਿੰਦ ਸਾਹਿਬ ਦਾ ਹੀ ਹੋ ਕੇ ਰਹਿ ਜਾਂਦਾ। ਪਾਤਸ਼ਾਹ ਬੜੇ ਸਮੇਂ ਤੋਂ ਸੋਭਾ ਸੁਣ ਸੁਣ ਕੇ ਮੇਰੇ ਕੰਨ ਰੀਣੇ ਗਏ। ਮਹਾਰਾਜ ਜੀ ਬੜੀ ਇੱਛਾ ਸੀ ਮੈਂ ਤੁਹਾਡੇ ਸੁੰਦਰ ਦਰਸ਼ਨ ਪਾਵਾਂ। ਘਟ ਘਟ ਕੀ ਤੁਮ ਜਾਣਨ ਹਾਰੇ। ਮਹਾਰਾਜ ਅੱਜ ਭਰੋਸਾ ਵੱਧ ਗਿਆ ਵੀ ਮੇਰੇ ਸੱਚੇ ਪਾਤਸ਼ਾਹ ਤਾਂ ਸਾਰਿਆਂ ਦੇ ਘਟਾਂ ਘਟਾਂ ਦੀ, ਦਿਲਾਂ ਦਿਲਾਂ ਦੀ ਜਾਣਨ ਵਾਲੇ ਐ। ਆਨ ਦਿਓ ਦਰਸ਼ਨ ਇਸ ਬਾਰੇ। ਮੈਂ ਰੋਜ਼ ਅਰਦਾਸਾਂ ਕਰਦਾ ਸਾਂ, ਤੇ ਆਪ ਜੀਆਂ ਇਸ ਬਾਰੇ ਕਹੀਏ ਸਮੇਂ ਮੇਰੀ ਅਰਦਾਸ ਸੁਣੀ ਹੈ, ਤੇ ਕਿੰਨੀ ਦੂਰ ਚੱਲ ਕੇ ਗਵਾਲੀਅਰ ਬਹਾਨੇ ਦੇ ਨਾਲ ਮੈਨੂੰ ਦਰਸ਼ਨ ਬਖਸ਼ੇ ਐ। ਕਰਿਓ ਨਿਹਾਲ ਮੋਹੇ ਕੋ ਆਛੇ। ਮੇਰੀ ਜਨਮਾਂ ਜਨਮਾਂਤਰਾਂ ਦੀ ਮੈਲ ਕੱਢ ਦਿੱਤੀ ਪਾਤਸ਼ਾਹ, ਐਨ ਚੰਗੀ ਤਰ੍ਹਾਂ ਇਸ ਗਰੀਬ ਨੂੰ ਨਿਹਾਲ ਕਰ ਦਿੱਤਾ ਪਾਪੀ ਨੂੰ। ਦੇਤ ਮਨੋਰਥ ਦਾਸ ਜੋ ਬਾਛੇ। ਮਹਾਰਾਜ ਤੁਹਾਡੇ ਦਾਸ ਜੋ ਵੀ ਮੰਗਦੇ ਨਾ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਦਾ ਬਿਰਦ ਤੁਸੀਂ ਸਾਂਭਦੇ ਹੋ, ਸਭ ਦੀਆਂ ਝੋਲੀਆਂ ਭਰਨ ਵਾਲੇ ਹੋ। ਭਾਉ ਹੀਰ ਕਰ ਬਹੁ ਹਰਦਾਸ। ਤੋ ਗਰੀਬ ਨਵਾਜ ਸਤਿਗੁਰਾਂ ਨੇ ਇਸ ਜਿਹੜਾ ਹਰਦਾਸ ਹੈ ਕਿਲੇਦਾਰ, ਇਹਦਾ ਬਹੁਤ ਪ੍ਰੇਮ, ਇਹਦੇ ਮਨ ਦੀ ਸ਼ਰਧਾ ਵੇਖ ਕਰ ਸ੍ਰੀ ਮੁਖ ਤੇ ਕਿਉ ਬਾਕ ਪ੍ਰਕਾਸ਼। ਆਪਣੇ ਸ਼੍ਰੀ ਕੰਠ ਤੋਂ ਸੁਭਾਏਮਾਨ ਮੁਖ ਤੋਂ ਹਜ਼ੂਰ ਗੁਰੂ ਹਰਗੋਬਿੰਦ ਸਾਹਿਬ ਜੀਆਂ ਇਸ ਹਰਦਾਸ ਨੂੰ ਬਚਨ ਆਖਿਆ। ਗੁਰ ਘਰ ਕੇ ਜੋ ਸ਼ਰਧਾ ਧਾਰੀ। ਕਹਿੰਦੇ ਆ ਕਿ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਘਰ ਤੇ ਸ਼ਰਧਾ ਧਾਰੀ ਹੋਈ ਨਾ ਹਰਦਾਸ, ਜਿਹੜਾ ਕੋਈ ਮਨੁੱਖ, ਚਾਹੇ ਸਿੱਖ ਹੈ, ਚਾਹੇ ਮੁਸਲਮਾਨ, ਚਾਹੇ ਹਿੰਦੂ, ਕੋਈ ਵੀ ਆ, ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਤੇ ਸ਼ਰਧਾ ਰੱਖਦੇ ਆ, ਦੋਹ ਲੋਕਨ ਗਤ ਲਿਹਤ ਸੁਖਾਰੀ। ਉਹਨਾਂ ਦੇ ਲੋਕ ਵੀ ਸੁਹੇਲੇ ਤੇ ਪਰਲੋਕ ਵੀ ਸੁਹੇਲੇ ਹੁੰਦੇ ਆ। ਉਹਨਾਂ ਦੀ ਦੋ ਜਹਾਨਾਂ ਵਿੱਚ ਕਲਿਆਣ ਹੈ, ਜਿਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਘਰ ਤੇ ਭਰੋਸਾ ਤੇ ਸ਼ਰਧਾ ਹੈ। ਸ੍ਰੀ ਨਾਨਕ ਜਗ ਗੁਰ ਸਭ ਮਾਲਕ। ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਸੰਸਾਰ ਦੇ ਗੁਰੂ ਹੈ, ਤੇ ਸਭ ਵਾਲੀਏ ਕਾਇਨਾਤ ਹਨ।
ਚਾਰ ਪਦਾਰਥ ਦੇ ਤਤਕਾਲਕ। ਤੇ ਮਹਾਰਾਜ ਗੁਰੂ ਨਾਨਕ ਦੇਵ ਜੀ ਦਾ ਕੋਈ ਸਿੱਖ ਬਣੇ, ਸ਼ਰਧਾ ਧਾਰ ਕੇ ਅਰਦਾਸ ਕਰੇ, ਚਾਰੇ ਪਦਾਰਥ ਮਹਾਰਾਜ ਤਤਕਾਲਕ ਹੀ ਉਸੇ ਵੇਲੇ ਹੀ ਹਾਜ਼ਰ ਕਰ ਦਿੰਦੇ ਆ। ਧਰਮ, ਅਰਥ, ਕਾਮ ਤੇ ਮੋਕਸ਼, ਇਹ ਚਾਰੇ ਪਦਾਰਥਾਂ ਦੀ ਸਾਧ ਸੰਗਤ ਦੀ ਸਾਰੀ ਦੁਨੀਆ ਦੇ ਪਦਾਰਥ ਆ ਜਾਂਦੇ ਆ। ਤੋ ਗਰੀਬ ਨਵਾਜ ਮਹਾਰਾਜ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਬੜੇ ਵੱਡੇ ਦਾਤੇ ਆ ਹਰਦਾਸ, ਜਿਹੜਾ ਉਹਨਾਂ ਤੇ ਸ਼ਰਧਾ ਧਾਰਦਾ ਹੈ ਨਾ, ਅਰਦਾਸ ਕਰਦਾ ਹੈ ਸ਼ਰਧਾ ਰੱਖ ਕੇ, ਤੋ ਗੁਰੂ ਸਾਹਿਬ ਮਹਾਰਾਜ ਚਾਰੇ ਪਦਾਰਥ ਦੇਣ ਲੱਗਿਆਂ ਦੇਰੀ ਨਹੀਂ ਲਾਉਂਦੇ ਹਨ। ਚਾਰ ਪਦਾਰਥ ਦੇਤ ਨਾ ਬਾਰ। ਸੁਨਤ ਹਰਖ ਕਰ ਕਹਿ ਹਰਦਾਸ। ਉਹ ਹਰਦਾਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬਚਨ ਸੁਣ ਕੇ ਬੜਾ ਖੁਸ਼ ਹੋਇਆ ਹੈ। ਵਸਤ ਜੋ ਚਾਹੀਤ ਪਠੀ ਸੋ ਪਾਸ। ਜਿਹੜੀ ਜਿਹੜੀ ਕੋਈ ਵਸਤੂ ਚਾਹੀਦੀ ਸੀ ਨਾ, ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ ਇਹਨੇ ਭੇਜ ਦਿੱਤੀ ਹੈ। ਵੀ ਜਿਹੜੀਆਂ ਜਿਹੜੀਆਂ ਵਸਤੂਆਂ ਦੀ ਲੋੜ ਹੁੰਦੀ ਹੈ ਰੋਜ਼ ਵਰਤਣ ਵਾਸਤੇ, ਉਹ ਵਸਤੂਆਂ ਭੇਜ ਦਿੱਤੀਆਂ ਹਨ। ਕੈਦ ਵਿਖੈ ਮਹੀਪਾਲ ਬਿਸਾਲਾ। ਤੇ ਹੁਣ ਜਿਹੜਾ ਇਹ ਗਵਾਲੀਅਰ ਦਾ ਕਿਲ੍ਹਾ ਹੈ ਨਾ ਸਾਧ ਸੰਗਤ ਜੀ, ਕਵੀ ਜੀ ਕਹਿੰਦੇ ਇਹੋ ਜਿਹਾ ਕਿਲ੍ਹਾ ਸੀ ਜਿੱਥੇ ਬੜੇ ਵੱਡੇ ਵੱਡੇ ਰਾਜੇ ਕੈਦ ਕਰਕੇ ਰੱਖੇ ਜਾਂਦੇ ਸਨ। ਉਮਰ ਕੈਦ ਜਿਨ ਕੀ ਸਭ ਕਾਲਾ। ਤੇ ਉੱਥੇ ਉਹ ਕੈਦੀ ਰੱਖੇ ਜਾਂਦੇ ਸੀ ਜਿਨ੍ਹਾਂ ਨੂੰ ਮਰਨ ਤੱਕ ਕੈਦ ਹੁੰਦੀ ਸੀ। ਇੱਕ ਉਮਰ ਕੈਦ ਹੁੰਦੀ ਹੈ, ਕੁਝ ਜਿਵੇਂ 20 ਸਾਲੀ ਹੁਣ ਜਿਵੇਂ ਵੱਜਦੀਆਂ, ਉਹ ਉਮਰ ਕੈਦ ਇੱਕ ਹੁੰਦੀ ਵੀ ਮਰਨ ਤੱਕ ਉਮਰ ਕੈਦ, ਜਿੰਨਾ ਚਿਰ ਮਰ ਜੇ ਚਾਹੇ ਉਦੋਂ ਹੀ ਮਰ ਜੇ ਤੇ ਚਾਹੇ 100 ਸਾਲ ਜਿਉਂਦਾ ਰਹੇ, ਉਹਦੀ ਮੌਤ ਉੱਥੇ ਹੀ ਹੋਣੀ ਹੁੰਦੀ ਹੈ। ਤੋ ਉਮਰ ਕੈਦ ਮੌਤ ਤੀਕਰ ਜਿਹੜੀ ਹੈ ਉਹ ਰਾਜਿਆਂ ਨੂੰ ਸੁਣਾਈ ਜਾਂਦੀ ਸੀ। ਉਹ ਉਮਰ ਕੈਦ ਵਾਲੇ ਸਾਰੇ ਗਵਾਲੀਅਰ ਦੇ ਕਿਲੇ ਵਿੱਚ ਰੱਖੇ ਜਾਂਦੇ ਆ। ਕਬਹੂ ਨਾ ਛੋਡਣਾ ਜਿਨ ਕੋ ਹੋਏ। ਜਿਨ੍ਹਾਂ ਨੂੰ ਕਦੇ ਜ਼ਮਾਨਤ ਤੱਕ ਨਹੀਂ ਮਿਲਦੀ, ਸਾਰੀ ਉਮਰ ਉਹਨਾਂ ਨੂੰ ਉਸੇ ਕਿਲੇ ਵਿੱਚ ਰਹਿਣਾ ਪੈਂਦਾ ਹੈ। ਤਿਸੀ ਦੁਰਗ ਮਹਿ ਗੀਰਤ ਸੋਏ। ਤੇ ਇਹ ਸਜ਼ਾ ਉਹਨਾਂ ਨੂੰ ਮਿਲਦੀ ਸੀ ਜਿਹੜੇ ਪਹਿਲਾਂ ਬਾਦਸ਼ਾਹ ਦੇ ਖਿਲਾਫ ਬਗਾਵਤ ਕਰਦੇ ਸਨ, ਕੋਈ ਗੱਲ ਨਹੀਂ ਮੰਨਦੇ ਸੀ। ਉਮਰ ਕੈਦ ਦੇ ਕੇ ਉਹਨਾਂ ਨੂੰ ਕਿਲੇ ਭੇਜ ਦਿੱਤਾ ਜਾਂਦਾ, ਨਜ਼ਰਬੰਦ ਕੀਤਾ ਜਾਂਦਾ ਸੀ, ਨਾ ਮਿਲਣ ਦਿੱਤਾ ਜਾਂਦਾ। ਤੋ ਇਸ ਤਰ੍ਹਾਂ ਤੋ ਕਵੀ ਜੀ ਕਹਿੰਦੇ ਉਹ ਗਵਾਲੀਅਰ ਦੇ ਕਿਲੇ ਵਿੱਚ ਹੀ ਉਹ ਰਾਜੇ ਵੀ ਕੈਦ ਕੀਤੇ ਜਾਂਦੇ ਸੀ ਜਿਨ੍ਹਾਂ ਨੂੰ ਉਮਰ ਕੈਦ ਹੁੰਦੀ ਹੈ। ਸੁਣੀ ਸਭਨ ਸਤਗੁਰ ਇਤ ਆਏ। ਤੇ 52 ਰਾਜੇ ਉਦੋਂ ਕੈਦ ਸਨ ਇੱਥੇ ਗਵਾਲੀਅਰ ਦੇ ਕਿਲੇ ਵਿੱਚ। ਤੇ ਇਹਨਾਂ ਨੇ ਜਦੋਂ ਸੁਣਿਆ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇੱਥੇ ਕਿਲੇ ਵਿੱਚ ਆਏ ਹੋਏ ਹਨ, ਭਏ ਆਨੰਦ ਮਨਹੁ ਛਟਕਾਏ। ਤੇ ਉਹਨਾਂ ਨੂੰ ਇੰਨੀ ਖੁਸ਼ੀ ਹੋਈ ਮਹਾਰਾਜ ਦੇ ਆਇਆਂ ਨੂੰ ਵੀ ਮਾਨੋ ਅੱਜ ਉਹਨਾਂ ਨੂੰ ਸੱਚੀ ਰਿਹਾਈ ਮਿਲ ਗਈ ਹੋਵੇ। ਅਜੇ ਭਾਵੇਂ ਰਿਹਾਈ ਨਹੀਂ ਮਿਲੀ, ਪਰ ਕਵੀ ਜੀ ਕਹਿੰਦੇ ਮਹਾਰਾਜ ਦੇ ਆਉਂਦਿਆਂ ਹੀ ਉਹਨਾਂ ਨੂੰ ਚਾਅ ਚੜ੍ਹ ਗਿਆ ਵੀ ਸਮਝੋ ਹੁਣ ਤਾਂ ਰਿਹਾ ਹੋ ਗਏ ਹਾਂ। ਕਰ ਜੋਰੇ ਸਭ ਹੀ ਤਹ ਆਏ। ਹੱਥ ਜੋੜੇ ਸਾਰਿਆਂ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਦੇ ਦਰਸ਼ਨਾਂ ਨੂੰ ਆਏ ਹਨ। ਗੁਰ ਕੋ ਦਰਸ ਕੀਨ ਸੁਖ ਪਾਏ। ਮਹਾਰਾਜ ਦੇ ਦਰਸ਼ਨ ਰਜ ਰਜ ਕੇ ਕੀਤੇ, ਇਹਨਾਂ ਨੇ ਬੜਾ ਸੁਖ ਪ੍ਰਾਪਤ ਹੋਇਆ ਹੈ। ਸਭ ਕੇ ਉਪਰ ਬਸਤਰ ਮਲੀਨ। ਤੇ ਹੁਣ ਉੱਥੇ ਇਸ਼ਨਾਨ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਦਿੰਦੇ ਸਨ। ਤੇ ਜਿਉਂ ਕੀ ਪਤਾ ਕਦੋਂ ਦੇ ਬੰਨੇ ਹੋਏ ਵਿਚਾਰੇ ਤੇ ਬਿਲਕੁਲ ਮੈਲੇ ਕੁਚੈਲੇ ਬਸਤਰ ਉਹਨਾਂ ਦੇ ਗਲ ਵਿੱਚ ਜਿਉਂ ਕੈਦ ਕੀਤੇ ਉਹੀ ਪਾਏ ਹੋਏ ਹੈ। ਤਨ ਤੇ ਤੁਰਬਲ ਚਿੰਤਾ ਪੀਨ। ਤੇ ਕੱਪੜੇ ਲੀਰੋ ਲੀਰ ਹੋਏ ਹੋਏ ਤੇ ਸਰੀਰ ਇਹਨਾਂ ਦੇ ਐਨ ਸੁੱਕ ਸੁੱਕ ਕੇ ਤੀਲਾ ਹੋਏ ਹੋਏ, ਚਿੰਤਾ ਦੇ ਨਾਲ ਵਿਚਾਰੇ ਭਿੱਜੇ ਹੋਏ, ਖੌਰੇ ਕਦੋਂ ਦੇ ਕੈਦ ਕੀਤੇ ਹੋਏ ਸਨ। ਕੇਸ ਸਮਸ ਮਹਿ ਚੂਕ ਕਨੇਰੀ। ਉਹਨਾਂ ਦੇ ਦਾੜਿਆਂ ਦੇ ਵਿੱਚ ਤੇ ਕੇਸਾਂ ਦੇ ਵਿੱਚ ਬਹੁਤ ਜੂਆਂ ਤੇ ਜੀਵ ਕੀੜੇ ਆਦਿਕ ਪਏ ਹੋਏ ਆ। ਪਾਇਨ ਪਰੀ ਪੀਨ ਹੀ ਬੇਟੀ। ਤੇ ਚੰਗੀਆਂ ਪੱਕੀਆਂ ਸਖਤ ਕਰਕੇ ਜਿਹੜੀਆਂ ਬੇੜੀਆਂ ਹੁੰਦੀਆਂ ਉਹ ਇਹਨਾਂ ਰਾਜਿਆਂ ਦੇ ਪੈਰਾਂ ਵਿੱਚ ਪਾਈਆਂ, ਸਿਰ ਵਿੱਚ, ਪੈਰਾਂ, ਹੱਥਾਂ ਵਿੱਚ ਜ਼ਖਮ ਹੋ ਕੇ ਕੀੜੇ ਪਏ ਹੋਏ ਆ। ਜੀਰਨ ਪਟ ਤਨ ਧਾਰਨ ਕਰੇ। ਤੇ ਪਾਟੇ ਪੁਰਾਣੇ ਕੱਪੜੇ ਲੀਰੋ ਲੀਰ ਹੋਏ ਜਿਹੜੇ ਇਹਨਾਂ ਨੇ ਸਰੀਰ ਤੇ ਪਹਿਨੇ ਹੋਏ, ਮੈਲੇ ਕੁਚੈਲੇ। ਮੁਕਤ ਹੋਣ ਕੀ ਆਸ ਨਾ ਧਰੇ। ਵੀ ਛਡਾਉਣਾ ਤਾਂ ਦੂਰ ਦੀ ਗੱਲ ਵੀ ਅਸੀਂ ਛੁੱਟ ਜਾਾਂਗੇ, ਇਹਨਾਂ ਨੇ ਕਦੇ ਕਹਿੰਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਵੀ ਸਾਡੀ ਵੀ ਕਿਤੇ ਰਿਹਾਈ ਹੋ ਜਾਵੇਗੀ, ਕਿਉਂਕਿ ਉੱਥੇ ਆਸ ਹੀ ਕੋਈ ਨਹੀਂ ਸੀ। ਕਿਉਂਕਿ ਪਤਾ ਨਹੀਂ ਕਿੰਨੇ ਕੀ ਉੱਥੇ ਮਰ ਗਏ ਆ ਇਹਦੋਂ ਪਹਿਲਾਂ, ਕਦੀ ਕਿਸੇ ਦੀ ਰਿਹਾਈ ਨਹੀਂ ਹੋਈ। ਜਿਹੜਾ ਉਸ ਕਿਲੇ ਵਿੱਚ ਪਾਇਆ ਜਾਂਦਾ ਸੀ ਉਹ ਮਰੇ ਤੋਂ ਬਾਅਦ ਹੀ ਬਾਹਰ ਕੱਢਿਆ ਜਾਂਦਾ ਸੀ। ਤੋ ਇਹੋ ਜਿਹੀ ਨਰਕ ਭਰੀ ਜ਼ਿੰਦਗੀ ਰਾਜੇ ਜਿਉਂ ਰਹੇ ਹੈ। ਜਦੋਂ ਗੁਰੂ ਸਾਹਿਬ ਮਹਾਰਾਜ ਪਹੁੰਚੇ, ਕਹਿੰਦੇ ਕਵੀ ਜੀ ਇਹਨਾਂ ਨੇ ਮੁਕਤ ਹੋਣ ਬਾਰੇ ਕਦੇ ਸੋਚਿਆ ਵੀ ਨਹੀਂ ਹੋਣਾ। ਵਿਛੜੇ ਪਰਵਾਰਨ ਅਰ ਦੇਸਾ। ਤੇ ਕਈ ਸਾਲਾਂ ਦੇ ਆਪਦੇ ਪਰਿਵਾਰਾਂ ਤੋਂ ਵਿਛੜੇ ਹੋਏ ਵਿਚਾਰੇ ਤੇ ਆਪਦੇ ਦੇਸ਼ਾਂ ਤੋਂ ਬੇਘਰ ਹੋਏ ਨਿਸ ਦਿਨ ਜਿਨਹ ਕਲੇਸ਼ ਵਿਸ਼ੇਸ਼। ਤੇ ਮਨ ਵਿੱਚ ਦਿਨ ਰਾਤ ਹੀ ਜਿਨ੍ਹਾਂ ਦੇ ਦੁੱਖ ਕਲੇਸ਼ ਬਣਿਆ ਰਹਿੰਦਾ ਸੀ। ਜਰਾ ਸਿੰਧ ਜਿਮ ਰਾਜੇ ਗਹੇ। ਕਹਿੰਦੇ ਇਹਨਾਂ ਦੀ ਉਹ ਹਾਲਤ ਸੀ ਜਿਵੇਂ ਜਿਹੜਾ ਕਿ ਦੁਆਪਰ ਦੇ ਵਿੱਚ ਜਰਾਸੰਧ ਨੇ
ਰਾਜੇ ਜਿਹੜੇ ਸਾਰੇ ਕੈਦ ਕੀਤੇ ਹੋਏ ਸਨ। ਦੇਖ ਕ੍ਰਿਸ਼ਨ ਜੋ ਆਨੰਦ ਲਹੇ। ਤੇ ਕ੍ਰਿਸ਼ਨ ਭਗਵਾਨ ਵੀ ਜਦੋਂ ਜਰਾਸੰਧ ਦੀ ਕੈਦ ਵਿੱਚ ਗਏ ਆ ਤੇ ਜਿਵੇਂ ਉਹਨਾਂ ਰਾਜਿਆਂ ਨੂੰ ਕ੍ਰਿਸ਼ਨ ਭਗਵਾਨ ਨੂੰ ਵੇਖ ਕੇ ਬੜਾ ਆਨੰਦ ਹੋਇਆ ਸੀ। ਤਿਮ ਸਭ ਪਿਖ ਸ੍ਰੀ ਹਰਿ ਗੋਬਿੰਦ। ਕਹਿੰਦੇ ਉਵੇਂ ਅੱਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਵੇਖ ਕੇ ਸਾਰੇ ਬੜੇ ਪ੍ਰਸੰਨ ਹੋ ਰਹੇ ਵੀ ਅੱਜ ਇਹ ਆ ਗਏ ਆ ਬੰਦੀ ਛੋੜਦਾ ਤੇ ਹੁਣ ਸਾਡੀ ਵੀ ਸੁਣੀ ਜਾਵੇਗੀ। ਇਹ ਸਭ ਦੀਆਂ ਇੱਛਾ ਪੂਰੀਆਂ ਕਰਦੇ ਆ। ਨਾਮ ਕਿਰਿਆ ਜੁਗ ਕੀ ਮਾਨਿੰਦ। ਉਹ ਕਵੀ ਜੀ ਕਹਿੰਦੇ ਨਾਮ ਤੇ ਕਿਰਿਆ ਦੋਵਾਂ ਦੀ ਇੱਕੋ ਜਿਹੀ ਆ ਵੀ ਤਾਂ ਗੁਰੂ ਕ੍ਰਿਸ਼ਨ ਦਾ ਨਾਮ ਇੱਕ ਗੋਬਿੰਦ ਵੀ ਸੀ ਨਾ। ਤੋ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਨਾਮ ਹੀ ਹਰਗੋਬਿੰਦ ਹੈ। ਨਾਮ ਵੀ ਇੱਕੋ ਜਿਹਾ ਤੇ ਕਿਰਿਆ ਵੀ ਇੱਕੋ ਜਿਹੀ। ਉਹਨਾਂ ਵੀ ਬੰਦੀ ਛੋੜ ਭਾਵ ਰਾਜੇ ਕਰਾਏ ਸੀ ਰਿਹਾ ਜਰਾਸੰਧ ਨੂੰ ਮਾਰ ਕਰਕੇ। ਤੇ ਇੱਧਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਬੰਦੀ ਛੋੜ ਦਾਤੇ ਹਨਗੇ। ਦੇਖਤ ਕਿਰਪਾ ਕਿਰਪਾਲ ਬਿਸਾਲਾ। ਤੇ ਜਦੋਂ ਸਾਧ ਸੰਗੀ ਨਾਲ ਰਾਜਿਆਂ ਦੀ ਹਾਲਤ ਵੇਖੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਤੇ ਗਰੀਬ ਨਵਾਜ ਮਹਾਰਾਜ ਨੇ ਸਿਰ ਫੇਰਿਆ ਤੇ ਇਹਨਾਂ ਦੀ ਹਾਲਤ ਵੇਖ ਕੇ ਬੜੀ ਕਿਰਪਾ ਆਈ ਹੈ। ਸਭ ਕੋ ਦਈ ਧੀਰ ਤਿਸ ਕਾਲਾ। ਤੇ ਮਹਾਰਾਜ ਨੇ ਸਾਰਿਆਂ ਨੂੰ ਧੀਰਜ ਦਿੱਤਾ ਵੀ ਹੁਣ ਕਿਉਂਕਿ ਮਹਾਰਾਜ ਦੇ ਅੱਗੇ ਰੋਣ ਲੱਗ ਪਏ ਸੀ। ਕੋਈ ਚਰਨੀ ਡਿੱਗ ਡਿੱਗ ਕੀੜੇ ਪਏ ਹੋਏ ਆਪਣੀ ਹਾਲਤ ਵਿਖਾਉਂਦੇ ਆ। ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਾਰਿਆਂ ਨੂੰ ਧੀਰਜ ਦਿੱਤਾ ਵੀ ਹੁਣ ਅਸੀਂ ਆ ਗਏ ਆ। ਕੋਈ ਰੋਵੇ ਨਾ, ਕੋਈ ਪ੍ਰਵਾਹ ਨਾ ਕਰੇ। ਗੁਰੂ ਨਾਨਕ ਪਾਤਸ਼ਾਹ ਦਾ ਘਰ ਇੱਥੇ ਆ ਚੁੱਕਾ ਹੈ। ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆਉਣ ਦੇਵਾਂਗੇ। ਰਹਿਣ ਲੱਗੇ ਪੁਨ ਦੁਰਗਮ ਜਹਾਰੇ। ਤੋ ਇਸ ਤੋਂ ਬਾਅਦ ਸੱਚੇ ਪਾਤਸ਼ਾਹ ਵੀ ਕਿਲੇ ਵਿੱਚ ਰਹਿਣ ਲੱਗ ਪਏ ਹਨ। ਸਭ ਕੈਦਨ ਕੋ ਦੇਤ ਆਹਾਰੂ। ਕਿੱਥੇ ਇਹਨਾਂ ਨੂੰ ਰਜਵੀਂ ਰੋਟੀ ਖਰੇ ਕਿੰਨਾ ਸਮਾਂ ਹੋਇਆ, ਕੁਝ ਮਿਲਿਆ ਕਿ ਨਹੀਂ ਮਿਲਿਆ। ਜਿੱਦਣ ਤੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਏ ਹੈ ਸਾਰਿਆਂ ਨੂੰ ਰਜਵਾਂ ਖਾਣਾ ਮਹਾਰਾਜ ਜੀ ਦੇ ਰਹੇ ਕਿਉਂਕਿ ਮਹਾਰਾਜ ਨੇ ਉੱਥੇ ਜਾ ਕੇ ਵੀ ਲੰਗਰ ਆਰੰਭ ਕਰ ਦਿੱਤਾ ਸੀ। ਸਭ ਨੂੰ ਖੁੱਲਾ ਪ੍ਰਸ਼ਾਦਾ ਗੱਫਾ ਮਿਲਦਾ ਹੈ। ਪਾਤਸ਼ਾਹੋ ਤੇ ਧਨ ਬਹੁ ਆਵੈ। ਕਿਉਂਕਿ ਬਾਦਸ਼ਾਹ ਦੇ ਘਰੋਂ ਵੀ 500 ਰੁਪਈਆ ਗੁਰੂ ਹਰਗੋਬਿੰਦ ਸਾਹਿਬ ਨੂੰ ਰੋਜ਼ ਆਉਂਦਾ ਹੈ ਖਜ਼ਾਨੇ ਵਿੱਚੋਂ। ਪੁਨ ਹਰਦਾਸ ਰਸਦ ਪਹੁੰਚਾਵੈ। ਤੇ ਜਿਹੜਾ ਹਰਦਾਸ ਹੈ ਜਿੰਨੀ ਰਸਤ ਲੱਗਦੀ ਹੈ ਉਹ ਸਾਰੀ ਹਾਜ਼ਰ ਕਰਕੇ ਦਿੰਦਾ ਕਿਉਂਕਿ ਬਾਦਸ਼ਾਹ ਦਾ ਹੁਕਮ ਹੈ ਵੀ ਜੋ ਮੰਗਣ ਹਾਜ਼ਰ ਕਰਕੇ ਦੇਣਾ। ਤੋ ਸੱਚੇ ਪਾਤਸ਼ਾਹ ਨੂੰ ਸਾਰੀਆਂ ਰਸਤਾਂ ਹਰਦਾਸ ਜਿਹੜਾ ਉਹ ਲਿਆ ਕੇ ਹਾਜ਼ਰ ਕਰਦਾ ਹੈ। ਬਨਹ ਤਿਹਾਵਲ ਨਿਤ ਸਮਦਾਏ। ਤੇ ਰੋਜ਼ ਕਹਿੰਦੇ ਵੱਡੇ ਵੱਡੇ ਕੜਾਏ ਗਵਾਲੀਅਰ ਵਿੱਚ ਚੜ੍ਹਦੇ ਆ ਜਿਹਦੇ ਵਿੱਚ ਪੰਚਮ ਕੜਾ ਪ੍ਰਸ਼ਾਦੀ ਦੇਗ ਬਣਦੀ ਹੈ। ਜਿਤੇ ਦੁਰਗ ਮਹਿ ਸਗਰੇ ਖਾਏ। ਜਿੰਨੇ ਕਿਲੇ ਵਿੱਚ ਭੁੱਖੇ ਰਾਜੇ ਮਹਾਰਾਜ ਨੇ ਸਾਰਿਆਂ ਨੂੰ ਕੜਾ ਖਵਾ ਕੇ ਤੇ ਕੁੱਖਾਂ ਕੱਢ ਦਿੱਤੀਆਂ। ਥੋੜੇ ਸਮੇਂ ਵਿੱਚ ਕਿੱਥੇ ਸੜੇ ਪਏ ਸੀ ਸਰੀਰ, ਹੱਡ ਚੰਮ ਸੁੱਕ ਕੇ ਹੱਡੀਆਂ ਦੀਦੀਆਂ ਸੀ। ਤੇ ਮਹਾਰਾਜ ਨੇ ਗਵਾਲੀਅਰ ਵਿੱਚ ਇਹੋ ਜਿਹੀ ਦਇਆ ਵਰਤਾਈ ਕੜਾ ਖਵਾ ਕੇ ਤੇ ਸਾਰੇ ਰਾਜੇ ਜਿੰਨੇ ਆ ਸਾਰੇ ਹੀ ਲਾਲ ਰੱਤੇ ਕਰ ਦਿੱਤੇ ਐ। ਸੁਦਿਤ ਰਹਿਣ ਪਾਵੈ ਨਹ ਕੋਈ ਨਹੀਂ ਮਹਾਰਾਜ ਨੇ ਭੁੱਖਾ ਛੱਡਿਆ, ਸਾਰਿਆਂ ਦੀਆਂ ਕੁੱਖਾਂ ਕੱਢ ਦਿੱਤੀਆਂ ਨੇ। ਸਵਾਦਲ ਅਸਨ ਦੇਤ ਬਹੁ ਹੋਈ। ਤੇ ਇਸ ਤਰ੍ਹਾਂ ਦੇਗ ਵੀ ਸਾਜੀ ਤੇ ਹੋਰ ਵੀ ਬੜੇ ਤਰ੍ਹਾਂ ਦੇ ਭੋਜਨ ਮਹਾਰਾਜ ਨੇ ਛਕਾਉਣੇ ਕੀਤੇ ਐ। ਜੇਤਕ ਕੈਦੀ ਬ੍ਰਿੰਦ ਸਿਪਾਹੀ। ਕੈਦੀ ਹੋਰ ਵੀ ਜਿੰਨੇ ਸੀ ਉਹਨਾਂ ਨੂੰ ਵੀ ਤੇ ਨਾਲ ਮਹਾਰਾਜ ਜਿੰਨੇ ਉੱਥੇ ਸਿਪਾਹੀ ਸਨ ਕੋਈ ਡਿਊਟੀ ਨੌਕਰੀ ਕਰਨ ਵਾਲੇ ਉਹਨਾਂ ਨੂੰ ਵੀ ਕੜਾ ਪ੍ਰਸ਼ਾਦ ਦੀ ਦੇਗ ਵਰਤਦੀ ਹੈ। ਸਤਿਗੁਰ ਤੇ ਪੰਚਾਮ੍ਰਿਤ ਖਾਹੀ। ਕੈਦੀ ਤੇ ਜਿੰਨੇ ਕੋਈ ਨੌਕਰੀ ਕਰਨ ਵਾਲੀ ਫੌਜ ਹੈ ਸਾਰੇ ਕੜਾ ਪ੍ਰਸ਼ਾਦ ਦੇਗ ਰੋਜ਼ ਛਕਦੇ ਹਨ। ਤੋ ਬਚਹ ਪਨ ਵੈਰ ਦਿਵਾਵੈ। ਤੇ ਉਹ ਫਿਰ ਵੀ ਵੱਧ ਜਾਂਦੀ, ਇੰਨੀ ਦੇਗ ਬਣਦੀ ਉੱਥੇ ਕੜਾ ਬਣਦਾ ਫੇਰ ਵੀ ਵੱਧ ਜਾਂਦਾ ਤੇ ਫਿਰ ਬਾਹਰ ਗਵਾਲੀਅਰ ਦੇ ਕਿਲੇ ਤੋਂ ਵਰਤਾਉਣਾ ਕੀਤਾ ਜਾਂਦਾ ਹੈ। ਆਨ ਲੋਕ ਗਨ ਲੈ ਕਰ ਪਾਵੈ। ਤੇ ਉੱਥੋਂ ਦੇ ਜਿਹੜੇ ਲੋਕ ਆ ਉਹ ਆਣ ਕੇ ਕਿਉਂਕਿ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਂਦੇ ਹੋਣਗੇ। ਸੰਸਾਰ ਦੇ ਲੋਕ ਇਹ ਹਲਵਾ ਕਹਿੰਦੇ ਆ ਹਿੰਦੁਸਤਾਨ ਦੇ ਲੋਕ, ਤੇ ਉਹ ਕਿਹੋ ਜਿਹਾ ਹੁੰਦਾ ਆਪਾਂ ਵੇਖਦੇ ਹੀ ਆ। ਕਈ ਵਾਰੀ ਆ ਪੂੜੀਆਂ ਤੇ ਹਲਵਾ ਬਣਾਉਂਦੇ ਆ ਨਾ ਇੱਥੇ ਜੱਗ ਜੁਗ ਲਾਉਂਦੇ ਜਦੋਂ ਮਾਤਾ ਦਾ ਆਦਿਕ ਦਾ। ਤੋ ਗੁਰੂ ਘਰ ਦੀ ਦੇਗ ਦੀ ਰੀਸ ਖਾਲਸਾ ਜੀ ਕੌਣ ਕਰੇ, ਖਾ ਕੇ ਕਿਤੇ ਰੱਜ ਆਉਂਦਾ। ਤੋ ਉਹ ਵੇਖਦੇ ਜਦੋਂ ਪਾਸੇ ਆਸੇ ਦੇ ਲੋਕ ਦੇਸੀ ਘਿਓ ਦਾ ਬਣਿਆ ਪੰਚਮ ਕੜਾਹ ਪ੍ਰਸ਼ਾਦ ਤੇ ਸਮਾਂ ਵਰਤਦਾ, ਸਾਰਾ ਦਿਨ ਵਰਤਦਾ ਰਹਿੰਦਾ। ਅੰਦਰ ਕਿਲੇ 'ਚ ਵਰਤਣ ਤੋਂ ਬਾਅਦ ਫੇਰ ਵੀ ਵੱਧ ਜਾਂਦਾ, ਫੌਜ ਵੀ ਛਕ ਲੈਂਦੀ ਹੈ। ਤੇ ਜਿਹੜੇ ਗਰੀਬੀ ਉੱਥੇ ਗਵਾਲੀਅਰ ਜਾਓ ਤੁਸੀਂ, ਉਹ ਉੱਥੇ ਅਜੇ ਸਿੱਖ ਕਾਫੀ ਬੈਠੇ ਕਰਕੇ ਆ ਤੇ ਗਰੀਬੀ ਬਹੁਤ ਆ ਉੱਧਰ ਅਜੇ ਵੀ। ਤੇ ਉਦੋਂ ਕੀ ਹਾਲ ਹੋਵੇਗਾ, ਹੁਣ ਤਾਂ ਸਰਕਾਰਾਂ ਆਪਦੇ ਵੱਲੋਂ ਬੜੇ ਦਾਅਵੇ ਕਰਦੀਆਂ ਤੇ ਉਦੋਂ ਤਾਂ ਇਹ ਹਿੰਦੁਸਤਾਨ ਗੁਲਾਮ ਲੋਕ ਸੀ ਤੇ ਉਦੋਂ ਦੇ ਹਿੰਦੂਆਂ ਦੀ ਤਾਂ ਦਸ਼ਾ ਬਹੁਤ ਮਾੜੀ ਸੀ ਤੇ ਉੱਥੇ ਰੋਟੀ ਰਜਵੀ ਨਹੀਂ ਸੀ ਮਿਲਦੀ ਕਿਸੇ ਨੂੰ, ਜ਼ਮੀਨ ਵੈਸੀ ਹੈ। ਤੋ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਮਹਾਰਾਜ ਦੀ ਦਇਆ ਹੋਈ ਹੈ, ਖੁੱਲਾ ਦੇਗ ਵਰਤਦੀ ਤੇ ਦੂਰੋਂ ਲੋਕ ਜਿਹੜੇ ਆ ਗੈਰ ਸਿੱਖ ਹਿੰਦੂ ਗਰੀਬ
ਭੁੱਖੇ ਨੰਗੇ ਸਾਰੇ ਛਕਣ ਵਾਸਤੇ ਆਉਂਦੇ ਹਨ। ਇੱਕ ਦੋਏ ਕਾਲ ਬੀਤ ਕਰ ਤੇ ਗਏ। ਕਹਿੰਦੇ ਇਸ ਤਰ੍ਹਾਂ ਦੇਗ ਵਰਤਦੀ ਸਾਰਾ ਦਿਨ, ਤੇ 1 ਤੇ 2 ਕੁ ਦਿਨ ਮਹਾਰਾਜ ਨੂੰ ਅਜੇ ਇੱਥੇ ਆਇਆਂ ਨੂੰ ਲੰਘੇ ਹਨ। ਗੁਰ ਆਹਾਰ ਨਾ ਕਰਤੇ ਭਏ। ਪਰ ਮਹਾਰਾਜ ਨੇ ਸਾਰਿਆਂ ਨੂੰ ਛਕਾਇਆ, ਆਪ ਕੁਝ ਨਹੀਂ ਛਕਿਆ। ਗਰੀਬ ਨਵਾਜ ਨੇ 2 ਦਿਨ ਲੰਘ ਗਏ, ਪਰ ਕੁਝ ਪ੍ਰਸ਼ਾਦਾ, ਇੱਕ ਗਰਾਹੀ ਪਾਣੀ ਤੱਕ ਮੁਖ ਵਿੱਚ ਨਹੀਂ ਪਾਇਆ ਹੈ। ਪੰਜ ਸਿੱਖ ਜੋ ਜੇ ਠਾਰ ਪਿਰਾਣਾ। ਜੇਠਾ ਇਕੱਠਾ ਆ, ਭਾਈ ਜੇਠਾ ਜੀ ਤੇ ਭਾਈ ਪੁਰਾਣਾ ਜੀ ਤੋਂ ਲੈ ਕੇ ਜਿਹੜੇ ਹੋਰ 3 ਸਿੱਖ ਨਾਲ, ਇਹ 5 ਸਿੱਖ ਮਹਾਰਾਜ ਦੇ ਨਾਲ ਜਿਹੜੇ ਇੱਥੇ ਆਏ ਸਨ। ਸਭਨ ਪਿਖ ਕਰ ਜੋਰ ਵਖਾਨਾ। ਇਹਨਾਂ ਹੱਥ ਜੋੜ ਕੇ ਮਹਾਰਾਜ ਨੂੰ ਜਦੋਂ 2 ਦਿਨ ਇਹਨਾਂ ਪ੍ਰਸ਼ਾਦਾ ਹੀ ਨਹੀਂ ਛਕਿਆ, ਗੁਰੂ ਹਰਗੋਬਿੰਦ ਸਾਹਿਬ ਜੀਆਂ ਇਹਨਾਂ 5 ਸਿੱਖਾਂ ਨੇ ਹੱਥ ਜੋੜ ਕੇ ਬੇਨਤਾ ਕੀਤਾ ਹੈ। ਇਹ ਕਾਰਨ ਭਾ ਕੌਣ ਗੁਸਾਈ। ਵੀ ਮਹਾਰਾਜ ਇਹ ਕੀ ਤੁਸੀਂ ਕੌਤਕ ਵਰਤਾ ਰਹੇ ਹੋ ਪਾਤਸ਼ਾਹ ਜੀ, ਕੀ ਕਾਰਨ ਬਣ ਆਇਆ ਹੈ ਮਾਲਕੋ। ਆਪ ਨਹੀਂ ਭੋਜਨ ਕੋ ਖਾਹੀ। ਵੀ ਸਾਰਿਆਂ ਨੂੰ ਮਹਾਰਾਜ ਤੁਸੀਂ ਰਜਾਉਂਦੇ ਪਏ ਹੋ, ਪਰ ਆਪ ਤੁਸੀਂ 2 ਦਿਨ ਤੋਂ ਕੁਝ ਵੀ ਭੋਜਨ ਨਹੀਂ ਛਕਿਆ, ਪਾਣੀ ਤੱਕ ਨਹੀਂ ਪੀਤਾ ਹੈ। ਇੱਕ ਹਮਰ ਤੁਮਰੇ ਬਿਨ ਖਾਇਓ। ਮਹਾਰਾਜ ਤੁਸੀਂ ਛਕਦੇ ਨਹੀਂ ਤੇ ਅਸੀਂ ਰੱਜ ਰੱਜ ਕੇ ਖਾਈ ਜਾ ਰਹੇ ਹਾਂ। ਸਾਡੇ ਸਿੱਖਾਂ ਤੇ ਗੁਰੂ ਤੋਂ ਪਹਿਲਾਂ ਛਕਣ ਤੋਂ ਲਾਹਨਤ ਹੋਵੇ। ਵਰਤਿਓ ਦੇਖ ਤਲੇ ਮੁਖ ਪਾਇਓ। ਤੋ ਇਸ ਤਰ੍ਹਾਂ ਵੀ ਅਸੀਂ ਤਾਂ ਵਰਤਦਾ ਵੇਖ ਕੇ ਰੋਜ਼ ਖਾ ਛੱਡਦੇ ਹਾਂ ਕੜਾਹ ਪ੍ਰਸ਼ਾਦੀ ਦੇਗ। ਸਾਨੂੰ ਤਾਂ ਪਤਾ ਹੀ ਮਹਾਰਾਜ ਅੱਜ ਲੱਗਾ ਵੀ ਆਪ ਜੀਆਂ 2 ਦਿਨ ਤੋਂ ਕੁਝ ਛਕਿਆ ਨਹੀਂ। ਸਾਡੇ ਖਾਣ ਤੇ ਭਾਵ ਮਹਾਰਾਜ ਤੁਹਾਡੇ ਛਕਣ ਤੋਂ ਪਹਿਲਾਂ ਅਸੀਂ ਢਿੱਡ ਭਰੀਏ, ਸਾਡੇ ਤੇ ਲਾਹਨਤ ਹੈ। ਸ਼੍ਰੀ ਮੁਖ ਤੇ ਫੁਰਮਾਨ ਕੀਨ। ਫਰਮਾਵਣ ਧੰਨ ਗੁਰੂ ਹਰਗੋਬਿੰਦ ਸਾਹਿਬ ਜੀਆਂ ਇਹ ਸੁਣ ਕੇ ਨਾ ਸਿੱਖਾਂ ਦੀ ਬੇਨਤੀ ਤੇ ਮੁਖੋਂ ਬਚਨ ਕੀਤਾ ਹੈ। ਇਹ ਭੋਜਨ ਹਮ ਖਾਹੇ ਕਬੀ ਨਾ। ਮਹਾਰਾਜ ਕਹਿੰਦੇ ਭਾਈ ਸਿੱਖੋ, ਇਹ ਮਲੇਸ਼ਾਂ ਦਾ ਭੋਜਨ ਅਸੀਂ ਨਹੀਂ ਖਾਵਾਂਗੇ। ਭਾਵ ਵੀ ਕੀ ਪਤਾ ਕਿਹੜੀ ਕਮਾਈ, ਹੁਣ ਰਾਜ ਦਾ ਟੈਕਸ ਲੈ ਲੈ ਕੇ ਕਿਹੜਾ ਹਲ ਵਾਹੁੰਦਾ ਰਿਹਾ ਜਹਾਂਗੀਰ। ਤੋ ਪਾਤਸ਼ਾਹ ਮਹਾਰਾਜ ਕਹਿੰਦੇ ਇਹੋ ਜਿਹਾ ਭੋਜਨ ਅਸੀਂ ਨਹੀਂ ਛਕਦੇ, ਅਣਚਾਰੀ ਕਾ ਧਾਨ ਹੈ। ਵਹਿਰ ਜਾਏ ਮਿਨਤਨ ਕਰ ਲਿਆਵਹ। ਮਿਹਨਤ ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਟੈਕਸ ਦੀ ਮਾਇਆ ਹੈ, ਮਾਮਲਾ ਗਰਾ ਗਰਾ ਕੇ ਕੋੜੇ ਮਾਰ ਮਾਰ ਲੋਕਾਂ ਤੋਂ ਇਕੱਠਾ ਕੀਤਾ ਜਾਂਦਾ। ਅਸੀਂ ਇਹਦਾ ਪ੍ਰਸ਼ਾਦਾ ਨਹੀਂ ਛਕਦੇ, ਨਾ ਛਕਾਂਗੇ। ਜੇ ਵਾਕਿਆ ਹੀ ਤੁਹਾਡੀ ਸ਼ਰਧਾ ਸਾਨੂੰ ਕੁਝ ਛਕਾਉਣ ਦੀ, ਤੇ ਜਾਓ ਬਾਹਰ ਮਜ਼ਦੂਰੀ ਕਰੋ, ਦਿਹਾੜੀ ਕਰਕੇ ਕਮਾ ਕੇ ਲੈ ਕੇ ਆਓ। ਰਸਦ ਖਰੀਦਹ ਵਿਪਨੀ ਜਾਵਹ। ਉਹ ਜਦ ਦਿਹਾੜੀ ਕਰੋਗੇ ਤੁਹਾਨੂੰ ਜਿਹੜੀ ਮਿਹਨਤ ਮਜ਼ਦੂਰੀ ਦਾ ਕੋਈ ਰੁਪਈਆ ਸਿੱਕਾ ਮਿਲੇਗਾ, ਉਹ ਸਿੱਕਾ ਲੈ ਕਰਕੇ ਤੁਸੀਂ ਮੰਡੀ ਵਿੱਚ ਜਾ ਕੇ ਰਸਤ ਖਰੀਦੋ। ਉਹ ਬਾਜ਼ਾਰ ਵਿੱਚੋਂ ਰਸਤ ਖਰੀਦ ਕਰਕੇ ਲੈ ਕੇ ਆਓ ਸੁੱਕੀ। ਤਿਸ ਤੇ ਤਿਆਰ ਆਹਾਰ ਕਰੀਜਹ। ਇਹ ਵਾਕਈ ਤੁਹਾਡੇ ਮਨ ਵਿੱਚ ਸ਼ਰਧਾ ਸਾਨੂੰ ਛਕਾਉਣ ਦੀ, ਤੇ ਉਹ ਪ੍ਰਸ਼ਾਦਾ ਰਸਤ ਆਪਦੀ ਕਮਾ ਕੇ ਰਸਤ ਲਿਆ ਕੇ ਖਰੀਦ ਕੇ ਉਹਦਾ ਪ੍ਰਸ਼ਾਦਾ ਤਿਆਰ ਕਰੋ। ਹਿਤ ਭੋਜਨ ਕੇ ਸੋ ਹਮ ਦੀਜਹ। ਤੇ ਸਾਨੂੰ ਦਿਓ ਲਿਆ ਕਰਕੇ ਉਹ ਪ੍ਰਸ਼ਾਦਾ ਤਿਆਰ ਕਰੋ, ਤੇ ਉਹ ਅਸੀਂ ਜ਼ਰੂਰ ਛਕਾਂ ਕਰਾਂਗੇ ਖੁਸ਼ੀ ਖੁਸ਼ੀ। ਨਾਹੇ ਤਾ ਰਹਿ ਹੈ ਪੌਨ ਆਹਾਰੀ। ਜੇ ਨਹੀਂ ਤੇ ਅਸੀਂ ਤਾਂ ਇਸੇ ਤਰ੍ਹਾਂ ਹੀ ਰਵਾਂਗੇ। ਅਸੀਂ ਉਹਨਾਂ ਚਿਰ ਕੁਝ ਨਹੀਂ ਛਕਣਾ ਜਿੰਨਾ ਸਮਾਂ ਇੱਥੇ ਰਹਾਂਗੇ ਮਲੇਸ਼ਾਂ ਦੇ ਘਰ ਵਿੱਚੋਂ। ਜਬ ਲਗ ਬਾਸਹ ਦੁਰਗ ਮਝਾਰੀ। ਇਹ ਗੁਰੂ ਨਾਨਕ ਪਾਤਸ਼ਾਹ ਦਾ ਸਿਧਾਂਤ ਹੈ ਨਾ। ਮਹਾਰਾਜ ਨੇ ਸਾਧ ਸੰਗਤ ਭਾਈ ਲਾਲੋ ਗਰੀਬ ਨੂੰ ਹੀ ਭਾਗ ਲਾਏ ਸੀ। ਮਲਕ ਭਾਗੋ ਦੀ ਖੂਨ ਪਸੀਨੇ ਦੀ, ਉਹ ਜਿਹੜੀ ਖੂਨ ਦੀ ਕਮਾਈ ਜਾਂ ਪਸੀਨਾ ਖੂਨ ਨਚੜਿਆ ਹੋਇਆ, ਉਹ ਨਹੀਂ ਖਾਧਾ ਸੀ ਗਰੀਬ ਨਵਾਜ ਨੇ। ਤੇ ਲਾਲੋ ਦੀ ਕੋਧਰੇ ਦੀ ਰੋਟੀ ਖਾ ਗਏ ਸੱਚੇ ਪਾਤਸ਼ਾਹ ਗਰੀਬ ਨਵਾਜ। ਜਦੋਂ ਇਹਨੇ ਭੰਡਾਰਾ ਕੀਤਾ ਜਿਹੜੇ ਮਲਕ ਭਾਗੋ ਨੇ, ਤੇ ਸਾਰੇ ਆ ਗਏ। ਹੰਕਾਰੀ ਬੜਾ ਸੀਗਾ, ਚੌਧਰੀ ਸੀ ਉੱਥੋਂ ਦਾ ਏਮਨਾਬਾਦ ਦਾ। ਤੇ ਕਹਿੰਦਾ ਜਾਓ ਵੇਖ ਕੇ ਆਓ ਵੀ ਕੋਈ ਹੋਰ ਰਹਿ ਤਾਂ ਨਹੀਂ ਗਿਆ। ਉਹ ਲੱਭਣ ਗਏ ਵੀ ਸਾਰਾ ਪਿੰਡ ਆ ਗਿਆ ਏਮਨਾਬਾਦ, ਤੇ ਭਾਈ ਲਾਲੋ ਵੀ ਨਾ ਆਏ। ਤੇ ਗੁਰੂ ਨਾਨਕ ਪਾਤਸ਼ਾਹ ਭਾਈ ਬਾਲਾ ਮਰਦਾਨਾ ਜੀ ਜਿਹੜੇ ਉਹ ਇੱਥੇ ਬੈਠੇ ਹੋਏ ਇਹਨਾਂ ਦੇ ਘਰ ਵਿੱਚ ਸਜੇ ਹੋਏ, ਤੇ ਮਹਾਰਾਜ ਪ੍ਰਸ਼ਾਦਾ ਛਕ ਰਹੇ ਸੀ ਉਦੋਂ। ਤੇ ਲਾਲੋ ਵਿਚਾਰੇ ਕੋਲ ਕੀ ਸੀਗਾ, ਉਹ ਤਰਖਾਣ ਸੀ ਸਾਧ ਸੰਗਤ ਭਾਈ ਲਾਲੋ, ਗਰੀਬ ਬਹੁਤ ਸੀਗਾ। ਤੇ ਕੋਧਰੇ ਦੀ ਰੋਟੀ ਪਕਾ ਕੇ ਬੇਸਵਾਦੀ ਜੀ ਹੁੰਦੀ ਹੈ, ਉਹ ਕੋਧਰੇ ਦਾ ਪ੍ਰਸ਼ਾਦਾ ਮਹਾਰਾਜ ਨੂੰ ਛਕਾਏ ਪਿਆ। ਉਹ ਗਏ, ਉਹਨਾਂ ਵੇਖਿਆ ਵੀ ਜਾ ਕੇ ਦੱਸਿਆ ਮਲਕ ਭਾਗੋ ਵੀ ਇੱਕ ਫਕੀਰ ਆਇਆ ਹੋਇਆ ਬਾਹਰੋਂ, ਤੇ ਇੱਕ ਆਪਣੇ ਪਿੰਡ ਦਾ ਤਰਖਾਣ ਜਿਹੜਾ ਲਾਲੋ ਵੀ ਨਹੀਂ ਆਇਆ। ਉਹਨੇ ਆਖਿਆ ਜਾਓ ਚੁੱਕ ਕੇ ਲੈ ਕੇ ਆਓ, ਆਏ ਕਿਉਂ ਨਹੀਂ। ਪਹਿਲਾਂ ਬੇਨਤੀ ਕੀਤੀ, ਮਹਾਰਾਜ ਨਾ ਗਏ। ਤੋਂ ਫਿਰ ਇਹਨਾਂ ਨੇ ਧੱਕਾ ਕੀਤਾ, ਮਹਾਰਾਜ ਕਹਿੰਦੇ ਅਸੀਂ ਚੱਲਦੇ ਹਾਂ। ਤੋਂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਉੱਥੋਂ ਤੁਰਨ ਲੱਗਿਆ, ਉਹ ਜਿਹੜੀ ਪ੍ਰਸ਼ਾਦਾ ਪਿਆ ਸੀ ਥਾਲ ਵਿੱਚ ਕੋਧਰੇ ਦਾ ਛਕਦੇ ਸੀ, ਮਹਾਰਾਜ ਨੇ ਚੁੱਕ ਕੇ ਤੇ ਖੀਸੇ 'ਚ ਪਾ ਲਿਆ। ਇੱਥੇ ਭਾਈ ਮਲਕ ਭਾਗੋ ਦੇ ਘਰ ਆ ਗਏ ਮਹਾਰਾਜ ਸੱਚੇ ਪਾਤਸ਼ਾਹ। ਜਦੋਂ ਚਲੋ ਉੱਥੇ ਵਿਚਾਰ ਵਟਾਂਦਰਾ ਹੋਇਆ, ਕਹਿੰਦੇ ਛਕਦੇ ਕਿਉਂ ਨਹੀਂ। ਮਹਾਰਾਜ ਕਹਿੰਦੇ ਲਿਆਓ ਛਕ ਲੈਂਦੇ ਹਾਂ। ਜਦੋਂ ਥਾਲ ਪਰੋਸ ਕੇ ਬੜਾ ਵੱਡਾ ਉੱਤੇ 36 ਪ੍ਰਕਾਰ ਦੇ ਭੋਜਨ ਰੱਖੇ,
ਮਹਾਰਾਜ ਨੇ ਇੱਕ ਖੀਸੇ ਚੋਂ ਸਾਧ ਸੰਗਤ ਜੀ ਸੱਜੇ ਹੱਥ ਨਾਲ ਭਾਈ ਲਾਲੋ ਜੀ ਦਾ ਸੁੱਕਾ ਕੋਧਰੇ ਦਾ ਪ੍ਰਸ਼ਾਦ ਇਹਨੇ ਮਿਹਣਾ ਮਾਰਿਆ ਸੀ ਨਾ, ਮਲਕ ਭਾਗੋ ਨੇ ਵੀ ਇੱਥੇ 36 ਪ੍ਰਕਾਰ ਦੇ ਭੋਜਨ ਛੱਡ ਕੇ ਹੇ ਫਕੀਰ ਸਾਧੂ ਜੀ, ਤੇ ਇੱਕ ਗਰੀਬ ਤਰਖਾਣ ਜਿਹਦੀ ਜਾਤ ਵੀ ਚੰਗੀ ਨਹੀਂ, ਮੈਲੇ ਕੁਚੈਲੇ ਕੱਪੜੇ, ਤੇ ਉਹ ਗਰੀਬ ਤਰਖਾਣ ਦੇ ਘਰੋਂ ਕੁਜਾਤ ਦੇ ਘਰੋਂ ਤੁਸੀਂ ਪ੍ਰਸ਼ਾਦਾ ਛਕਦੇ ਹੋ, ਤੁਹਾਨੂੰ 36 ਪ੍ਰਕਾਰ ਦੇ ਭੋਜਨ ਨਹੀਂ ਪਾਉਂਦੇ। ਤੇ ਮਹਾਰਾਜ ਨੇ ਫਿਰ ਉਹ ਜਣਾਇਆ ਵੀ ਅਸੀਂ ਕਿਉਂ ਉੱਥੋਂ ਛਕਦੇ ਆ। ਇੱਕ ਹੱਥ ਵਿੱਚ ਉਹਦਾ ਪ੍ਰਸ਼ਾਦਾ ਫੜਿਆ ਮਲਕ ਭਾਗੋ ਭਾਈ ਲਾਲੋ ਜੀ ਦਾ, ਤੇ ਦੂਜੇ ਹੱਥ ਵਿੱਚ ਹੰਕਾਰੀ ਮਲਕ ਭਾਗੋ ਦਾ। ਜ਼ੋਰ ਦੀ ਗੂਠੇ ਦੀ ਦਾਬ ਦੇ ਕੇ ਮੁੱਠੀ ਭਰ ਨਿਚੋੜਿਆ ਹਜ਼ੂਰ ਨੇ, ਤੇ ਭਾਈ ਲਾਲੋ ਦੀ ਰੋਟੀ ਵਿੱਚੋਂ ਦੁੱਧ ਪਿਆ ਵਗੇ, ਤੇ ਮਲਕ ਭਾਗੋ ਦੀ ਰੋਟੀ ਚੋਂ ਖੂਨ ਕੱਢ ਕੇ ਸਾਰਿਆਂ ਦੇ ਨੇਤਰ ਖੋਲ ਦਿੱਤੇ ਹਜ਼ੂਰ ਨੇ, ਵੀ ਅਸੀਂ ਤਾਂ ਨਹੀਂ ਛਕਦੇ। ਮਹਾਰਾਜ ਦਾ ਇੱਕ ਬਚਨ ਗੁਰੂ ਨਾਨਕ ਪਾਤਸ਼ਾਹ ਦਾ ਵਾਰਾਂ ਤੇ ਵਧੀਕ ਵਿੱਚ ਆਉਂਦਾ ਹੈ ਕਿ ਬਾਹਮਣ ਕੈਲੀ ਘਾਤ ਕੰਜਕਾਂ ਅਣਚਾਰੀ ਕਾ ਧਾਨ, ਫਿਟਕ ਫਿਟਕਾ ਕੋਟ ਬਦੀਆ ਸਦਾ ਸਦਾ ਬਿਮਾਨ। ਵੀ 4 ਪਾਪ ਮੰਨੇ ਆ, ਜਿਹਦੇ ਵਿੱਚੋਂ ਇੱਕ ਪਾਪ ਇਹ ਮੰਨਿਆਂਗੇ ਵੀ ਅਣਚਾਰੀ ਦਾ ਧਾਨ ਖਾਣ ਵਰਗਾ ਕੋਈ ਪਾਪ ਨਹੀਂ ਵੱਡਾ। ਅਣਚਾਰੀ ਉਹ ਹੁੰਦਾ ਜਿਹਦਾ ਕੋਈ ਦੀਨ ਧਰਮ ਨਾ ਹੋਵੇ, ਕੋਈ ਗੁਰੂ ਪੀਰ ਨਾ ਹੋਵੇ, ਨਗੁਰਾ ਬੇਗੁਰਾ ਹੋਵੇ, ਤੇ ਧਰਮ ਤੋਂ ਆਕੀ ਹੋਵੇ, ਤੇ ਅਣਚਾਰੀ ਜਿਹਦਾ ਚਰਿੱਤਰ ਵੀ ਠੀਕ ਨਾ ਹੋਵੇ, ਉਹਦੇ ਘਰ ਦਾ ਅੰਨ ਖਾਣ ਨਾਲ ਬੁੱਧ ਮਾਰੀ ਜਾਂਦੀ ਹੈ, ਵੱਡਾ ਪਾਪ ਮੰਨਿਆ ਹੋਇਆ ਹੈ। ਤੋ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇੱਥੇ ਸਪਸ਼ਟ ਇਤਿਹਾਸ ਵਿੱਚ ਉਹੀ ਪ੍ਰਸੰਗ ਦੂਜੀ ਵਾਰੀ ਖਾਲਸਾ ਜੀ ਆ ਗਿਆ ਹੈ ਵੀ ਵੇਖੋ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਈ ਭੇਦ ਨਹੀਂ, ਗੁਰੂ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਤੋ ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਉਸੇ ਹੀ ਜਾਮੇ ਕਰਕੇ ਜਿਵੇਂ ਉਹ ਸਰੂਪ ਬਦਲ ਬਦਲ ਕੇ ਵਰਤ ਰਹੇ, ਗੁਰੂ ਨਾਨਕ ਸਾਹਿਬ ਹੀ 6ਵੇਂ ਥਾਂ ਹੈ। ਪਹਿਲਾਂ ਐਸੇ ਹੀ ਮਹਾਰਾਜ ਗੁਰੂ ਨਾਨਕ ਸਾਹਿਬ ਜੀਆਂ ਮਲਕ ਭਾਗੋ ਦਾ ਨਹੀਂ ਛਕਿਆ, ਅੱਜ ਮਹਾਰਾਜ ਜੀਆਂ ਤੁਰਕਾਂ ਦਾ ਨਹੀਂ ਛਕਿਆ, ਕਿਉਂਕਿ ਖੂਨ ਪਸੀਨੇ ਦੀ ਕਮਾਈ ਜਿਹੜੀ ਕਰਦੇ ਉਹਨਾਂ ਦੀ ਖੋ ਖੋ ਕੇ ਲਿਆਉਂਦੇ ਹੈ। ਤੋ ਪਾਤਸ਼ਾਹ ਕਹਿੰਦੇ ਜੇ ਸਾਨੂੰ ਛਕਾਉਣਾ ਹੈ ਨਾ ਸਿੱਖੋ, ਦਿਹਾੜੀ ਜਾਓ, ਰਸਤ ਲਿਆਓ, ਪ੍ਰਸ਼ਾਦਾ ਤਿਆਰ ਕਰਕੇ ਛਕਾਓ, ਅਸੀਂ ਜ਼ਰੂਰ ਛਕਾਂਗੇ, ਨਹੀਂ ਤਾਂ ਉਹਨਾਂ ਸਮਾਂ ਅਸੀਂ ਪੌਣ ਆਹਾਰੀ ਰਵਾਂਗੇ, ਹਵਾ ਛਕ ਕੇ ਗੁਜ਼ਾਰਾ ਕਰ ਛੱਡਾਂਗੇ। ਸੁਨ ਸਤਿਗੁਰ ਤੇ ਬਹੁਰ ਸੁਨਾਈ। ਸੁਣ ਕੇ ਸਤਿਗੁਰਾਂ ਤੋਂ ਇਹਨਾਂ 5 ਸਿੱਖਾਂ ਨੇ ਫਿਰ ਬੇਨਤੀ ਕੀਤੀ ਹੈ, ਹਮਨੇ ਜੇ ਹੱਥ ਨ ਲਿਆਏ ਕਮਾਈ। ਮਹਾਰਾਜ ਜ਼ਰੂਰ ਪਾਤਸ਼ਾਹ ਜੀ, ਤੁਹਾਥੋਂ ਸਾਨੂੰ ਕੀ ਚੰਗਾ, ਅਸੀਂ ਆਪਦੇ ਹੱਥਾਂ ਨਾਲ ਕਮਾਈ ਕਰਕੇ ਲਿਆਵਾਂਗੇ। ਤੀਜਾ ਭੋਜਨ ਆਪ ਹਮੇਛੂ। ਤੇ ਆਪ ਮਹਾਰਾਜ ਰੱਜ ਰੱਜ ਕੇ ਭੋਜਨ ਛਕੋ, ਅਸੀਂ ਕਮਾ ਕਮਾ ਕੇ ਲਿਆਵਾਂਗੇ। ਹਮਕੋ ਇਹ ਸੁਖੇਨ ਬਛੇਕੂ। ਜਦੋਂ ਤੁਸੀਂ ਛਕਦੇ ਹੋ ਮਹਾਰਾਜ ਸਾਨੂੰ ਬਹੁਤ ਸਕੂਨ ਮਿਲਦਾ ਪਾਤਸ਼ਾਹ ਜੀ, ਤੁਹਾਡੇ ਚਿਹਰਾ ਵੇਖ ਵੇਖ ਕੇ ਸਾਡੇ ਪ੍ਰਾਣ ਚੱਲਦੇ ਆ। ਲੈ ਆਗਿਆ ਗਮਨੇ ਤਿਸ ਬੇਰੇ। ਉਹ ਮਹਾਰਾਜ ਨੂੰ ਕਹਿੰਦੇ ਮਹਾਰਾਜ ਸਾਨੂੰ ਆਗਿਆ ਦਿਓ, ਫਿਰ ਅਸੀਂ ਕਿਰਤ ਕਰਨ ਜਾਈਏ। ਆਗਿਆ ਲੈ ਕੇ ਹਜ਼ੂਰ ਦੀ ਕਿਲੇ ਚੋਂ 5 ਸਿੱਖ ਗਏ ਆ। ਵਹਿਰ ਦੁਰਗ ਕੇ ਨਿਕਟ ਠਠੇਰੇ। ਤੇ ਕਿਲੇ ਦੇ ਲਾਗੇ ਹੀ ਇੱਥੇ ਸਾਧ ਸੰਗ ਜਿਹੜੇ ਪੱਥਰ ਦੇ ਭਾਂਡੇ ਬਣਾਉਂਦੇ, ਸੁਨਹਿਰੇ ਆਦਿਕ ਜਾਂ ਵੱਡੇ ਭਾਂਡੇ ਪੱਥਰ ਦੇ ਬਣਦੇ ਜਿਹੜੇ, ਉਹ ਪੱਥਰ ਘੜਨ ਵਾਲੇ ਨੂੰ ਠਠੇਰੇ ਆਖਿਆ ਜਾਂਦਾ। ਤੋ ਠਠੇਰੇ ਜਿਹੜੇ ਸਾਨੂੰ ਬੈਠੇ ਹੋਏ ਸੀਗੇ ਲਾਗੇ ਹੀ, ਉਹ ਪੱਥਰ ਘੜ ਰਹੇ ਸਨ, ਭਾਂਡੇ ਬਣਾਉਂਦੇ ਆ। 300 ਨਿਜ ਮਿਹਨਤ ਠਹਰਾਈ। ਇਹ 5 ਸਿੱਖ ਉਹਨਾਂ ਕੋਲ ਜਾ ਕੇ ਕਹਿਣ ਲੱਗੇ ਵੀ ਅਸੀਂ ਦਿਹਾੜੀ ਕਰਨੀ ਚਾਹੁੰਦੇ, ਤੁਹਾਡੇ ਕੋਲ ਮਜ਼ਦੂਰੀ ਕਰਨੀ ਚਾਹੁੰਦੇ ਹਾਂ। ਕਰਹ ਅਪਰ ਤੇ ਦੁਗਨ ਕਮਾਈ। ਵੀ ਅਸੀਂ ਦਿਹਾੜੀ ਦੁੱਗਣੀ ਲਵਾਂਗੇ, ਪਰ ਇਹ ਹੈ ਵੀ ਅਸੀਂ ਮਿਹਨਤ ਦਿਨ ਰਾਤ ਕਰਾਂਗੇ, ਵੀ ਦੁੱਗਣੀ ਜਿੰਨੀ ਮਿਹਨਤ ਤੁਹਾਨੂੰ ਕੋਈ ਦੁੱਡਾ ਤੁਹਾਡਾ ਮਜ਼ਦੂਰ ਕਰਕੇ ਦਿੰਦਾ, ਅਸੀਂ ਉਦੋਂ ਦੁੱਗਣੀ ਮਿਹਨਤ ਕਰਾਂਗੇ, ਸਮਾਂ ਉਦੋਂ ਦੁੱਗਣਾ ਲਾਵਾਂਗੇ, ਕੰਮ ਵੀ ਉਦੋਂ ਦੁੱਗਣਾ ਕਰਾਂਗੇ, ਪਰ ਦਿਹਾੜੀ ਵੀ ਅਸੀਂ 2 ਗੁਣਾ ਲਵਾਂਗੇ। ਸਰਬ ਜਾਮਨੀ ਕ੍ਰਿਤੀ ਕਰੈ ਹੈ। ਕਿਉਂਕਿ ਥੋੜੀ ਮਾਇਆ ਨਾਲ ਪ੍ਰਸ਼ਾਦਾ ਪਾਣੀ ਨਹੀਂ ਸੀ ਚੱਲਣਾ, ਇਸ ਕਰਕੇ ਸਾਧ ਸੰਗਤ ਜੀ ਫਿਰ ਸਰਬ ਜਾਮਨੀ ਕ੍ਰਿਤੀ ਕਰੈ ਹੈ। ਕਹਿੰਦੇ ਆ ਵੀ ਅਸੀਂ ਰਾਤ ਵੀ ਤੇਰੀ ਦਿਹਾੜੀ ਕਰਾਂਗੇ, ਉਹਨੂੰ ਕਹਿੰਦੇ ਠਠੇਰੇ ਨੂੰ, ਵੀ ਅਸੀਂ ਰਾਤ ਨੂੰ ਵੀ ਮਿਹਨਤ ਮਜ਼ਦੂਰੀ ਕਰਾਂਗੇ, ਦਿਨੇ ਵੀ 2 ਸਮੇਂ ਲਗਾਤਾਰ ਕੰਮ ਕਰਿਆ ਕਰਾਂਗੇ। ਏਕ ਰਜ ਤਪਨ ਦੋਨੋਂ ਲੈ ਹੈ। ਤੇ ਅਸੀਂ ਨਾ 2 ਜਣੇ ਭਾਈ ਜੇਠਾ ਤੇ ਪੁਰਾਣਾ ਜੀ ਕਹਿੰਦੇ ਅਸੀਂ 1 ਸਿੱਕਾ ਲਵਾਂ ਕਰਾਂਗੇ ਤੇਰੇ ਤੋਂ, 1 ਰਜਤ ਬਣ ਉਹਨਾਂ ਸਮਿਆਂ ਦਾ ਰੁਪਈਆ, ਤੇ ਦਿਨ ਰਾਤ ਤੇਰੀ ਦਿਹਾੜੀ ਕਰਾਂਗੇ ਦੋਹੇ। ਕਹਿਓ ਠਠੇਰਨ ਜੇ ਬਹੁਕਾਲ। ਉਹ ਜਿਹੜੇ ਭਾਂਡੇ ਘੜਨ ਵਾਲੇ ਸੀ ਠਠੇਰੇ ਕਹਿੰਦੇ ਠੀਕ ਹੈ ਭਾਈ, ਜੇ ਤੁਸੀਂ ਬਹੁਤੀ ਮਿਹਨਤ ਕਰ ਸਕਦੇ ਹੋ, ਦੇਹ ਮਜੂਰੀ ਤੁਮਹ ਵਿਸਾਲ। ਤਾਂ ਮੈਂ ਵੀ ਤੁਹਾਡਾ ਹੱਕ ਨਹੀਂ ਰੱਖਾਂਗਾ, ਤੁਹਾਨੂੰ ਦੂਜਿਆਂ ਨਾਲੋਂ ਦੁੱਗਣੀ ਜਿਹੜੀ ਤਨਖਾਹ ਜਾਂ ਦਿਹਾੜੀ ਦੇਵਾਂਗਾ। ਸੰਧਿਆ ਤੇ ਗਹਿ ਲੀਨ ਵਿਦਾਨ। ਤੋ ਸ਼ਾਮ ਦਾ ਸਮਾਂ ਸੀ ਉਦੋਂ, ਇਹ ਦੋਹਾਂ ਭਾਈ ਜੇਠਾ ਪੁਰਾਣਾ ਜੀਆਂ ਸ਼ਾਮ ਨੂੰ ਹਥੌੜੇ ਜਿਹੜੇ ਜਿਹਨੂੰ ਵਿਦਾਨ ਕਹਿ ਦਿੰਦੇ ਆਪਾਂ,
ਭਾਰੇ ਵਿਦਾਨ ਸ਼ੈਣੀਆਂ ਫੜ ਲਈਆਂ ਨੇ। ਕਰਨ ਲੱਗੇ ਤਰਤਾਨ ਮਹਾਨ। ਤੇ ਬੜਾ ਜ਼ੋਰ ਲਾ ਲਾ ਕੇ ਉਹ ਜਿਹੜੇ ਠਠੇਰਿਆਂ ਦੇ ਘੁਮਿਆਰਾਂ ਦੇ ਭਾਂਡੇ ਘੜਨ ਲੱਗ ਪਏ ਆ। ਜਥਾ ਠਠੇਰਾ ਵਿਧੀ ਬਤਾਵੈ। ਜਿਵੇਂ ਠਠੇਰਾ ਕੋਲ ਖੜ ਕੇ ਦੱਸਦਾ ਵੀ ਇੱਥੋਂ ਇੱਧਰ ਨੂੰ ਪੱਥਰ ਤਰਾਸ਼ਣਾ, ਇੱਥੋਂ ਡੂੰਘਾ ਕਰਨਾ, ਇੱਥੋਂ ਉੱਚਾ ਰੱਖਣਾ, ਜਿਵੇਂ ਜਿਵੇਂ ਉਹ ਦੱਸੀ ਜਾਂਦਾ ਹੈ। ਕੱਕਰ ਹਥੋਰੇ ਤਥਾ ਤੇ ਲਗਾਵੈ। ਭਾਈ ਜੇਠਾ ਤੇ ਭਾਈ ਪੁਰਾਣਾ ਜੀ ਗੁਰੂ ਕੇ ਸਿੱਖ ਉਵੇਂ ਉਵੇਂ ਭਾਂਡਾ ਤਰਾਸ਼ੀ ਜਾਂਦੇ, ਹਥੌੜੇ ਦੀਆਂ ਸੱਟਾਂ ਮਾਰਦੇ ਆ। ਹੋਤ ਭੂਰ ਲਗ ਬਾਸਨ ਬ੍ਰਿੰਦ। ਚੰਗੇ ਤਗੜੇ ਸੀ ਸਿੱਖ ਗੁਰੂ ਕੇ, ਨਾ ਰਾਤੋਂ ਰਾਤ ਭਾਂਡੇ ਹੀ ਭਾਂਡੇ ਕਰ ਦਿੱਤੇ ਆ ਉਹਦੇ ਵਿਹੜੇ ਵਿੱਚ। ਕਰੇ ਅਗਾਰੀ ਤੇ ਸੋ ਬਿਲੰਦ। ਤੇ ਬਣਾਏ ਵੀ ਦੂਜਿਆਂ ਤੋਂ ਮਜ਼ਬੂਤ ਚੰਗੇ ਤਗੜੇ ਭਾਂਡੇ ਕੱਢ ਦਿੱਤੇ ਹਨ। ਹੋਏ ਪ੍ਰਸੰਨ ਰਜ ਤਪਨ ਦੀਨ। ਰਜਤਪਣ ਉਹ ਜਿਹੜਾ ਠਠੇਰਾ ਉਹਨੇ ਖੁਸ਼ ਹੋ ਕੇ ਇਹਨਾਂ ਦੋਹਾਂ ਸਿੱਖਾਂ ਨੂੰ 1 ਰੁਪਈਆ ਦਿੱਤਾ ਹੈ। ਦੋਨਹ ਰਸਦ ਖਰੀਦਨ ਕੀਨ। ਇਹਨਾਂ ਨੇ ਦੋਹਾਂ ਨੇ ਗੁਰਮੁਖਾਂ ਨੇ ਫਿਰ ਬਾਜ਼ਾਰ ਵਿੱਚ ਜਾ ਕੇ ਰਸਦ ਖਰੀਦਣੀ ਕੀਤੀ ਹੈ। ਸੁੱਕਾ ਜਿਵੇਂ ਉਹ ਪ੍ਰਸ਼ਾਦ ਆਸਤੇ, ਪ੍ਰਸ਼ਾਦੇ ਆਸਤੇ ਕੋ ਰਸਤ ਪਾਣੀ ਲਿਆ ਹੈ। ਚੂਨ ਸੋ ਚਾਵਰ ਸੂਖਮ ਲੀਨੇ। ਆਟਾ ਲਿਆ ਹੈ ਮੰਡੀ ਵਿੱਚੋਂ ਤੇ ਸੂਖਮ ਬਰੀਕ ਚੌਲ ਲੈ ਲਏ ਹਨ। ਕ੍ਰਿਤ ਮਿਸ਼ਟਾਨ ਲਿਓ ਸਭ ਚੀਨੇ। ਦੇਸੀ ਘਿਓ ਲੈ ਲਿਆ, ਕੁਝ ਬਾਜ਼ਾਰੋਂ ਕੁਝ ਮਿੱਠਾ ਲੈ ਲਿਆ ਚੰਗਾ ਜਾਣ ਕਰਕੇ। ਪය ਖਰੀਦ ਤਿਆਰ ਕਰ ਥਾਰੇ। ਤੋ ਫਿਰ ਪੈ ਕਹੀਏ ਦੁੱਧ ਵੀ ਖਰੀਦਿਆ ਹੈ। ਤੇ ਦੁੱਧ ਪੈ ਖਰੀਦ ਗੁਰ ਕੇ ਟਿਗ ਲਿਆਏ। ਦੁੱਧ ਖਰੀਦ ਕੇ ਤੇ ਆ ਸਾਰੀ ਰਸਤ, ਖੰਡ, ਚੌਲ, ਮਿੱਠਾ, ਘਿਓ, ਦੁੱਧ ਖਰੀਦ ਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਪਾਸ ਕਿਲੇ ਵਿੱਚ ਆ ਗਏ ਹੈ। ਪਾਕ ਸਿੱਧ ਸਭ ਕੀਨ ਬਣਾਏ। ਤੇ ਬੜੀ ਸ਼ਰਧਾ ਨਾਲ ਸੋਧ ਕੇ ਸਾਰਾ ਜਿਹੜਾ ਰਸਤਾ ਹੈ ਤੇ ਮਹਾਰਾਜ ਵਾਸਤੇ ਪ੍ਰਸ਼ਾਦਾ ਤਿਆਰ ਕੀਤਾ ਹੈ। ਸਭੀ ਤਿਆਰ ਕਰ ਥਾਰ ਪਰੋਸਾ। ਸੋਹਣਾ ਪ੍ਰਸ਼ਾਦਾ ਬਣਾ ਕੇ ਸਿੱਖਾਂ ਨੇ ਸ਼ਰਧਾ ਨਾਲ ਵੱਡਾ ਥਾਲ ਪਰੋਸ ਕੇ ਹਜੂਰ ਦੇ ਅੱਗੇ ਰੱਖ ਦਿੱਤਾ ਹੈ। ਸਤਿਗੁਰ ਕੋ ਅਚਾਏ ਕਰ ਪੋਸਾ। ਤੇ ਮਹਾਰਾਜ ਬੜੇ ਖੁਸ਼ ਹੋਏ ਸੱਚੇ ਪਾਤਸ਼ਾਹ ਜੀ, ਕਿਉਂਕਿ ਸਿੱਖਾਂ ਦੀ ਸਿੱਖੀ ਮਹਾਰਾਜ ਪਰਖ ਲੈਂਦੇ ਰਹਿੰਦੇ ਸਮੇਂ ਸਮੇਂ ਤੋ ਸਤਿਗੁਰੂ ਹਰਗੋਬਿੰਦ ਸਾਹਿਬ ਜੀਆਂ ਰਜ ਰਜ ਕੇ ਪ੍ਰਸ਼ਾਦਾ ਛਕਿਆ ਹੈ, ਤ੍ਰਿਪਤ ਹੋ ਗਏ ਹੈ। ਸਭ ਨ ਪਾਏ ਆਨੰਦ ਵਿਸ਼ੇਸ਼ੂ। ਤੇ ਸਿੱਖਾਂ ਨੇ ਵੀ ਛਕਿਆ, ਪੰਜਾਂ ਨੇ ਵੀ ਅਸੀਂ ਵੀ ਮਹਾਰਾਜ ਅੱਜ ਤੋਂ ਨਹੀਂ ਛਕਾਂਗੇ, ਫਿਰ ਜੇ ਤੁਸੀਂ ਨਹੀਂ ਛਕਦੇ ਇਹਨਾਂ ਦੇ ਘਰ ਦਾ, ਤੋ ਨਾਲ ਸਿੱਖਾਂ ਨੇ ਵੀ ਪ੍ਰਸ਼ਾਦਾ ਛਕ ਕੇ ਆਨੰਦ ਪ੍ਰਾਪਤ ਕੀਤਾ ਹੈ। ਕਰਤ ਭਏ ਤਿਮਕਾਰ ਹਮੇਸ਼ੂ। ਤੋ ਕਵੀ ਜੀ ਕਹਿੰਦੇ ਇਸ ਤਰ੍ਹਾਂ ਰੋਜ਼ ਹੀ ਸਿੱਖ ਤੜਕੇ ਤੇ ਰਾਤ ਦਿਹਾੜੀ ਚਲੇ ਜਾਂਦੇ ਆ ਤੇ ਉੱਥੋਂ ਰਸਤ ਖਰੀਦ ਲਿਆਉਂਦੇ ਆ। ਰੁਪਈਆ ਮਿਲਦਾ ਜਦੋਂ ਉਹਦੀ ਰਸਤ ਪਾਣੀ ਤਿਆਰ ਕਰਕੇ 5 ਸਿੱਖ ਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਛਕ ਲੈਂਦੇ ਆ। ਰੋਜ਼ ਸਿੱਖ ਜਿੰਨਾ ਸਮਾਂ ਮਹਾਰਾਜ ਇੱਥੇ ਰਹੇ ਆ ਨਾ ਗਵਾਲੀਅਰ, ਇਹ ਸਿੱਖ ਮਹਾਰਾਜ ਦੀ ਸਾਧ ਸੰਗਤ ਦੀ ਦਿਹਾੜੀ ਕਰਕੇ ਬਾਹਰ ਠਠੇਰਿਆਂ ਦੀ ਤੇ ਮਿਹਨਤ ਦੀ ਕਮਾਈ ਦੇ ਵਿੱਚੋਂ ਮਹਾਰਾਜ ਨੂੰ ਪ੍ਰਸ਼ਾਦਾ ਛਕਾਉਂਦੇ ਆ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਇਸ ਤਰ੍ਹਾਂ ਸਿੱਖਾਂ ਦੀ ਪਰਖ ਕੀਤੀ, ਨਾਲ ਤੋਂ ਸਿੱਖ ਵੀ ਖਰੇ ਉਤਰੇ, ਗਰੀਬ ਨਵਾਜ ਮਹਾਰਾਜ ਦੇ ਬਚਨ ਪੂਰੇ ਕੀਤੇ। ਕਿਉਂਕਿ ਪ੍ਰੇਮ ਤੇ ਸ਼ਰਧਾ ਹੈ। ਸਾਥੋਂ ਤਾਂ ਸਾਧ ਸੰਗੀ ਦੇਗ ਬਣਾਉਣੀ ਵੀ ਅਜ ਔਖੀ ਹੈ। ਜੇ ਕਿਸੇ ਨੂੰ ਆਖੋ ਵੀ ਚਾਸਨੀ ਬਣਾ ਕੇ ਦੇਗ ਦਿਹਾੜੀ ਕਰਕੇ, ਤਾਂ ਇੱਥੇ ਕਿਸੇ ਨੇ ਕੀ ਮਹਾਰਾਜ ਨੂੰ ਭੋਗ ਲਵਾਉਣਾ। ਇੱਥੇ ਜੇ ਕਿਸੇ ਨੂੰ ਆਖੋ ਵੀ ਚਾਸਨੀ ਬਣਾ ਕੇ ਪੁਣ ਕੇ ਦੇਗ 'ਚ ਪਾਈ ਦੀ ਆ, ਤੇ ਉਹਨਾਂ ਨੂੰ ਐਂ ਹੁੰਦਾ ਵੀ ਹੁਣ ਐਡਾ ਵੱਡਾ ਜਿਹੜਾ ਵਾ ਯੱਬ ਕੌਣ ਕਰੇ, ਕਿੱਧਰ ਪਹਿਲਾਂ ਚਾਸਨੀ ਗਰਮ ਕਰਕੇ ਉਹਦੇ ਵਿੱਚ ਘੋਲ ਕੇ ਫਿਰ ਪੁਣਦਾ ਫਿਰੇ, ਫਿਰ ਉਹਨੂੰ ਦੇਗ 'ਚ ਪਾਵੇ। ਤੇ ਜਪਜੀ ਸਾਹਿਬ ਕੌਣ ਪੜ੍ਹੇ ਇਹਦੇ ਵਿੱਚ, ਰੇਤੇ ਨਾਲ ਅੱਧੀ ਰਾਤ ਕਿਹੜਾ ਭਾਂਡੇ ਮਾਂਜਦਾ ਫਿਰੇ। ਤੋ ਮਹੀਨੇ 'ਚ ਮੇਰਾ ਖਿਆਲ 1.25 ਮਹੀਨੇ ਬਾਅਦ ਕਿਤੇ ਇੱਕ ਅੱਧੀ ਵਾਰੀ ਆਉਂਦੀ ਹੈ। ਤੇ ਉਹ ਕੋਈ ਵਿਰਲਾ ਪਰਿਵਾਰ ਸਿੱਖ ਹੋਵੇਗਾ ਜਿਹੜਾ ਐਨ ਬੜੇ ਸ਼ਰਧਾ ਨਾਲ ਰੇਤੇ ਨਾਲ ਬਰਤਨ ਸੋਧ ਕੇ ਤੇ ਬੜੇ ਪ੍ਰੇਮ ਨਾਲ ਮਹਾਰਾਜ ਐਂ ਜਾਣ ਕੇ ਵੀ ਇਹ ਦੇਗ ਗੁਰੂ ਹਰਗੋਬਿੰਦ ਸਾਹਿਬ ਨੂੰ ਜਾਣੀ ਹੈ, ਉਹਨਾਂ ਛਕਣੀ ਹੈ। ਉਹ ਕੋਈ ਵਿਰਲੇ ਸਿੱਖ ਹੈ। ਜਗ ਮੈਂ ਤੁਮ ਕਾਂਢੀ ਹੈ ਵਿਰਲੇ ਕਈ ਕੇ। ਭਾਈ ਜੇਠਾ ਤੇ ਭਾਈ ਪੁਰਾਣਾ ਦੀ ਰੀਸ ਖਾਲਸਾ ਜੀ ਹਾਰੀ ਸਾਰੀ ਨੇ ਥੋੜ੍ਹਾ ਕਰ ਲੈਣੀ ਹੈ। ਨਹੀਂ ਤਾਂ ਜਪਜੀ ਸਾਹਿਬ ਦਾ ਪਾਠ ਹੋਇਆ ਹੋਵੇ, ਸਮੇਂ ਤੋਂ ਪਹਿਲਾਂ ਦੇਗ ਆਈ ਹੋਵੇ, ਤੇ ਪਰਿਵਾਰ 'ਚੋਂ ਕੋਈ ਮੈਂਬਰ ਬਹਿ ਕੇ ਕੋਲ ਆਨੰਦ ਸਾਹਿਬ ਦਾ ਪਾਠ ਕਰ ਲਵੇ ਦੇਗ ਦੇ ਉਹਨਾਂ ਸਮਾਂ। ਤੋ ਇਸ ਤਰ੍ਹਾਂ ਦੀ ਕਿਰਿਆ ਦਿਹਾੜੀ ਕਰਕੇ ਤਾਂ ਮਹਾਰਾਜ ਨੂੰ ਭੋਗ ਲਵਾਉਣਾ ਉਹ ਤਾਂ ਬੜੀ ਗਾਂਹ ਦੀ ਗੱਲ ਹੈ। ਬਣੀ ਬਣਾਈ ਰਸਤ ਜਿਹੜੀ ਹੈ ਉਹ ਵੀ ਸਾਧ ਸੰਗਤ ਦੀ ਸਭ ਕੁਝ ਘਰਾਂ ਵਿੱਚ ਹੁੰਦਿਆਂ ਹੋਇਆਂ ਵੀ ਇਕੱਲੀ ਦੇਗ ਹੀ ਬਣਾਉਣੀ ਹੈ। ਤੇ ਜੇ ਅਖੰਡ ਪਾਠ ਸਾਹਿਬ ਘਰ ਹੋਵੇ ਤੇ ਉਹ ਭਈਏ ਮਹਿਰੇ ਜਿਹੜੇ ਲੱਗੇ ਹੁੰਦੇ ਆ, ਜਿਹਨੂੰ ਵੇਟਰ ਕਹਿ ਦਿੰਦੇ ਆ, ਉਹ ਸਾਰਿਆਂ ਨੂੰ ਇਕੱਠੇ ਉਹੀ ਜਰਦਾ ਲਾ ਲਾ ਕੇ ਤੇ ਮਹਾਰਾਜ ਦਾ ਪ੍ਰਸ਼ਾਦਾ ਥਾਲ ਭਰ ਕੇ ਆਖੇ ਜੀ ਹੁਣ ਭੋਗ ਲਾਓ। ਉਹਨੂੰ ਭੋਗ ਕੀ ਲਾਵੇ ਸਾਧ ਸੰਗਤ ਜੀ, ਮਹਾਰਾਜ ਕੀ ਉਹਦਾ ਛਕਣ ਵਿੱਚੋਂ ਵੀ ਉਹ ਤਾਂ ਸਿੱਖਾਂ ਨੂੰ ਮਹਾਰਾਜ ਤਾਂ ਰੋਕਦੇ ਵੀ ਜਰਦੇ ਵਾਲੇ ਦਾ ਹੱਥ ਦਾ ਪਾਣੀ ਸ਼ਰਾਬ ਵਰਗਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਚਨ ਹੈ ਵੀ ਤੰਬਾਕੂ ਵਾਲੇ ਦੇ ਹੱਥੋਂ ਸਿੱਖ ਪਾਣੀ ਪੀ ਲੈ ਤੇ ਸਮਝ ਲੈ ਭਰ ਕੇ ਗਲਾਸ ਸ਼ਰਾਬ ਦਾ ਪੀ ਲਿਆ।
ਤੇ ਉਹ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੀ ਕਹਿੰਦੇ ਮਹਾਰਾਜ ਭੋਗ ਲਾਓ, ਤੇ ਤਿਆਰ ਕਿਹਨਾਂ ਕੀਤਾ ਹੁਣ ਕੀ ਕਵੇ। ਅੱਗੇ ਸਾਖੀ ਆਪਾਂ ਸੁਣਦੇ ਫਰੀਦਕੋਟੀ ਰਾਜੇ ਦੀ, ਵੀ ਰਸਤ ਜਿਹੜੀ ਹੁੰਦੀ ਨਾ ਸਾਧ ਸੰਗਤ ਜੀ, ਆਪਣੇ ਮਨ ਦਾ ਵਹਿਮ ਆ ਵੀ ਰਸਤਾ ਆਪਣੀ ਕੋਈ ਨਹੀਂ ਹੈ। ਜਿਹੜਾ ਦਾਣਾ ਪਾਣੀ ਹੁੰਦਾ ਉਹ ਗੁਰੂ ਦਾ ਹੁੰਦਾ, ਤੁਹਾਡਾ ਨਹੀਂ ਦਾਣਾ ਪਾਣੀ। ਜ਼ਮੀਨ ਕਿਹਨੇ ਦਿੱਤੀ ਹੈ ਸਾਨੂੰ? ਸਭ ਕੁਝ ਪਾਤਸ਼ਾਹ ਦਾ ਦਿੱਤਾ ਹੋਇਆ। ਜਿਹੜਾ ਦਾਣਾ ਪਾਣੀ ਹੁੰਦਾ ਉਹ ਤਾਂ ਪਰਮੇਸ਼ਰ ਦਾ ਹੁੰਦਾ। ਜੇ ਤੁਸੀਂ ਨਾ ਕਰੋਗੇ ਤੇ ਫਿਰ ਕਿਹੜਾ ਕੋਈ ਭੁੱਖਾ ਮਰ ਜਾਵੇਗਾ। ਦਾਣਾ ਪਾਣੀ ਗੁਰੂ ਕਾ, ਟਹਿਲ ਭਾਵਨਾ ਸਿੱਖਾਂ ਸੇਵਕਾਂ ਦੀ, ਆਪਣੇ ਪੱਲੇ ਇਕੱਲੀ ਸੇਵਾ ਪੈਣੀ ਹੈ। ਤੇ ਸੇਵਾ ਵੇਲੇ ਅਸੀਂ ਮੰਜਿਆਂ ਤੇ ਚੜ੍ਹ ਕੇ ਬਹਿ ਜਾਂਦੇ ਹਾਂ। ਸੇਵਾ ਫਿਰ ਸਾਧ ਸੰਗਤ ਜੀ ਜਿਹੜੇ ਕਰ ਲੈਂਦੇ ਉਹ ਕੁਝ ਨਾ ਕੁਝ ਲੈ ਜਾਂਦੇ ਆ, ਤੇ ਅਸੀਂ ਖਾਲੀ ਦੇ ਖਾਲੀ। ਫਿਰ ਕਹਿੰਦੇ ਜੀ ਅਖੰਡ ਪਾਠ ਸਾਹਿਬ ਕਰਵਾਇਆ ਤੇ ਜਿਹੜਾ ਕਲੇਸ਼ ਬਣਿਆ ਸੀ ਉਹ ਤਾਂ ਉਸੇ ਤਰ੍ਹਾਂ ਹੀ ਬਣਿਆ ਹੋਇਆ। ਤੋ ਉਹ ਤਾਂ ਸਾਧ ਸੰਗਤ ਜੀ ਸੇਵਾ ਕੀਤੀ ਹੋਵੇ ਸ਼ਰਧਾ ਦੇ ਨਾਲ, ਕਿਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਪਰਸੇ ਹੋਣ। ਐਡੇ ਟੱਬਰ 'ਚੋਂ ਇੱਕ ਮਾਈ ਦਾ ਜਾਂ ਭਾਈ ਦਾ ਸਮਾਂ ਨਹੀਂ ਵੀ ਮਹਾਰਾਜ 3 ਦਿਨ ਰਹਿੰਦੇ ਆ ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਨੂੰ 5 ਡੰਗ ਪ੍ਰਸ਼ਾਦਾ ਬਣਦਾ ਇਹਨਾਂ 3-48 ਘੰਟਿਆਂ 'ਚ। 5 ਡੰਗ ਦੇ ਪ੍ਰਸ਼ਾਦਾ। ਉਹ ਕੋਈ ਪਰਿਵਾਰ ਇਹੋ ਜਿਹਾ ਨਹੀਂ ਵੀ ਮਹਾਰਾਜ ਇਕੱਲੇ ਵਾਸਤੇ ਤੇ ਸੋਹਣੀ ਤਰ੍ਹਾਂ ਰਸੋਈ ਸੋਧ ਕੇ ਤੇ ਪ੍ਰਸ਼ਾਦਾ ਪਾਣੀ 5 ਪ੍ਰਸ਼ਾਦੇ, ਥੋੜ੍ਹਾ ਜਿਹਾ ਸਬਜ਼ੀ ਭਾਜੀ ਦੇਸੀ ਘਿਓ ਵਿੱਚ ਬਣਾ ਕੇ ਇਕੱਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਸਤੇ ਵੀ ਉਨੇ ਕੁ ਪ੍ਰਸ਼ਾਦੇ ਨੂੰ ਭੋਗ। ਚਲੋ ਬਾਹਲਾ ਨਹੀਂ ਖਲਾਰਾ ਸਾਂਭਿਆ ਜਾਂਦਾ, ਚਾਹੀਦਾ ਤਾਂ ਸਾਰਾ ਹੈ, ਪਰ ਜੇ ਸਾਰਾ ਨਹੀਂ ਤੇ ਮਹਾਰਾਜ ਵਾਸਤੇ ਤਾਂ ਪ੍ਰਸ਼ਾਦਾ ਪਕਾ ਸਕਦੇ ਆ ਨਾ। ਪਰ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਸਤੇ ਵੀ ਪ੍ਰਸ਼ਾਦਾ ਜਿਹੜਾ ਹੈ ਉਹ ਜਿਹੜੇ ਹਲਵਾਈ ਕੋ ਬਣਾਈ ਜਾਂਦੇ ਆ ਜਰਦਾ ਬੀੜੀ ਪੀ ਪੀ ਕੇ, ਉਸੇ ਤਰ੍ਹਾਂ ਹੀ ਉਹ ਮਹਾਰਾਜ ਨੂੰ ਭੋਗ ਲਵਾ ਦਿੱਤਾ ਜਾਂਦਾ। ਚਲੋ ਨਹੀਂ ਤੇ ਪਰਿਵਾਰ ਜਿਹੜਾ ਉਹ ਕੋਈ ਅੱਗੇ ਜਿਵੇਂ ਪਹਿਲੇ ਅੱਜ ਤੋਂ 10 ਕੁ ਸਾਲ ਪਹਿਲਾਂ ਜਿਵੇਂ ਇੱਕ ਘਰ ਵਿੱਚ ਅਖੰਡ ਪਾਠ ਸਾਹਿਬ ਹੋਣਾ, ਦੂਜੀਆਂ ਮਾਈਆਂ ਉਹਨਾਂ ਦੇ ਨਾਲ ਕੋਈ ਕੰਮ ਕਰਾ ਦਿੰਦੀਆਂ ਸੀ ਵੀ ਚਲੋ ਮਹਾਰਾਜ ਆਏ ਹੈ, ਤੇ ਉਹ ਉਸ ਘਰ 'ਚ ਉਹਨਾਂ ਸਮਾਂ ਗੁਰਦੁਆਰਾ ਹੀ ਸਮਝਿਆ ਜਾਂਦਾ ਸੀ। ਮੇਰੇ ਵੀ ਵੇਖਦਿਆਂ ਦੀ ਗੱਲ ਹੈ, ਮਾਈਆਂ ਨੇ ਸਭ ਨੇ, ਸਿੰਘਾਂ ਨੇ ਵੀ ਤੇ ਮਾਈਆਂ ਨੇ ਵੀ ਉਹਦੇ ਘਰ ਵਿੱਚ ਜਾ ਕੇ ਸੇਵਾ ਕਰਵਾਉਣੀ ਵੀ ਚਲੋ ਜਦੋਂ ਕਿਤੇ ਸਾਡੇ ਘਰ ਅਖੰਡ ਪਾਠ ਸਾਹਿਬ ਹੋਏਗਾ ਉਦੋਂ ਅਸੀਂ ਪ੍ਰਸ਼ਾਦੇ ਇਹ ਸਾਡੇ ਘਰ ਆ ਕੇ ਪਕਵਾ ਦੇਣਗੇ, ਜਿਹਨੂੰ ਵੰਗਾਰ ਕਹਿ ਲਓ। ਤੋ ਇਸ ਤਰ੍ਹਾਂ ਇੱਕ ਦੂਜੇ ਦੇ ਘਰ ਜਾ ਕੇ ਪ੍ਰਸ਼ਾਦੇ ਪਕਾਉਂਦੀਆਂ ਰਹੀਆਂ ਮਾਈਆਂ ਬੜਾ ਸਮਾਂ। ਉਹ ਘਟਦਾ ਹੁਣ ਸੁੱਖ ਨਾਲ ਘਰ ਵਾਲੇ ਨਹੀਂ ਪਕਾਉਂਦੇ ਤੇ ਪਾਸੇ ਵਾਲੇ ਵਿਚਾਰੇ ਨੇ ਆ ਕੇ ਕੀ ਕਰਨਾ। ਪਰਿਵਾਰ ਦਾ ਤਾਂ ਆਪਦਾ ਸਮਾਂ ਨਹੀਂ ਵੀ ਪ੍ਰਸ਼ਾਦਾ ਸੰਗਤ ਨੂੰ ਛਕਾ ਸਕੀਏ। ਚਾਹੀਦਾ ਤੇ ਇਹ ਵੀ ਪਰਿਵਾਰ 5-7 ਜਿਹੜੇ ਹੋਣ ਉਹ ਇਹ ਸਿਧਾਂਤ ਏਕਾ ਰੱਖਣ ਵੀ ਆਪਣੇ 5-7-8-10 ਘਰਾਂ 'ਚ ਜਿੱਥੇ ਵੀ ਅਖੰਡ ਪਾਠ ਸਾਹਿਬ ਹੋਵੇ ਭਾਈ, ਤੁਹਾਡੇ ਇੰਨੇ ਸਾਰੇ ਪਰਿਵਾਰਾਂ ਨੇ 5 ਡੰਗ ਪ੍ਰਸ਼ਾਦਾ ਛਕਣਾ ਉੱਥੇ, ਤੇ ਪਕਾਉਣਾ ਆਪਾਂ ਆਪ ਮਾਈਆਂ ਨੇ। ਕਿੱਡੀ ਕੀ ਗੱਲ ਹੈ ਖਾਲਸਾ ਜੀ। ਇੱਥੇ ਮਾਤਾ ਭਾਗ ਕੌਰ ਵਰਗੇ ਕਿੰਨੇ ਸਿੰਘਾਂ ਦਾ ਲੰਗਰ ਲਾ ਦਿੰਦੇ ਰਹੇ ਆ। ਇੱਥੇ ਅੱਜ ਵੀ ਕੋਈ ਮਾਈਆਂ ਹੈਗੀਆਂ ਜਿਹੜੀਆਂ ਅੰਮ੍ਰਿਤਸਰ ਜਾ ਕੇ ਵੇਖੇ, ਇੱਥੇ ਸੁਰ ਸਿੰਘ ਸਾਹਿਬ ਖਾਲਸਾ ਜੀ ਵਿਧੀ ਚੰਦੀਆਂ ਤੇ ਇੱਥੇ ਮੇਰੇ ਕੋਲ ਸਿੰਘ ਆਇਆ ਪੜ੍ਹ ਕੇ ਉੱਥੋਂ, ਉਹ ਬਾਬਾ ਅਵਤਾਰ ਸਿੰਘ ਦੇ ਪੜਾਅ 'ਤੇ ਸੁਰ ਸਿੰਘ ਦੀਆਂ ਜਿਹੜੀਆਂ ਮਾਈਆਂ 2 ਵਜੇ ਲੋਹ ਤਪ ਪੈਂਦੀ ਆ ਉੱਥੇ। ਸੁਰ ਸਿੰਘ 2 ਵਜੇ ਲੋਹ ਤਪਾ ਦਿੱਤੀ ਜਾਂਦੀ ਆ, ਮਾਈਆਂ 2 ਵਜੇ ਗੱਫਾ ਲਾਉਣ ਲੱਗ ਪੈਂਦੀਆਂ ਉੱਥੇ ਆ ਕੇ। ਤੇ ਵੇਖੋ ਹੁਣ 10-11 ਕਦੋਂ ਵੱਜਦੇ ਆ ਤੇ ਉਹਨੇ ਨੂੰ ਕੋਈ ਹੋਰ ਪਲਟਣ ਆ ਜਾਂਦੀ ਹੈ, ਹੋਰ ਜਥਾ ਮਾਈਆਂ ਦਾ ਆ ਜਾਂਦਾ। ਤੋ ਇਸ ਤਰ੍ਹਾਂ ਕਈ ਸਥਾਨ ਵੇਖੀ ਦੇ, ਕਈ ਨਗਰਾਂ 'ਤੇ ਬੜੀ ਕਿਰਪਾ, ਇੱਥੇ ਜੋਗੇ ਵਾਲੇ ਵੀ ਮਾਈਆਂ ਹੀ ਪ੍ਰਸ਼ਾਦਾ ਲਾਉਂਦੀਆਂ ਹਨ। ਤੋ ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਮਿਹਰ ਕਰਨਾ ਸਾਨੂੰ ਭਾਈ ਪੈੜਾ ਤੇ ਭਾਈ ਪੁਰਾਣਾ ਜੀ ਦੀਆਂ ਜਿਹੜੀਆਂ ਸਾਖੀਆਂ ਖਾਲਸਾ ਜੀ ਉਹ ਲੈ ਕੇ ਇਤਿਹਾਸ ਦੇ ਵਿੱਚੋਂ ਹਿਰਦੇ ਵਿੱਚ ਵਸਾਈਆਂ ਜਾਣ, ਤੇ ਆਪਣਾ ਸਮਾਂ ਜਿਹੜਾ ਉਹ ਜੀਵਨ ਸਫਲ ਆ। ਵੀ ਸਾਖੀ ਸਿੱਖਣ ਵਾਸਤੇ ਹੁੰਦੀ, ਕੁਛ ਇੱਕ ਕੰਨ 'ਚੋਂ ਪਾ ਕੇ ਦੂਜੇ ਕੰਨ 'ਚੋਂ ਕੱਢਣ ਵਾਸਤੇ ਨਹੀਂ ਹੁੰਦੀ। ਤੋ ਗਰੀਬ ਨਵਾਜ ਮਹਾਰਾਜ ਸਾਡੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਸਾਰੀ ਸਿੱਖਿਆ ਮਹਾਰਾਜ ਦੇ ਦਰ ਕਰਦੀ ਵੀ ਅਸੀਂ 10 ਨਹੁੰਆਂ ਦੀ ਕਿਰਤ ਕਰਕੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗੱਫਾ ਛਕਾ ਸਕੀਏ। ਜੇ ਸਾਧ ਸੰਗਤ ਜੀ ਇਹੋ ਜਿਹੀ ਸੇਵਾ ਇੱਕ ਡੰਗ ਵੀ ਬਣ ਆਈ ਨਾ ਤੇ ਸਾਡਾ ਸਾਰੀ ਉਮਰ 100 ਸਾਲ ਦੀ ਵੀ ਸਫਲ ਹੈ। ਹੋਈਆਂ ਪੁਲਾਂ ਦੀ ਖਿਮਾ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਸਭਹਿ ਨ ਪਾਏ ਆਨੰਦ ਵਿਸ਼ੇਸ਼ੂ, ਕਰਤਾ ਭਾਏ ਤਿਮਕਾਰ ਹਮੇਸ਼ੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।